KRP 1550 AM ਤੇ ਤੁਹਾਡਾ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ। 12:24 ਹੋਏ ਨੇ। 21 ਜਨਵਰੀ ਦਾ ਦਿਨ ਹੈ, ਵਰਾ 2021 ਦਾ ਵੀਰਵਾਰ ਹੈ। 8 ਮਾਘ ਨਾਨਕ ਸੰਮਤ 552 ਨਿੱਘਾ ਹਾਰਦਿਕ ਸਵਾਗਤ ਹੈ ਜੀ। ਅੱਜ ਪਹਿਲੇ ਹਿੱਸੇ ਦੇ ਵਿੱਚ ਅਮਰੀਕਾ ਦੀ ਬਣੀ ਵਾਈਸ ਪ੍ਰੈਜ਼ੀਡੈਂਟ ਉਪ ਰਾਸ਼ਟਰਪਤੀ ਕੈਮਲਾ ਦੇਵੀ ਹੈਰਿਸ ਦੇ ਬਾਰੇ ਗੱਲਬਾਤ ਹੋਏਗੀ ਕਿ ਉਹਨਾਂ ਦਾ ਜੀਵਨ, ਜ਼ਿੰਦਗੀ ਤੇ ਪਰਿਵਾਰ, ਨਵੀਆਂ ਚੀਜ਼ਾਂ ਕੀ ਹੋਈਆਂ ਨੇ, ਇਸ ਦੇ ਬਾਰੇ ਗੱਲਬਾਤ। ਤੇ ਆਖਰੀ ਹਿੱਸੇ ਦੇ ਵਿੱਚ ਚੋਣਾਂ ਦੇ ਬਾਰੇ, ਜਿਹੜੀਆਂ ਚੋਣਾਂ ਆਪਾਂ ਕਰਦੇ ਆਂ, ਜਿਹੜੀਆਂ ਚੋਣਾਂ ਆਪਣੀਆਂ ਹੁੰਦੀਆਂ ਨੇ, ਉਹਦੇ ਚ ਕਮੀਆਂ ਕਿੱਥੇ ਕਿੱਥੇ ਨੇ, ਕੁਝ ਨੁਕਤੇ ਤੁਹਾਡੇ ਨਾਲ ਮੈਂ ਸਾਂਝੇ ਕਰਾਂਗਾ। ਤੁਸੀਂ ਸ਼ਾਮਲ ਹੋਣਾ 6144 247 1550 1844 247 1550 KRPradio.com ਤੇ ਸਿੱਧਾ ਪ੍ਰਸਾਰਣ ਚੱਲ ਰਿਹਾ। ਜਿੱਥੇ ਵੀ ਬੈਠੇ ਤੁਸੀਂ ਪ੍ਰੋਗਰਾਮ ਸੁਣ ਰਹੇ ਹੋ, ਪ੍ਰੋਗਰਾਮ ਰਹਿ ਜੇ ਤਾਂ ਫਿਰ ਲੋਕ ਸੱਤ ਤੇ ਪਾਇਆ ਹੁੰਦਾ 6144 247 1550 1844 ਔਨ 에ਅਰ ਨੰਬਰ ਹੈ। 604 729 1224 604 729 1224 ਇਹ ਨੰਬਰ WhatsApp ਤੇ ਟੈਕਸਟ ਲਈ ਹੈ। ਤੁਹਾਡੇ ਸੁਨੇਹੇ ਆਉਣ ਲੱਗ ਜਾਂਦੇ ਜਾਂ 10:10 ਹੋ ਜਾਂਦੇ ਨੇ। ਥੋੜਾ ਜਿਹਾ ਮੈਂ ਲੇਟ ਹੋ ਜਾਂਦਾ ਹੈ ਸ਼ੋਅ ਸ਼ੁਰੂ ਕਰਨ ਨੂੰ। ਕੱਲ ਤੋਂ ਹੋਰ ਥੋੜਾ ਜਿਹਾ ਸਮਾਂ ਖਿੱਚਿਆ ਕਰਾਂਗੇ, ਉਧਰੋਂ ਪਹਿਲਾਂ ਵਿਹਲਾ ਹੋਇਆ ਕਰੂੰ, ਫੇਰ ਇੱਥੇ ਤੱਕ ਥੋੜਾ ਜਿਹਾ ਆਰਾਮ ਹੁੰਦਾ। ਆਰਾਮ ਤੋਂ ਬਾਅਦ ਤੁਹਾਡੀ ਸੇਵਾ 'ਚ ਹਾਜ਼ਰ ਹੁੰਦਾ। ਕਿਵੇਂ ਪਰ ਸਮੇਟ ਕੇ ਬਹਿ ਰਹਾ, ਕਿਵੇਂ ਭੁੱਲ ਜਾਵਾਂ ਉਡਾਨ ਨੂੰ, ਕਿਵੇਂ ਪਰ ਸਮੇਟ ਕੇ ਬਹਿ ਰਹਾ, ਕਿਵੇਂ ਭੁੱਲ ਜਾਵਾਂ ਉਡਾਨ ਨੂੰ। ਇਹ ਤਾਂ ਦਾਗ ਹੈ ਮੇਰੇ ਇਸ਼ਕ ਤੇ, ਹੈ ਮਿਹਣਾ ਮੇਰੇ ਈਮਾਨ ਨੂੰ। ਹੋਏ ਤਬਸਰੇ ਮੇਰੀ ਜ਼ਾਤ ਤੇ, ਮੇਰੀ ਨਸਲ ਅਕਲ ਔਕਾਤ ਤੇ, ਰਿਹਾ ਜ਼ਬਤ ਨਾ ਜਜ਼ਬਾਤ ਤੇ, ਮੈਂ ਨਿਕਲੀ ਚੀਰ ਮਿਆਨ ਨੂੰ। ਜੇ ਤੂੰ ਰੋਕ ਸਕਦਾ ਤਾਂ ਰੋਕ ਲੈ ਇਸ ਰੋਹ ਦੇ ਬਹਿਣ ਨੂੰ ਮੁਨਸਫਾ, ਕਿ ਮੈਂ ਜਾ ਰਹੀ ਹਾਂ ਉਲੰਘ ਕੇ ਤੇਰੇ ਹੁਕਮ ਨੂੰ ਫਰਮਾਨ ਨੂੰ। ਇਹ ਹਨੇਰ ਗਰਦਗਵਾਰ ਹੈ, ਮੇਰੇ ਰਾਹ 'ਚ ਉੱਚੀ ਦੀਵਾਰ ਹੈ, ਮੈਂ ਕਦੇ ਕਬੂਲ ਨਾ ਕਰ ਸਕਾਂ ਤੇਰੇ ਫਲਸਫੇ ਤੇਰੇ ਗਿਆਨ ਨੂੰ। ਇਸ ਅਗਨ ਤੇ ਇਤਬਾਰ ਕਰ, ਮੇਰਾ ਨਾ ਉਹਨਾਂ 'ਚ ਸ਼ੁਮਾਰ ਕਰ। ਇਸ ਅਗਨ ਤੇ ਇਤਬਾਰ ਕਰ, ਮੇਰਾ ਨਾ ਉਹਨਾਂ 'ਚ ਸ਼ੁਮਾਰ ਕਰ, ਜਿਹੜੇ ਜਾਲ ਦੇ ਜਿੰਦ ਆਪਣੀ ਤੇ ਨੂਰ ਵੰਡਦੇ ਜਹਾਨ ਨੂੰ। ਜਿਹੜੇ ਜਾਲ ਦੇ ਜਿੰਦ ਆਪਣੀ ਤੇ ਨੂਰ ਵੰਡਦੇ ਜਹਾਨ ਨੂੰ। ਸੁਖਵਿੰਦਰ ਅੰਮ੍ਰਿਤ ਲਿਖਦੇ ਨੇ। ਸਾਰਿਆਂ ਦਾ ਧੰਨਵਾਦ ਜੀ, ਬਹੁਤ ਬਹੁਤ। ਇੱਕ ਮੈਂ ਬੇਨਤੀ ਸ਼ੁਰੂ 'ਚ ਕਰ ਲਵਾਂ। ਪਹਿਲੇ ਸ਼ੋਅ ਦੇ ਵਿੱਚ ਤੁਸੀਂ ਇੱਥੇ ਹੁੰਦੀ ਲੁੱਟ ਦੇ ਬਾਰੇ, ਵਿਦਿਆਰਥੀਆਂ ਦੀ ਤੇ ਲੋਕਾਂ ਦੇ ਪੈਸੇ ਜਿਹੜੇ ਰੱਖ ਲਏ ਇਹਨਾਂ ਕਾਲਜਸ ਵਾਲਿਆਂ ਨੇ, ਇਹ ਗੱਲਬਾਤ ਮੈਂ ਕੀਤੀ ਸੀ। ਤੁਸੀਂ ਬਹੁਤ ਉਹਦੇ ਤੋਂ ਹੱਕ ਭਰਮਾ ਹੰਗਾਰਾ ਦਿੱਤਾ। ਪਹਿਲੇ ਸ਼ੋਅ ਦੀ ਪ੍ਰੋਡਿਊਸਰ ਰੋਮਨਪ੍ਰੀਤ ਮੇਰੇ ਨਾਲ ਬੈਠੀ। ਅਗਲੇ ਵੀਰਵਾਰ ਨੂੰ, ਕਿਉਂਕਿ ਵੀਰਵਾਰ ਦਾ ਦਿਨ ਭਾਈਚਾਰੇ ਲਈ ਹੁੰਦਾ, ਦੋਨੇ ਸ਼ੋਅ ਅਗਲੇ ਵੀਰਵਾਰ ਨੂੰ 10 ਵਜੇ ਫੇਰ ਆਪਾਂ ਸ਼ੋਅ 600 AM ਤੇ ਕਰਾਂਗੇ। ਤੁਸੀਂ ਸ਼ਾਮਲ ਹੋਣਾ। ਇਸੇ ਤਰ੍ਹਾਂ ਹੀ ਲਹਿਰ ਬਣਨੀ ਹੈ। 2-2 4-4 5-5 10-10 15-15 20-20 ਬਸ ਇਹ ਦਿਨ ਖੋਲ ਲੈਣ ਦੇ। ਉਹ ਕਿਸੇ ਦਿਨ ਇਕੱਠ ਕਰਾਂਗੇ ਜਿਹੜੇ ਫਰਾਡ ਦਾ ਸਟਾਫ, ਜਿਹੜੇ ਸ਼ਿਕਾਰ ਹੋਏ ਨੇ, ਫਿਰ ਇਕੱਠੇ ਹੋਏ ਤੇ ਉੱਥੋਂ ਗੱਲ ਤੁਰੂ। ਫਿਰ ਸਰਕਾਰਾਂ ਨੇ ਕੰਨਾਂ ਦੇ ਵਿੱਚ ਗੱਲ ਬਹੁਤ ਪੈ ਗਈ। ਪੇਪਰ ਵਾਲਿਆਂ ਨੇ ਬਹੁਤ ਲਿਖਤਾ। ਪੈਸੇ ਦਾ ਜ਼ੋਰ ਇੰਨਾ ਹੈ ਕਿ ਅਗਲਾ ਕਹਿੰਦਾ 13-15 ਹਜ਼ਾਰ ਆ, 13-15 ਵਕੀਲ ਨੂੰ ਦੇ ਦੇਣਾ, ਫਿਰ ਹੀ ਚੱਲ ਗੇੜੇ ਕੱਢਦਾ, ਮੈਂ ਤਾਂ ਆਉਣਾ ਹੀ ਨਹੀਂ। ਬਾਕੀ ਚੋਰ ਮੋਰੀਆਂ ਚੋਰ ਪਹਿਲਾਂ ਰੱਖਦੇ ਆ। ਉਹਨਾਂ ਨੂੰ ਪਤਾ ਹੈ ਕਿ ਕਿੱਥੇ ਅਸੀਂ ਜਾਣਾ ਹੈ, ਕਿਹੜੀ ਕੰਪਨੀ 'ਚ ਕਿਹੜਾ ਡਾਇਰੈਕਟਰ ਚਾਹੀਦਾ, ਇੱਕ ਹੋਰ ਕੰਪਨੀ ਉਹਦੀ ਮਾਲਕ, ਦੂਜੀ ਕੰਪਨੀ ਉਹਦੀ ਮਾਲਕ, ਤੀਜੀ ਕੰਪਨੀ ਉਹਦੀ ਮਾਲਕ, ਚੌਥੀ, ਪੰਜਵੀਂ ਕੰਪਨੀ। ਇਸ ਤਰ੍ਹਾਂ ਇਹ ਬਾਜ਼ਾਰ ਜਿਹੜੇ ਚੱਲਦੇ ਨੇ। ਆਪਣਾ ਨਾਂ ਕਿਤੇ ਨਹੀਂ ਜਾ ਕੇ, ਅਖੀਰ 'ਚ ਜਾ ਕੇ ਮੇਬੀ ਘਰ ਵਾਲੀ ਦਾ ਨਾਂ ਹੋ। ਇਹ ਦੇਸ਼ ਦਾ ਹਾਲ ਇਹ ਹੈ ਵੀ ਇੱਥੇ ਜੇ ਕਾਗਜ਼ ਕੋਈ ਨਹੀਂ, ਗੱਲਾਂ ਬਾਤਾਂ ਨਾਲ ਕੁਛ ਨਹੀਂ ਹੈ, ਜੇ ਸਬੂਤ ਕੋਈ ਨਹੀਂ, ਕੁਛ ਨਹੀਂ ਹੈ। ਇਹ ਆਪਾਂ, ਪਰ ਇਹ ਨਵਾਂ ਨਹੀਂ, ਪਿਛਲੇ 5-7 ਸਾਲਾਂ ਤੋਂ ਤਾਂ ਘੱਟੋ ਘੱਟ ਹੋ ਗਿਆ। ਇਹੀ ਗੱਲਾਂ ਆਪਣੇ ਸ਼ੋਆਂ ਦੇ ਵਿੱਚ ਹੁੰਦੀਆਂ ਤੇ ਮੈਨੂੰ ਆਸ ਹੈ ਕਿ ਤੁਹਾਡੀ ਕਚਹਿਰੀ ਦੇ ਵਿੱਚ ਇਹ ਤੁਸੀਂ ਪ੍ਰਵਾਨ ਕਰਦੇ ਹੋਵੋਗੇ। ਪਰ ਇਹ ਮੈਂ ਪਹਿਲਾਂ ਵੀ ਕਹਿ ਕੇ ਹਟਿਆ, ਉਹ ਵੀ ਕਹਿ ਰਿਹਾ ਹੁਣ ਫੇਰ, ਇਹ ਨਾ ਗੱਲ ਹੋਵੇ ਬੱਕਰਾ ਜਾਨ ਤੋਂ ਜਾਵੇ, ਤੁਹਾਨੂੰ ਖਾਣ ਵਾਲਿਆਂ ਨੂੰ ਸਵਾਦ ਨਾ ਆਵੇ। ਇਹ ਕਹਾਵਤ ਹੈ। ਇਹ ਨਾ ਹੋਵੇ ਕਿ ਮੀਡੀਏ ਨੂੰ, ਅਦਾਰੇ ਨੂੰ
ਮੁਸ਼ਕਲਾਂ ਦਾ ਸਾਹਮਣਾ ਨਿੱਜੀ ਤੌਰ ਤੇ ਤਾਂ ਕੋਈ ਆਪਾਂ ਨੂੰ ਤੰਗੀ ਨਹੀਂ ਹੈ। ਬਿਲਕੁਲ ਕੱਲ ਵੀ ਮੈਂ ਕਿਹਾ, ਹੁਣ ਫੇਰ ਕਹਿਣਾ, ਇਹ ਨਹੀਂ ਹੈ ਕੋਈ ਵੀ ਗੱਲ ਆਪ ਡਰ ਭੈ ਵਾਲੀ ਕਹਾਣੀ ਕੋਈ ਨਹੀਂ, ਨਾ ਕਿਸੇ ਨੂੰ ਡਰ ਦਿੱਤਾ, ਨਾ ਕਿਸੇ ਦਾ ਡਰ ਹੈ। ਕੋਈ ਜਿਹੜਾ ਮਰਜ਼ੀ ਲੜਾ ਲਾਟ ਹੋਵੇ 2900 ਇੱਥੇ ਤੁਰਿਆ ਫਿਰਦਾ, ਕਿਸੇ ਦਾ ਭੈ ਨਹੀਂ, ਭੋਰਾ ਵੀ ਭੈ ਸਿਰਫ ਸਾਹਿਬ ਆਲਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ। ਬਿਲਕੁਲ 5 ਪਾਂਜੇ ਪੂਰੇ ਨੇ, ਜਵਾਕਾਂ ਦਾ ਪੜ੍ਹਾ ਤੇ ਜਵਾਕਾਂ ਦੀ ਰੋਟੀ ਪਾਣੀ ਦਾ ਹੀਲਾ ਕਰਤਾ, ਉਹਨਾਂ ਦੇ ਸਿਰ ਤੇ ਛੱਤ ਆ, ਪ੍ਰਵਾਹ ਕੋਈ ਨਹੀਂ ਜਮਾਂ ਹੀ। ਔਰ ਜ਼ਿੰਦਗੀ ਭੋਗ ਲਈ ਬਹੁਤ, 52-53 ਸਾਲ ਦੇ ਹੋ ਗਏ, ਹੋਰ 10-15 ਸਾਲ ਨੇ ਬਸ ਜੇ। ਪਰ ਗੱਲ ਇਹ ਉਹੀ ਕਰਨੀ, ਡਰ ਨਹੀਂ ਸਕਦਾ। ਕੱਲ ਕੋਈ ਸੁਨੇਹੇ ਜਾਉਂਦੇ ਯਾਰਾਂ ਦੋਸਤਾਂ ਨੂੰ ਅਸੀਂ ਦਿਖਾਵਾਂਗੇ ਮੀਡੀਆ ਕਿਵੇਂ ਕਰਦਾ, ਤੁਸੀਂ ਨੇਟ ਦੀ ਤਾਂ ਲੰਘ ਕੇ ਦਿਖਾਓ ਮੇਰੇ। ਤੁਸੀਂ ਕਰਦੇ ਹੋ ਗੱਲਾਂ, ਤੁਸੀਂ ਕਦੇ ਨੇੜੇ ਤਾਂ ਲੱਗੇ ਹੋ, ਦੇਖੀ ਫਿਰ ਪੈਰਾਂ ਹੇਠ ਅੱਗ ਕਿਵੇਂ ਮਰਦੀ ਹੈ। ਇਹ ਜਿਹੜੇ ਪੈਸੇ ਪੂਸੇ ਦੀ ਦਬਸ਼ ਨਾ, ਇੱਥੇ ਘੁੱਕਰ ਤੁਰੇ ਫਿਰਦੇ ਆ ਕਈ 4 ਪੈਸਿਆਂ ਵਾਲੇ, ਇਹ ਕਿਸੇ ਨੂੰ ਹੋਰ ਦੇ ਨਾਲੇ ਜਾਣਦਾ ਤੁਹਾਡੇ ਗਿੱਟੇ ਲਿਬੜੇ ਮੈਂ 20 ਵਾਰ ਵੇਖਿਆ। ਹੁਣ ਵੀ ਇਹੀ ਕਹਿਣਾ ਕਿ ਹਾਂ ਕੋਈ ਇਹ ਵੈਰ ਨਹੀਂ ਕਿਸੇ ਨਾਲ ਹੈ, ਮਤਲਬ ਕੋਈ ਲੱਗ ਕੇ ਨਹੀਂ ਵੀ ਮਾਈਕ ਮੇਰੇ ਕੋਲ ਆ ਮੈਂ ਮਾਈਕ ਦਊਂ ਕਰਕੇ ਤੇ ਜਿਹੜਾ ਕੋਈ ਮਰਜ਼ੀ। ਤੇ ਸਾਨੂੰ ਜੇ ਤੁਸੀਂ ਕਹੋ ਇਸ ਇੰਡਸਟਰੀ ਦਾ ਪਤਾ ਸਾਨੂੰ ਵੀ ਆ ਵੀ ਇੰਟਰਨੈਟ ਰੇਡੀਓ ਕਿਵੇਂ ਬਣਦੇ ਨੇ, ਤੇ ਫਿਰ ਇੰਟਰਨੈਟ ਤੇ ਛਿੱਲ ਕਿਵੇਂ ਲੈਂਦੀ ਹੈ। ਜੇ ਨਾ ਗੱਲ ਬਣੀ ਤੇ ਬਾਹਾਂ ਚੜਾ ਲੀਆਂ ਫਿਰ ਪਤਾ ਲੱਗਣਾ। ਇਹ ਤਾਂ ਆ ਜਿਹੜੇ ਫ੍ਰੀਕੁਐਂਸੀਆਂ ਨੇ, ਇਹ ਸਰਕਾਰ ਦੁਆਰੇ, ਜੇ ਕਈਆਂ ਨੂੰ ਹੁੰਦਾ ਨਾ ਵੀ ਅਮਰੀਕਾ ਵਾਲੀ ਫ੍ਰੀਕੁਐਂਸੀ, ਅਮਰੀਕਾ 'ਚ ਵੀ ਸੇਮ ਲਾਅ ਹੀ ਨੇ ਜਿਹੜੇ ਇੱਧਰ ਨੇ। ਤੇ ਜਿਹੜੀਆਂ ਚੋਰ ਮੋਰੀਆਂ ਉਹ ਸਭ ਨੂੰ ਆਉਂਦੀਆਂ ਨੇ ਵੀ ਕੋਈ ਰੇਡੀਓ ਕੋਈ ਨਾ ਆਉਂਦਾ ਤੇ ਚੱਲਦਾ ਕਿਤੇ ਆ, ਉਹ ਸਭ ਨੂੰ ਪਤਾ। ਔਰ ਇਹ ਹੋ ਸਕਦਾ, ਇਹ ਕੋਈ ਗੱਲ ਨਹੀਂ। ਜੇ ਨਾ ਗੱਲ ਸੂਤ ਆਈ ਫਿਰ ਇੰਟਰਨੈਟ ਰੇਡੀਓ ਹੀ ਇੱਕ ਬਣੂਗਾ। ਫਿਰ ਰੂੜੀ ਚੱਕ ਕੇ ਹੀ ਨਾ ਦਰਾਂ ਦੇ ਵਿੱਚੋਂ ਸਾਹ ਲਵਾਂਗੇ। 2-4 ਹੋਰ ਨਾਲ ਤਿਆਰ ਨੇ ਜਿਹੜੇ ਤੰਗ ਨੇ, ਨਾਲ ਉਹ ਆਉਣਗੇ। ਫਿਰ ਸਾਰਾ ਦਿਨ ਸਵੇਰੇ 8 ਤੋਂ ਲੈ ਕੇ ਰਾਤ ਦੇ 8 ਤੱਕ ਢਾਡੇ ਖੜਕੂ, ਫਿਰ ਹੋਰ ਕੁਝ ਨਹੀਂ ਹੋਣਾ। ਫਿਰ ਤਾਂ ਤੁਹਾਨੂੰ ਮੈਂ ਬੇਨਤੀ ਫੇਰ ਕਰਦਾ, ਸੁਣਨ ਵਾਲਿਆਂ ਨੂੰ ਪਲੀਜ਼ ਹੱਥ ਜੋੜ ਕੇ, ਸਾਰਾ ਕੁਝ ਕਰਨ ਨੂੰ ਮੈਂ ਤਿਆਰ ਹਾਂ ਤੁਹਾਡੇ ਲਈ, ਪਰ ਜੇ ਤੁਸੀਂ ਪਹਿਰਾ ਨਹੀਂ ਦੇਣਾ ਫੇਰ ਨਹੀਂ ਫਾਇਦਾ। ਜਿਨ੍ਹਾਂ ਨੂੰ ਜਿਹੜੇ ਵਿਕਟਮ ਨੇ, ਜਿਨ੍ਹਾਂ ਨਾਲ ਹੋਈ ਹੈ, ਜੇ ਉਹ ਨਹੀਂ ਸਾਹਮਣੇ ਆਉਣਗੇ ਨਾ ਫੇਰ ਬਹੁਤ ਔਖਾ। ਉਹ ਤੁਸੀਂ ਜਿਹੜੇ ਹੁਣ ਮੈਂ ਸ਼ਿਕਾਰ ਹਾਂ ਕਿਸੇ ਚੀਜ਼ ਦਾ, ਮੈਂ ਕੋਠੇ ਚੜ ਕੇ ਪਿੱਟਣਾ ਇਸ ਤਰ੍ਹਾਂ। ਅੱਜ ਤਾਂ ਮੈਂ ਤਾਂ ਹੈਰਾਨ ਆ। ਇੱਕ ਬਜ਼ੁਰਗਾਂ ਨਾਲ ਮੈਂ ਗੱਲ ਕੀਤੀ ਆਫ ਦੀ ਏਅਰ ਪਹਿਲੇ ਸ਼ੋਅ ਤੇ, ਉਹ ਕਹਿੰਦੇ ਪੁੱਤਰਾ $22,000 ਸਾਡਾ ਇੱਥੇ ਇੱਕ ਖਾ ਲਿਆ ਬੰਦੇ ਨੇ। $22,000 ਮੈਂ ਆਪਣੀ ਪੋਤੀ ਲਈ ਕੀਤਾ ਸੀ, ਨਾ ਮੇਰਾ $22,000 ਮਿਲਿਆ, ਨਾ ਮੇਰੀ ਪੋਤੀ ਇੱਥੇ ਆਈ। ਮੈਂ ਤੁਰਿਆ ਫਿਰਦਾ ਬੱਸਾਂ ਚੜ ਕੇ ਤੇ ਦਫ਼ਤਰ 'ਚ ਮੈਨੂੰ ਬਣਨ ਨਹੀਂ ਦਿੰਦੇ ਅੰਦਰ। ਉਹ ਕਹਿੰਦੇ ਜਾ ਬਾਬਾ ਸਾਲ ਹੋ ਗਿਆ, ਉਹ ਨਹੀਂ ਕਾਲਜ ਵਾਲੇ ਮੋੜਦੇ ਤੇਰਾ ਪੈਸਾ, ਚੈੱਕ ਕਰ ਲੈ। ਕਹਿੰਦੇ ਵਕੀਲ ਕਰਾਂ। ਮੈਂ ਕਿਹਾ ਜੀ ਵਕੀਲ ਕੀ ਕਰੋਗੇ, 15,000 ਹੋਰ ਦਊਂਗੇ, ਉਹਦਾ ਤੁਹਾਡਾ 22,000 ਦਿੱਤਾ ਹੋਇਆ, ਉਹਦੇ 'ਚ 10,000 ਤੁਹਾਡੇ ਤੇ ਲਾ ਦੇਣਗੇ। ਪਰ ਜੇ ਲਹਿਰ ਬਣਾ ਲਵੋ ਨਾ ਇਕੱਠੇ ਹੋ ਕੇ, ਹੋਰ ਇਹਦਾ ਏਜੰਡਾ ਨਹੀਂ ਹੈ ਕੋਈ, ਇੱਕੋ ਹੀ ਲਹਿਰ ਆ ਵੀ ਕਮਿਊਨਿਟੀ ਨੂੰ, ਕਮਿਊਨਿਟੀ ਦੇ ਬੰਦੇ ਜਿਹੜੇ ਕਮਿਊਨਿਟੀ ਦੇ ਨਾਂ ਤੇ ਐਸਟੈਬਲਿਸ਼ ਹੋਏ ਨੇ ਉਹ ਠੱਗਣ ਨਾ ਬਸ। ਹੁਣ ਤਾਂ ਪਿਛਲੇ ਵਾਲੇ ਪਾਸੇ ਝਾਕ ਲੋ। ਅਸੀਂ ਤਾਂ ਸਿੱਥਲ ਹੋਏ ਬੈਠੇ ਸੀ ਨਾ ਵੀ ਪੰਜਾਬ ਲੁੱਟ ਲਿਆ, ਪੰਜਾਬ ਉੱਜੜ ਗਿਆ, ਪੰਜਾਬ ਦਾ ਬਣਿਆ ਕੱਖ ਨਹੀਂ। ਪੰਜਾਬ ਕਰਦਾ ਨਾ ਨੀਲੇ ਦੇ ਸ਼ਾਹ ਸਵਾਰ ਦੇ ਘੋੜੇ ਦੀਆਂ ਟੰਪਾਂ ਸੁਣਦੀਆਂ ਨੇ ਨਾ, ਸੁੰਬ ਜਿਹੜੇ ਨੇ ਖੜਾਕ ਖੜਾਕ ਵੱਜਦੇ ਆ। ਹਰਮਨਜੀਤ ਕਹਿੰਦਾ ਨਾ ਬਈ ਹਲੇ ਵੀ ਆਵਾਜ਼ੇ ਉੱਠਦੇ ਆ, ਹਲੇ ਵੀ ਗੱਲਾਂ ਹੁੰਦੀਆਂ। ਅਨੰਦਪੁਰ ਸਾਹਿਬ ਜਾ ਕੇ ਉਸ ਧਰਤ ਤੇ ਸੁਣਿਓ, ਹਲੇ ਵੀ ਅਕਾਲ ਦੀਆਂ ਗੱਲਾਂ ਹੁੰਦੀਆਂ। ਤਾਂ ਇਹਦੇ 'ਚ ਇਸ ਤਰ੍ਹਾਂ ਹੀ ਕਰਨ ਦੀ ਲੋੜ ਆ। ਆਹ ਜਿਹੜੀ ਜਗ੍ਹਾ ਤੁਸੀਂ ਬੈਠੇ ਹੋ, ਇੱਥੇ ਤਾਂ ਸਾਨੂੰ ਗੁਲਾਮੀਓ ਕੋਈ ਨਹੀਂ ਯਾਰ। ਇੱਥੇ ਕਾਹਦੀ ਡਰ ਹੈ ਤੁਹਾਨੂੰ ਕਿਸੇ ਪਰਸਨਲ ਜਿਸਮਾਨੀ ਕੋਈ ਡਰ ਨਹੀਂ। ਕੋਈ ਤੁਹਾਨੂੰ ਇੱਥੇ ਗੁੰਡਾਗਰਦੀ ਨਹੀਂ ਕਰ ਸਕਦਾ, ਕੋਈ ਤੁਹਾਨੂੰ ਇੱਥੇ ਕਿਸੇ ਰਾਜਨੀਤਿਕ ਬੰਦੇ ਤੋਂ ਕੰਮ ਨਹੀਂ ਕਰਕੇ ਤੁਸੀਂ ਖਾਂਦੇ ਹੋ। ਪਰ ਜੇ ਇੱਥੋਂ ਵੀ ਗੁਲਾਮੀ ਦਾ ਜੂਲਾ ਗਲੋਂ ਨਹੀਂ ਲਾਉਣਾ, ਮਰਜ਼ੀ ਤੁਹਾਡੀ ਹੈ। ਫਿਰ ਬਹੁਤ ਘੱਟ ਹੁੰਦਾ। ਤੁਸੀਂ ਪਿਛਲੇ 20 ਸਾਲਾਂ ਦੇ ਰੇਡੀਓ ਸੁਣਦੇ ਹੋ, ਬਹੁਤ ਘੱਟ ਨੇ ਜਿਹੜੇ ਬੰਦੇ ਜਿਹੜੇ ਨਿਕਲ ਕੇ ਬਾਹਰ ਗੱਲ ਕਰਦੇ, ਜਿਹੜੇ ਕਮਿਊਨਿਟੀ ਦੀ ਗੱਲ ਕਰਦਾ। ਠੱਗੀਆਂ ਦਾ ਸਦੀ ਦੇ ਵਿੱਚ ਕਿਹਨੂੰ ਨਹੀਂ ਪਤਾ, ਕਿਹੜੇ ਰੇਡੀਓ ਵਾਲੇ ਨੂੰ ਨਹੀਂ ਪਤਾ ਬਈ ਇੱਥੇ ਫਿਰਦੇ ਆ ਬਹੁਤ ਵੱਡੇ ਵੱਡੇ ਮੋਢਿਆਂ ਤੇ ਲਾਈ ਤਮਗੇ ਤੇ ਜੇ ਅਸੀਂ ਵਕੀਲ ਆ ਜੀ, ਅਸੀਂ ਡਾਕਟਰ ਆ ਜੀ, ਅਸੀਂ ਜੇ ਆ ਤੇ ਅਸੀਂ ਬੋਹ ਆ। ਉੱਥੇ ਦੀਆਂ ਪੜ੍ਹਾਈਆਂ ਨੂੰ ਇੱਥੇ ਕੋਈ ਪੁੱਛਦਾ? ਜੇ ਤੁਸੀਂ ਇੱਥੇ ਉਹ ਕੰਮ ਹੀ ਨਹੀਂ ਕਰ ਰਹੇ, ਤੁਸੀਂ ਨਾਲ ਕੀ ਲਾ ਸਕਦੇ ਉਹਦੇ 'ਚ? ਪਰ ਆਹ ਜਿਹੜੇ ਦੁੱਖ ਨੇ ਕਮਿਊਨਿਟੀ ਦੇ, ਇਹ ਕੌਣ ਕਰੂਗਾ? ਫਿਰ ਕਿਹਨੇ ਕਰਨੇ ਨੇ? ਜੇ ਕੋਈ ਗੱਲ ਆਵਾਜ਼ਾਂ ਦਊ
ਫਿਰ ਇਕੱਠੇ ਹੋਵੋ ਲੋਕੋ। ਜੇ ਤੁਸੀਂ ਇਹ ਸਿਆਪਾ ਜਿਹੜਾ ਨਿੱਤ ਦਾ ਤੁਹਾਡੇ ਹਰ ਰੋਜ਼ ਲੁੱਟੀ ਦੇ ਆ ਇਹ ਕਿਉਂ ਹੋ ਗਏ? ਕਿਉਂ ਇਹਨਾਂ ਨੂੰ ਪੁਸ਼ਤ ਪਨਾਹੀ ਆ? ਕੌਣ ਇਹਨਾਂ ਨੂੰ ਬੰਦਿਆਂ ਨੂੰ ਸਾਂਭਣ ਵਾਲਾ? ਸਾਡੇ ਹੁਣ ਭਾਈਚਾਰੇ ਚੋਂ ਕੈਥੀ ਟੋਮਲਸਨ ਹੈ ਨਹੀਂ ਸੀ, ਉਹ ਜਿਹੜੀ ਗਲੋਬਲ ਮੇਲ ਦੀ ਹੈਗੀ ਸੀ ਨਹੀਂ, ਤੇ ਉਹਨੇ 3 ਲੜੀਆਂ ਛਾਪੀਆਂ ਆਪਣੇ ਪੇਪਰ 'ਚ, 3। ਉਹਨੇ ਤਾਂ ਆਪਣਾ ਕੰਮ ਕਰਤਾ, ਉਹਦੇ ਬਾਅਦ ਬਸ ਕਿਉਂ? ਸਰਕਾਰ ਨੂੰ ਲੱਭਿਆ ਕੱਖ ਨਹੀਂ, ਗਾਂ ਤੋਂ ਗਾਂ ਕਿਤੇ ਜਾ ਕੇ ਜ਼ੀਰੋ। ਪਹਿਲੀ ਤਾਂ ਗੱਲ ਠੱਗਾਂ ਦੀ ਉਸਤਤ ਕਰਨੀ ਛੱਡੋ। ਇਕੱਠਾਂ 'ਚ ਬੈਠ, ਉਹਦੇ ਕੋਲ ਇੰਨੀ ਮਹਿੰਗੀ ਕਾਰ ਆ, ਉਹਦੇ ਕੋਲ ਇੰਨੇ ਪੈਸੇ ਨੇ, ਉਹਦੀ ਫਲਾਣੇ ਨਾਲ ਯਾਰੀ ਆ, ਇਹ ਕਿਹੜੀਆਂ ਗੱਲਾਂ ਨੇ ਵੀ ਤੁਹਾਨੂੰ ਕਿਹੜੀਆਂ ਕਹਿਣ ਵਾਲੀਆਂ ਨੇ? ਤੁਹਾਡੇ ਕੰਮਾਂ ਲਈ, ਤੁਸੀਂ ਕੰਮਾਂ ਲਈ ਕਹਿੰਦੇ ਹੋ ਜਾਣ ਨੂੰ, ਫਲਾਣੇ ਨੂੰ ਕਹਾਂ ਤਾਂ ਮੇਰਾ ਕੰਮ ਹੋਊਗਾ, ਮੈਂ ਫਲਾਣੇ ਕੋਲ ਜਾਵਾਂ, ਮੈਂ ਸ਼ਹਿਰ ਦੀ ਮਿਊਨਿਸਪੈਲਿਟੀ 'ਚ ਮੇਰਾ ਕੰਮ ਹੋ, ਕਿਵੇਂ ਹੋਊ? ਕਿਸੇ ਦੇ ਕਹਿਣ ਤੇ ਤੁਹਾਡਾ ਕੰਮ ਬਈ, ਤੁਹਾਨੂੰ ਹੱਕ ਨਹੀਂ ਹੈ। ਨਹੀਂ ਹੁੰਦਾ, ਕੋਈ ਢਿੰਗੋ ਜ਼ੋਰੀ ਹੁੰਦੀ ਆ, ਦੱਸੋ ਬਈ ਆਹ ਮੇਰਾ ਕੰਮ ਸੀ, ਇੱਥੇ ਮੇਰੀ ਲੀਗੈਲਿਟੀ ਸੀ, ਆਹ ਮੇਰਾ ਕੰਮ ਨਹੀਂ ਹੋ ਰਿਹਾ, ਕਹੋ ਮੈਨੂੰ ਦੱਸੋ, ਮੇਰੀ ਏਅਰ ਤੇ ਆ ਕੇ ਦੱਸੋ। ਕਈ ਵਾਰ ਸੁਣ ਲਓ ਗੱਲ, ਕਈ ਵਾਰ ਜਿਹੜੇ ਆਫਿਸ 'ਚ ਬੈਠੇ ਬੰਦੇ ਹੁੰਦੇ ਆ ਉਹਨਾਂ ਨੂੰ ਪਤਾ ਨਹੀਂ ਹੁੰਦਾ ਉਹਨਾਂ ਦਾ ਕੌਣ ਬਾਹਰ ਨਾ ਵੇਚ ਰਿਹਾ, ਨਹੀਂ ਪਤਾ ਹੁੰਦਾ। ਖਾਸ ਤੌਰ ਤੇ ਦੂਜੀ ਕਮਿਊਨਿਟੀ ਦੇ ਲੋਕਾਂ ਨੂੰ ਨਹੀਂ ਪਤਾ ਅਸੀਂ ਕਿਵੇਂ ਐਕਟ ਕਰਦੇ। ਹੁਣ ਕੀ ਜਸਟਿਨ ਟਰੂਡੋ ਨੂੰ ਪਤਾ ਹੋਊ ਕੀ ਹੋ ਰਿਹਾ? ਕੀ ਉਹਦੇ ਇਮੀਗ੍ਰੇਸ਼ਨ ਮਿਨਿਸਟਰ ਨੂੰ ਪਤਾ ਹੋਊ ਥਲੜੇ ਲੈਵਲ 'ਚ ਕੀ ਹੋ ਰਿਹਾ? ਕੀ ਜੌਨ ਹੌਰਗਨ ਨੂੰ ਪਤਾ ਹੋਊ ਥਲੜੀ ਰਾਜਨੀਤੀ 'ਚ ਕੀ ਹੋ ਰਿਹਾ? ਕੀ ਸ਼ਹਿਰ ਦੇ ਕਿਸੇ ਮੇਅਰ ਨੂੰ ਪਤਾ ਹੋਊ ਵੀ ਮੇਰੇ ਸ਼ਹਿਰ 'ਚ ਮੇਰੇ ਥਲੜੇ ਲੈਵਲ ਤੇ ਕੀ ਹੋ ਰਿਹਾ? ਇੰਨਾ ਨਹੀਂ ਪਤਾ ਲੱਗਦਾ ਉਹਨੂੰ। ਜਿੱਦਣ ਕਮਿਊਨਿਟੀ ਰਾਉਂਡ ਟੇਬਲ ਡਿਸਕਸ਼ਨ ਤੇ ਇਕੱਠੇ ਹੋ ਕੇ ਬੋਲਦੀ ਆ, ਉਦਣ ਅਗਲੇ ਤੁਹਾਨੂੰ ਕਵਰ ਕਰਨਾ ਹੁੰਦਾ ਵੀ ਆਹ ਬੈਠਾ 10,000 ਬੰਦਾ ਵਿਕਟਮ, ਇਹਨਾਂ ਤੋਂ ਇੰਨੇ ਖਾ ਲੇ, ਇਹਦਾ ਵਿਕਟਮ ਆ, ਫੇਰ ਤੁਹਾਡੀ ਗੂੰਜ ਪੈਂਦੀ ਹੈ। ਕਈ ਵਾਰ ਮੈਂ ਪੰਜਾਬ ਦੀ ਜਦ ਗੱਲ ਇੱਥੇ ਕਰਦਾ, ਤੁਸੀਂ ਗੱਲ ਕਰਦੇ ਹੋ ਨਾ, ਮੈਨੂੰ ਨਿੱਜੀ ਤੌਰ ਤੇ ਸੰਦ ਆਉਂਦੇ ਆ ਵੀ ਉਹ ਤਾਂ ਜੁਟ ਗਏ, ਉਹਨਾਂ ਨੂੰ ਚੰਗੇ ਕਹਿ ਲਓ, ਮਾੜੇ ਕਹਿ ਲਓ, ਮਰੇ ਹੋਏ ਕਹਿ ਲਓ, ਉਹਨਾਂ ਨੇ ਗਾਹ ਪਾਇਆ ਪਿਆ 6 ਮਹੀਨੇ ਹੋ ਗਏ, ਜਿਨ੍ਹਾਂ ਨੂੰ ਕਹਿੰਦੇ ਸੀ ਤਾਂ ਖਤਮ ਨੇ। ਤੇ ਤੁਸੀਂ ਜਿਹੜੇ ਅਸੀਂ ਸਾਰਿਆਂ ਤੋਂ ਸਾਖਰ ਆ, ਸਾਡੇ ਇੱਥੇ ਕੀ ਹੁੰਦਾ? ਮੈਂ ਲੇਟ ਤਾਂ ਹੋਇਆ, ਮੈਨੂੰ 11:15 ਵੱਜ ਗਏ ਸਟੂਡੀਓ 'ਚ ਤੁਹਾਡੀਆਂ ਕਾਲ ਜਿਹੜੀਆਂ ਆਫ ਦੀ 에ਅਰ ਲੋਕਾਂ ਦੀਆਂ ਆਉਂਦੀਆਂ, ਮੈਂ ਨੰਬਰ ਲਿਖ ਕੇ ਆਇਆ, 32 ਕਾਲਾਂ ਨੇ ਨੰਬਰਾਂ ਦੇ ਨਾਲ, ਨੌਆਂ ਦੇ ਨਾਲ, ਮੇਰੇ ਨਾਲ ਆਹ ਹੋ ਗਿਆ, ਮੇਰੇ ਨਾਲ ਆਹ ਹੋ ਗਿਆ। ਮੈਂ ਤਾਂ ਹੈਰਾਨ ਆ ਯਾਰ। ਬੇਨਤੀ ਹੈ, ਜੇ ਤੁਸੀਂ ਇਸ ਨੂੰ ਐਕਸੈਪਟ ਕਰਨਾ ਹੈ, ਟਾਈਮ ਹੋਣਾ ਤੁਹਾਡੀ ਮਰਜ਼ੀ ਆ। ਜੇ ਤੁਹਾਡੇ ਮਨ 'ਚ ਆਵੇ ਨਹੀਂ ਐਂ ਚੱਲੀ ਜਾਊ, ਫਿਰ ਗਾਹਾਂ ਭਰੋ ਵਾਲੀ ਆ ਤੇ ਸਦੀਕ ਮੈਨੂੰ ਵੀ ਲਾਉਣੇ ਹੁੰਦੇ ਨੇ, ਲਾ ਕੇ ਮੈਂ ਬਹਿ ਜਾ ਕਰਨਾ। ਰੋਟੀ ਤਾਂ ਕਮਾਉਣੀ ਹੈ ਨਾ, ਰੋਟੀ ਘਰ ਜਿੱਥੇ ਕੰਮ ਕਰਦੇ ਹੋ ਤਾਂ ਕਰਨੀ ਹੋਏ। ਜੇ ਤੁਹਾਨੂੰ ਮਨ 'ਚ ਤੁਹਾਡੇ ਵੀ ਨਹੀਂ ਇਹ ਗੱਲ ਹੋਣੀ ਚਾਹੀਦੀ ਆ, ਧੱਕਾ ਜਿਹੜਾ ਗਲਤ ਕਿਉਂ ਹੋਵੇ, ਫਿਰ ਇਹਦਾ ਕੋਈ ਹੱਲ ਹੈ। ਸੋ ਇਹ ਹਰ ਰੋਜ਼ ਦੀ ਉਹ ਗੱਲ ਹੁੰਦੀ ਆ ਆਪਣੇ ਪ੍ਰੋਗਰਾਮ 'ਚ ਐਵਰੀ ਡੇ ਪਿਛਲੇ 7 ਸਾਲਾਂ ਤੋਂ, ਇਹ ਯਾਰ ਭਾਈਚਾਰੇ ਦਾ ਨਾਲ ਧੱਕਾ ਨਾ ਕੋਈ ਕਰੇ ਬਸ। ਔਰ ਇਹਦੇ 'ਚ ਕੋਈ ਏਜੰਡਾ ਨਹੀਂ, ਕੋਈ ਕਹਾਣੀ ਨਹੀਂ, ਕੋਈ ਤੁਹਾਡੀਆਂ ਵੋਟਾਂ ਨਹੀਂ, ਕੋਈ ਕਿਸੇ ਦੀ ਕੋਈ ਪਾਰਟੀ ਦਾ ਹੋਵੇ, ਕੋਈ ਮੈਨੂੰ ਮਤਲਬ ਨਹੀਂ ਨਾ। ਮੈਂ ਕਿਸੇ ਨੂੰ ਕਹੂੰਗਾ ਵੀ ਮੈਨੂੰ ਭਾਈ ਤੁਹਾਡਾ ਆਹ ਕੀਤਾ, ਮੈਨੂੰ ਆਹ ਕਰੋ, ਨੋ, ਮੇਰੇ ਕੋਲ ਕਿਸੇ ਦਾ ਮੈਂ ਨੰਬਰ ਨਹੀਂ ਰੱਖਦਾ। ਪਰ ਜਿਵੇਂ ਤੁਸੀਂ ਜੰਮੇ ਪਲਿਆ, ਜਿਵੇਂ ਤੁਸੀਂ ਤਕੜੇ ਹੋਏ ਆ ਨਾ, ਉਹਨਾਂ ਦੀਆਂ ਗੱਲਾਂ ਇੱਥੇ ਗਿੱਦੜ ਮਾਰ ਬੰਦੇ ਗੱਲਾਂ ਕਰਦੇ ਨੇ ਮੇਰੇ ਕਾਲਜ ਦੀਆਂ, ਮੇਰੇ ਸਕੂਲਾਂ ਦੀਆਂ, ਇਹਨਾਂ ਨੂੰ ਪਤਾ ਮਲੰਗ ਲਾਣੇ ਦੀ ਨਿੱਤ ਪੱਗ ਜਿਹੜੀ ਇੱਕ ਗਲ 'ਚ ਹੁੰਦੀ ਸੀ ਹਰ ਤੀਜੇ ਦਿਨ, ਇਹਨਾਂ ਨੇ ਕੀ ਗੱਲ ਕਰ ਲੈਣੀ ਆ ਮੇਰੇ ਨਾਲ? ਰੇਡੀਓ ਤੇ ਜਦ ਤੁਸੀਂ ਤੁਹਾਡੇ ਕੋਈ ਖਿਲਾਫ ਬੋਲ ਰਿਹਾ ਹੋਵੇ, ਜੇ ਆ ਕੇ ਜਦ ਬੋਲਣਾ ਕੋਈ ਨਾ, ਵਾਰੀ ਆਪਣੀ ਜਿੱਦਣ ਯਾਰ ਥੱਲੇ ਆ ਗਈ ਕਹਾਣੀ, ਇੱਥੇ ਆ ਜਾਏ ਉੱਥੇ ਆ ਜਾਵੇ, ਬਰਾਬਰ ਹੋ ਜਾਣੀ। ਉਹ ਮੇਰੇ ਕਹਿਣ ਦਾ ਮਤਲਬ ਇਹੀ ਹੈ ਵੀ ਜਿਹੜਾ ਤੁਹਾਡੀ ਅਸੀਂ ਜਿਹੜੇ ਕੋਈ, ਮੈਂ ਨਹੀਂ ਕਹਿੰਦਾ ਮੈਂ ਇਕੱਲਾ, ਬਹੁਤ ਹੋਣਗੇ ਹੋਰ ਜਿਹੜੇ ਦੁਸ਼ਮਣੀਆਂ ਖੱਟਦੇ। ਤੁਸੀਂ ਇੰਟਰਨੈਟ ਰੇਡੀਓ ਦੇਖ ਲਓ, ਟੀਵੀ ਵੇਖ ਲਓ, ਤੁਹਾਡੇ ਸ਼ੋਅ ਜਿਹੜੇ ਟੀਵੀ ਤੇ ਚੱਲਦੇ ਨੇ ਬਹੁਤ ਨੇ, ਟੋਰਾਂਟੋ 'ਚ ਨੇ ਕਈ ਬੰਦੇ, ਉਹ ਕਹਿੰਦੇ ਨੇ ਨਹੀਂ ਯਾਰ ਇਹ ਨਹੀਂ ਗੱਲ, ਅਸੀਂ ਤਾਂ ਸੱਚ ਦੀ ਗੱਲ ਕਰਨੀ ਹੈ, ਇਹ ਧੱਕਾ ਕਿਉਂ ਹੋ ਰਿਹਾ? ਇਨ ਕਮਿਊਨਿਟੀ ਇਨ ਲਾਰਜ ਜਿਹੜਾ ਸਾਨੂੰ ਇਕੱਠੇ ਹੋਣਾ ਚਾਹੀਦਾ, ਕਰਪਸ਼ਨ ਦਾ ਨਾਂ ਨਹੀਂ ਹੋਣਾ ਚਾਹੀਦਾ ਇਹ ਦੇਸ਼ 'ਚ ਯਾਰ। ਸੈਮ ਜੀ, ਲਾਈਨ ਨੰਬਰ 2। ਸਭ ਤੁਹਾਡੀ ਨੀਅਤ ਸਾਫ਼ ਹੈ, ਕੋਈ ਵੀ ਸ਼ੱਕ ਨਹੀਂ ਹੈਗੀ, ਬਹੁਤ ਹੀ ਵਧੀਆ ਪ੍ਰੋਗਰਾਮ ਹੈ। ਪਿਛਲੇ ਦਿਨਾਂ ਤੋਂ ਜੋ ਦੇਖਦੇ ਆਏ ਆ, ਮੈਂ ਉਸ ਪੈਟਰਨ ਤੇ ਗੱਲ ਕਰਦਾ। ਜਦੋਂ ਵੀ ਆਪਾਂ ਇਹ ਗੱਲਾਂ ਕੀਤੀਆਂ ਆ, ਇਹਦਾ ਖਾਮਿਆਜਾ ਮੁੜ ਕੇ ਫਿਰ ਉਹਨਾਂ ਨੂੰ ਭੁਗਤਣਾ ਪੈਂਦਾ, ਜਿਹੜੇ ਵਿਕਟਮ ਹੈ ਵਿਚਾਰੇ। ਪ੍ਰਾਈਸਾਂ ਵੱਧ ਜਾਂਦੀਆਂ, ਕੁਛ ਨਹੀਂ ਹੋ ਰਿਹਾ।
ਜਾਂ ਤਾਂ ਇਹ ਗੱਲ ਸਿਰੇ ਨਹੀਂ ਲੱਗਦੀ, ਇਸ ਲਈ ਵੱਧ ਜਾਂਦੀਆਂ। ਅੱਜ ਤੁਸੀਂ ਦੇਖਿਓ ਅੱਜ ਦੇ ਪ੍ਰੋਗਰਾਮ ਤੋਂ ਬਾਅਦ ਪ੍ਰਾਈਸ ਹੋਰ ਚੱਕ ਦੇਣੀ ਅਗਲਿਆਂ ਨੇ, ਕਿਉਂਕਿ ਜਿੰਨਾ ਆਪਾਂ ਇਹਨਾਂ ਨੂੰ ਪ੍ਰੈਸ਼ਰ ਟਰਾਈ ਕਰਦੇ ਬਾਹਰ ਕੱਢਣ ਦੀ, ਚੋਰ ਮੋਰੀਆਂ ਉਹਨਾਂ ਨੇ ਆਲਰੇਡੀ ਕੱਢੀਆਂ ਹੈ। ਔਰ ਯਕੀਨ ਮੰਨਿਓ ਲੋੜ ਉਹਨਾਂ ਨੂੰ ਵੀ ਆ ਜਿਹੜੇ ਲੱਭਦੇ ਫਿਰਦੇ ਆ। ਮੈਨੂੰ 2-3 ਮੇਰੀ ਫੈਮਿਲੀ ਦੇ ਮੈਂਬਰ ਜਿਹੜੇ ਸੀ ਮੇਰੀ ਗੱਲ ਕਰਾ ਦੇ ਕਿਸੇ ਨਾਲ, ਮੈਨੂੰ ਇੱਥੇ ਪਤਾ ਕਰਾ ਦੇ। ਹਾਲ ਔਖਾ ਹੈ। ਤੁਹਾਡਾ ਜਿਹੜਾ ਪੈਟਰਨ ਹੈ, ਤੁਹਾਡਾ ਜਿਹੜਾ ਇਹ ਮੁੱਦਾ ਹੈ ਬਹੁਤ ਹੀ ਵਧੀਆ ਆ। ਇਹਦੇ ਵਿੱਚ ਫਸ ਰਹੇ ਆ ਲੋਕ ਆਪ। ਆਈ ਡੋਨਟ ਨੋ ਇਹਦਾ ਹੱਲ ਕੀ ਹੋਊਗਾ, ਕਿ ਕਿਸ ਲੈਵਲ ਤੇ ਜਾ ਕੇ ਖਤਮ ਹੋਊਗਾ ਇਹਦਾ ਵਿੱਚ ਮੈਨੂੰ ਕੋਈ ਨਹੀਂ ਪਤਾ, ਪਰ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ। ਧੰਨਵਾਦ ਵੀਰ ਜੀ, ਧੰਨਵਾਦ। ਦੇਖੋ ਬਹੁਤ ਮੁੱਦੇ ਨੇ ਜਿਨ੍ਹਾਂ ਤੇ ਕਈ ਵਾਰ ਹੁਣ ਸੈਮ ਉਹਨਾਂ ਦੀ ਤੇ ਮੇਰੀ ਕਈ ਬਹੁਤ ਮੁੱਦੇ ਨੇ ਜਿਨ੍ਹਾਂ ਤੇ ਸਾਡੀ ਇੱਕ ਰਾਏ ਨਹੀਂ ਹੁੰਦੇ ਆ। ਉੱਥੋਂ ਤੁਸੀਂ ਵੀ ਤੁਹਾਨੂੰ ਵੀ ਯਾਦ ਆ ਉਹ ਕਾਲਰ, ਪਰ ਕੋਈ ਮੁੱਦੇ ਨੇ ਜਿਹਦੇ ਕਿ ਨਹੀਂ ਯਾਰ ਇਹ ਠੀਕ ਹੈ, ਇੱਥੇ ਅਸੀਂ ਨਾਲ ਖੜੇ। ਇਹ ਆ ਤੁਹਾਡੀ ਇੱਕ ਸਾਂਝੀ ਵਾਲਤਾ ਜਿਹੜੀ ਕੁਛ ਚੀਜ਼ਾਂ ਉਹਦੇ ਡਿਫਰੈਂਸ ਆਫ ਓਪੀਨੀਅਨ ਹੋ ਸਕਦਾ ਮੈਂ ਠੀਕ ਨਹੀਂ, ਮੇਰੇ ਨਾਲ ਤੁਹਾਡੇ ਨਾਲ ਮੇਰਾ ਜਿਹੜਾ ਜ਼ਰੂਰੀ ਨਹੀਂ ਹੈ, ਪਰ ਮੇਰੇ ਕੋਲ ਇਹ ਵੀ ਨਹੀਂ ਹੱਕ ਵੀ ਜੇ ਮੇਰੇ ਉਹ ਖਿਲਾਫ ਦੀ ਗੱਲ ਕਰ ਰਹੇ ਮੈਂ ਲਾਈਨ ਕੱਟ ਕੇ ਭਗਾ ਕੇ ਮਾਰਾਂ ਉਹਨਾਂ ਨੂੰ। ਕਦੇ ਨਹੀਂ, ਜਿਹੜਾ ਮਰਜ਼ੀ ਬੋਲੋ, ਜਿਵੇਂ ਮਰਜ਼ੀ ਬੋਲੋ। ਸ਼ਾਹ ਗੁਰਪ੍ਰੀਤ ਸਿੰਘ ਲਾਈਨ ਨੰਬਰ 4। ਹੈਲੋ, ਸਤਿ ਸ਼੍ਰੀ ਅਕਾਲ ਜੀ ਗਿੱਲ ਸਾਹਿਬ। ਸਤਿ ਸ਼੍ਰੀ ਅਕਾਲ ਵੀਰ ਜੀ। ਹਾਂਜੀ ਗਿੱਲ ਸਾਹਿਬ, ਮੇਰੀ ਆਵਾਜ਼ ਪਛਾਣ ਕੇ ਨਾ ਮੈਨੂੰ ਕਈਆਂ ਨੇ ਮੈਨੂੰ ਪਛਾਣ ਲੈਣਾ ਕਿ ਕੌਣ ਬੋਲਦਾ ਏ। ਮੇਰੀ ਬੇਸਮੈਂਟ ਦੇ ਵਿੱਚ ਹਸਬੈਂਡ ਵਾਈਫ ਰਹਿੰਦੇ ਆ, ਸਟੂਡੈਂਟ ਆ ਹਨਾ, ਤੇ ਮੁੰਡਾ ਬਹੁਤ ਅਪਸੈਟ। ਮੈਂ ਜੋ ਸ਼ਾਮ ਨੂੰ ਕੰਮ ਤੋਂ ਗਿਆ ਤੇ ਮੁੰਡਾ ਜਰਾ ਥੋੜਾ ਜਿਹਾ ਤੇ ਖੜਾ, ਮੈਂ ਕਿਹਾ ਵੀ ਕੀ ਗੱਲ ਹੋ ਗਈ, ਮੈਂ ਅਕਸਰ ਨੂੰ ਬੁਲਾਉਂਦਾ ਕਿੱਦਾਂ ਵੀ ਜਵਾਨ ਕਿੱਦਾਂ ਕੀ ਗੱਲ ਹੋ ਗਈ ਹਨਾ, ਤੇ ਉਹ ਨਾ ਕਹਿੰਦਾ ਭਾਜੀ ਕੰਸਲਟੈਂਟ ਪੈਸੇ ਲੈ ਗਿਆ, ਨਾ ਹੁਣ ਫੋਨ ਚੱਕਦਾ ਨਾ ਹੁਣ ਮੈਸੇਜ ਦਿੰਦਾ ਹੈਨਾ, ਤੇ ਕਹਿੰਦਾ ਵੀ ਡਾਲਰ 4000 ਉਹਨੂੰ ਮੈਂ ਫੜਾਇਆ ਹੈ ਤੇ ਮੇਰਾ ਉਹਨੇ ਵਰਕ ਪਰਮਿਟ ਕਰਨਾ ਸੀਗਾ ਤੇ ਆਹ ਗੱਲ ਹੋ ਗਈ ਭਾਜੀ ਵੀ ਆਹ ਚੱਕਰ ਹੈ ਨਾ ਵੀ ਕੰਮ ਮੀਆਂ ਬੀਬੀ ਕੰਮ ਬਹੁਤ ਕਰਦੇ ਆ। ਮੈਂ ਜੀ ਗਿੱਲ ਸਾਹਿਬ ਵੀ ਮੈਂ ਕਿਹਾ ਵੀ ਤੂੰ ਮੈਨੂੰ ਦੇ ਨੰਬਰ, ਮੈਂ ਜੀ ਫੋਨ ਕੀਤਾ ਤੇ ਉਹਨੇ ਚੱਕਿਆ ਨਾ ਤੇ ਥੋੜੇ ਮਿੰਟ ਬਾਅਦ ਮੈਨੂੰ ਬੈਕ ਕਾਲ ਆ ਗਈ। ਮੈਂ ਕਿਹਾ ਵੀ ਬਾਈ ਤੁਹਾਡੇ ਕੋਲ ਬੰਦੇ ਨੇ ਪੈਸੇ ਦਿੱਤੇ ਆ ਕੰਮ ਕਰਾਉਣ ਲਈ, ਜਾਂ ਤਾਂ ਉਹਦਾ ਕੰਮ ਕਰ ਦਿਓ ਤੇ ਜਾਂ ਉਹਦੇ ਪੈਸੇ ਵਾਪਸ ਕਰ ਦਿਓ। ਮੈਨੂੰ ਕਹਿੰਦਾ ਵੀ ਤੂੰ ਕੌਣ, ਮੈਨੂੰ ਕਹਿੰਦਾ ਵੀ ਤੂੰ ਕੌਣ, ਮੈਂ ਕਿਹਾ ਵੀ ਮੈਂ ਕੌਣ ਆ ਤੇ ਮੈਂ ਦੱਸ ਦੂੰਗਾ ਕੌਣ ਆ, ਪਰ ਮੈਂ ਤੇਰੀਆਂ ਪੂਛਾਂ ਲਗਾ ਦੂੰਗਾ, ਜਾਂ ਤਾਂ ਇਹਦਾ ਕੰਮ ਕਰਦੇ ਤੇ ਜਾਂ ਇਹਨਾਂ ਦੇ ਪੈਸੇ ਵਾਪਸ ਕਰਦੇ, ਦੋ ਹੀ ਗੱਲਾਂ। ਸਵਾਦ ਲਿਆ ਕਹਿੰਦਾ ਤੁਸੀਂ ਮੈਨੂੰ ਧਮਕੀ ਦਿੰਦੇ ਆ। ਮੈਂ ਕਿਹਾ ਧਮਕੀ ਵਾਲੀ ਗੱਲ ਕੋਈ ਨਹੀਂ, ਤੁਸੀਂ ਇਹਨਾਂ ਨਿਆਣਿਆਂ ਨੂੰ ਡਰਾਉਂਦੇ ਆ, ਇਹਨਾਂ ਦੇ ਕਰਦੇ ਆ, ਤੇ ਜੋ ਬਾਈ ਤੇਰਾ ਹਿਸਾਬ ਹੈਗਾ ਕਰਦੇ। ਲਓ ਜੀ ਉਹਨੇ ਕਹਿੰਦਾ ਮੈਨੂੰ ਕਹਿੰਦਾ ਆਪਾਂ ਮਿਲ ਲੈਂਦੇ ਆ। ਮੈਂ ਕਿਹਾ ਮੈਨੂੰ ਮਿਲਣ ਦੀ ਲੋੜ ਨਹੀਂ ਹੈਗੀ, ਤੂੰ ਇਹਨਾਂ ਨੂੰ ਮਿਲ ਦੇ, ਇਹਨਾਂ ਦੇ ਪੈਸੇ ਵਾਪਸ ਕਰ ਦੇ। ਲਓ ਜੀ ਉਹਨੇ $300-400 ਕੱਟ ਕੇ ਤਾਂ ਬਾਕੀ ਪੈਸੇ ਵਾਪਸ, ਕਿਉਂਕਿ ਇਹ ਜਿਹੜੇ ਕੰਸਲਟੈਂਟ ਆ ਨਾ ਇਹਨਾਂ ਨੂੰ ਪਤਾ ਹੈ ਕਿ ਇੱਧਰ ਨੇ ਇਹ ਨਿਆਣੇ ਵਿਚਾਰੇ ਜਾਂ ਕੋਈ ਬੋਲਦੇ ਨਹੀਂ। ਜਦੋਂ ਹੁਣ ਦੂਜੀ ਗੱਲ ਆ, ਜਦੋਂ ਕੰਸਲਟੈਂਟ ਕੋਲ ਜਾਂਦੇ ਆ ਇਹ ਇਕੱਲੇ ਜਾਂਦੇ ਆ ਵਿਚਾਰੇ, ਕਿਉਂਕਿ ਇਹਨਾਂ ਦਾ ਕੋਈ ਰਿਸ਼ਤੇਦਾਰ ਨਹੀਂ ਗਾ ਜਾਂ ਕਿੱਦਾਂ, ਉਹਨਾਂ ਨੂੰ ਭਾਵ ਪਤਾ ਲੱਗ ਜਾਂਦਾ ਵੀ ਇਕੱਲੇ ਹੀ ਆਏ। ਜੇ ਤੁਹਾਡੇ ਨਾਲ ਕੋਈ, ਜੇ ਮੈਂ ਇਹ ਗੱਲ ਆਪਣੀ ਕਮਿਊਨਿਟੀ ਨੂੰ ਕਹਿਣਾ ਕਿ ਜੇ ਜਾ ਸਕਦੇ ਆ ਨਾ ਇੱਕ ਅੱਧਾ ਬੰਦਾ ਜ਼ਰੂਰ ਨਾਲ ਜਾਓ, ਤਾਂ ਕਿ ਉਹਨੂੰ ਪਤਾ ਹੋਵੇ ਕਿ ਇਹਨਾਂ ਦੇ ਮਗਰ ਕੋਈ ਖੜਨ ਵਾਲਾ ਹੈਗਾ। ਨਹੀਂ ਤਾਂ ਇਹ ਮਤਲਬ ਕਿ ਚੋਗੇ ਜਿਹੇ ਪਾਉਂਦੇ ਆ। ਫਿਰ ਜੀ ਇੱਕ ਸਾਡੇ ਜਾਣਕਾਰਾਂ ਜੋ ਹੋਰ ਕੁੜੀ ਸਟੂਡੈਂਟ ਉਹਨੇ ਕੰਮ ਕੀਤਾ, ਗਿੱਲ ਸਾਹਿਬ ਪਾਇਲ ਬੀਨ ਸੈਂਟਰ 'ਚ ਛੋਟੇ ਕਮਰਿਆਂ ਦੇ ਵਿੱਚ ਕੰਪਨੀਆਂ ਖੋਲ ਕੇ ਕੱਲਾ ਬੰਦਾ ਇੱਕ ਇਮੀਗ੍ਰੇਸ਼ਨ ਕੰਸਲਟੈਂਸੀ ਚਲਾ ਰਿਹਾ। ਉਹਦੇ ਕੋਲ ਮੈਨੂੰ ਲੱਗਦਾ ਨਹੀਂ ਵੀ 2-3 ਕੁਰਸੀਆਂ ਹੋਰ ਰੱਖਣ ਦਾ ਕੋਈ ਜੁਗਾੜ ਹੋਊਗਾ, ਤੇ ਉਹ ਕੀ ਕਰਦੇ ਆ ਕੰਮ ਕਰਾਉਂਦੇ ਆ, ਜਿੱਦਾਂ ਕੋਈ ਰਿਸੈਪਸ਼ਨਿਸਟ ਕੁੜੀ ਰੱਖ ਲਈ ਜਾਂ ਕਿੱਦਾਂ, ਮੁੜ ਕੇ ਉਹਨੂੰ ਕਹਿਣਗੇ ਨਹੀਂ ਤੂੰ ਆਹ ਨਹੀਂ ਕਰਦੀ, ਤੂੰ ਚੱਲ ਜਾ ਛੱਡ ਦੇ ਕੰਮ ਨੂੰ, ਛੱਡਦਾ ਕੰਮ ਨੂੰ ਅਸੀਂ ਜਾਣ ਲੱਗੀ ਤੇ ਸਾਈਨ ਕਰਕੇ ਜਾ ਕਿ ਜੇ ਕੱਲ ਨੂੰ ਕੋਈ ਸਾਡੀ ਇਨਫੋਰਮੇਸ਼ਨ ਲੀਕ ਆਊਟ ਹੋਈ ਤੇ ਅਸੀਂ ਤੈਨੂੰ ਸੂਹ ਕਰਾਂਗੇ। ਉਹਦਾ ਫੋਨ ਮੈਨੂੰ ਆਇਆ, ਮੈਨੂੰ ਕਹਿੰਦੀ ਭਾਜੀ ਵੀ ਆਹ ਗੱਲ ਏਦਾਂ ਆ ਵੀ ਏਦਾਂ ਹੋ ਸਕਦੀ। ਮੈਂ ਕਿਹਾ ਵੀ ਸਾਈਨ ਨਹੀਂ ਕਰਨੇ ਹੈਗੇ, ਠੀਕ ਹੈ ਨਾ, ਕੱਲ ਨੂੰ ਮੈਂ ਕਿਹਾ ਵੀ ਕੱਲ ਨੂੰ ਕਿਸੇ ਉਦਾਂ ਉਹਦੀ ਇਨਫੋਰਮੇਸ਼ਨ ਤੇਰੇ ਤੇ ਬਲੇਮ ਲੱਗੂਗਾ, ਠੀਕ ਹੈ ਨਾ। ਮੈਂ ਜੀ ਫਿਰ ਫੋਨ ਲਾ ਰਿਹਾ ਉਹਨੂੰ, ਮੈਂ ਕਿਹਾ ਭਾਈ ਤੂੰ ਕਿਹੜਾ ਕੰਮ ਕਰਦਾ, ਕਹਿੰਦਾ ਨਹੀਂ ਜੀ ਤੁਹਾਨੂੰ ਪਤਾ ਨਹੀਂ ਇੰਪਲੋਇਮੈਂਟ ਸਟੈਂਡਰਡ ਦੇ ਮੁਤਾਬਕ ਆਹ ਹੁੰਦਾ। ਉਹ ਮੈਂ ਕਿਹਾ ਮੇਰੇ ਕੋਲੋਂ ਵੀ 8-9 ਬੰਦੇ ਕੰਮ ਕਰਦੇ ਆ, ਮੈਨੂੰ ਵੀ ਪਤਾ, ਮੈਨੂੰ ਨਾ ਦੱਸ ਇੰਪਲੋਇਮੈਂਟ ਸਟੈਂਡਰਡ ਕੀ ਆ। ਇਹ ਚੁੱਪ ਹੋ ਗਿਆ ਜੀ। ਮੇਰੇ ਬਾਅਦ ਚੋਂ ਕੁੜੀ ਨੂੰ ਮੈਂ ਕਿਹਾ ਪੈਸੇ ਦੇ ਇਹਨੇ ਕੰਮ ਕੀਤਾ ਤੇਰੇ ਲਈ, ਕਹਿੰਦਾ ਮੈਂ ਦੇ ਦੂੰਗਾ
ਇਹਦੇ ਪੇ ਕਰਨੀ ਪੈਂਦੀ ਆ, ਪੇ ਦੇਣੀ ਪੈਂਦੀ ਆ। ਤੂੰ ਮੈਂ ਕਿਹਾ ਜੇ ਦੇ ਦੂੰਗਾ ਠੀਕ ਆ, ਨਹੀਂ ਦੇਊਂਗਾ ਤੇ ਮੈਂ ਕਿਹਾ ਅਸੀਂ ਵਿੱਚ ਕੋਈ ਗੱਲ ਨਹੀਂ ਕਹਾਂ ਦੱਸਾਂਗੇ ਤੈਨੂੰ ਵੀ ਇੰਪਲੋਇਮੈਂਟ ਸਟੈਂਡਰਡ ਕੀ ਹੁੰਦਾ। ਲਓ ਜੀ ਉਹ ਬੰਦਾ ਬਾਅਦ ਚ ਫਿਰ ਉਹ ਕੁੜੀ ਨੂੰ ਮੈਸੇਜ ਕਰਨ ਲੱਗ ਪਿਆ ਕਿ ਮੈਨੂੰ ਆ ਬੰਦਾ ਥ੍ਰੈਟ ਕਰਦਾ, ਮੈਂ ਤੈਨੂੰ ਸੂ ਕਰੂੰਗਾ, ਆਹ ਕਰੂੰਗਾ। ਉਹ ਵਿਚਾਰੇ ਦਾ ਮੈਨੂੰ ਫੋਨ ਆ ਗਿਆ, ਮੈਨੂੰ ਕਹਿੰਦੀ ਭਾਜੀ ਆ ਦੇਖੋ ਹੁਣ ਮੈਨੂੰ ਆ ਮੈਸੇਜ ਭੇਜੀ ਜਾਂਦਾ। ਮੈਂ ਕਿਹਾ ਉਹਨੂੰ ਕਹਿੰਦੇ ਮੈਨੂੰ ਕਹਿੰਦੇ ਭੇਜਦਾ, RCMP ਨੂੰ ਭੇਜ। ਮੈਂ ਕਿਹਾ RCMP ਆਪੇ ਹੀ ਵਿੱਚ ਕਾਰਵਾਈ ਕਰ ਲੂ। ਕਹਿਣ ਦਾ ਮਤਲਬ ਦੇਸ਼ ਪੇ ਦੇਤੀ ਉਹਨੇ। ਕਹਿਣ ਦਾ ਮਤਲਬ ਮੈਂ ਤਾਂ ਅਜੇ ਇੱਕ ਦੋ ਨੂੰ ਜਾਣਦਾ, ਪਤਾ ਨਹੀਂ ਕਮਿਊਨਿਟੀ 'ਚ ਕਿੰਨੇ ਕੁ ਬੱਚੇ ਆ ਜਾਂ ਕਿੰਨੇ ਕੁ ਨਿਆਣੇ ਜਿਨ੍ਹਾਂ ਦੇ ਨਾਲ ਇਹ ਧੱਕਾ ਹੋ ਰਿਹਾ ਔਰ ਇਹ ਬੰਦੇ ਗੁਰਸ਼ੇ ਕਰਦੇ ਆ ਏਦਾਂ। ਹੁਣ ਮੇਰਾ ਨੰਬਰ ਚਲਾ ਗਿਆ ਤਾਂ ਮੈਂ ਗੱਲ ਕੀਤੀ, ਉਹਨਾਂ ਨੇ ਕਿਹਾ ਮੈਨੂੰ ਜਵਾਬ ਵੀ ਜਾਊਗਾ ਕਾਲ ਰਾਈਟ। ਮੈਂ ਕਿਹਾ ਗਲਤ ਗਿਆ। ਮੈਂ ਤਾਂ ਕਿਹਾ ਵੀ ਹਾਂ ਭਾਈ ਦੱਸ ਤੂੰ ਪ੍ਰੂਵ ਕਰ, ਮੈਂ ਤੈਨੂੰ ਕੀ ਕਹਿ ਦਿੰਦਾ, ਇਹਨਾਂ ਨੂੰ ਪੈਸੇ ਦੇ, ਇਹਨਾਂ ਨੂੰ ਜਿਹੜਾ ਉਹ ਕੰਮ ਕਰਾਇਆ। ਸੋ ਗਿੱਲ ਸਾਹਿਬ ਇਹ ਗੱਲਾਂ ਇੱਦਾਂ ਇੱਥੇ ਹੋ ਰਹੀਆਂ ਬਹੁਤ ਜ਼ਿਆਦਾ। ਬਹੁਤ ਤੰਗੀ ਦੀ ਗੱਲ ਆ ਬਾਈ ਜੀ। ਜਿਹੜਾ ਵਿਕਟਮ ਆ ਉਹ ਰਹਿ ਜਾਂਦਾ ਹੈ, ਪਰ ਉਹ ਮੈਨੂੰ ਇਹ ਆ ਵੀ ਕਮਿਊਨਿਟੀ ਕੇ ਕੰਮ ਕਰੇ ਇਸ ਤੇ, ਕਿਉਂ ਨਹੀਂ ਕਰ। ਹੁਣ ਤੁਸੀਂ ਤਾਂ ਉਹਨਾਂ ਦੀ ਸਾਰ ਲੈ ਲਈ। ਇੱਥੇ ਜਵਾਕ ਜਿਹੜੇ ਨੇ ਉਹ ਖੁਦਕੁਸ਼ੀ ਦੇ ਰਾਹ ਪਏ ਹੋਏ ਨੇ, ਕੋਈ ਡਰੱਗਸ ਤੇ ਲੱਗ ਗਿਆ, ਕੋਈ ਐਕਸਪਲੋਇਟੇਸ਼ਨ ਕਿਤੇ ਹੋ ਰਹੀ ਹੈ। ਕਮਿਊਨਿਟੀ ਦੇ ਮਸਲੇ ਜਦ ਤੁਸੀਂ ਸ਼ੁਰੂ ਕਰਦੇ ਹੋ ਔਖਾ ਲੱਗਦਾ। ਆ ਹੁਣ ਗੱਲ ਨਿਬੜ ਗਈ ਜਿਹੜੀ ਹੋ ਗਈ RCA ਜਿਹੜੀਆਂ ਆਪਣੀਆਂ ਰੈਜ਼ੀਡੈਂਟ ਕੇਅਰ ਅਟੈਂਡੈਂਟਸ ਕੁੜੀਆਂ ਸੀ, ਹੈਲਥ ਵਰਕਰ, ਤੋਰੀ ਸੀ ਨਾ ਗੱਲ ਉਹਨਾਂ ਦੀ, ਆਪਾਂ ਤੋਰੀ ਸੀ ਤੇ 90% ਮੁਸ਼ਕਲਾਂ ਹੱਲ ਹੋ ਗਈਆਂ। 90% ਸਾਰਿਆਂ ਦੇ ਘਰਾਂ ਦੇ ਵਿੱਚ ਉਹ ਭੈਣਾਂ ਕੰਮ ਕਰਦੀਆਂ ਨੇ, ਕਿਸੇ ਦੀ ਮਿਸਿਸ ਹੈ, ਕਿਸੇ ਦੀ ਭੈਣ ਆ, ਤੇ ਉਹ ਫੋਨ ਕਰਕੇ ਦੱਸਦੀਆਂ ਵੀ ਸਾਡਾ ਇੰਨਾ ਆਰਾਮ ਹੋ ਗਿਆ ਸਾਨੂੰ। ਕਾਰਨ ਕੀ? ਫਰੇਜ਼ਰ ਹੈਲਥ ਦੀ CEO ਤੱਕ ਇਹ ਗੱਲ ਦਾ ਨਹੀਂ ਸੀ ਪਤਾ। ਜਦ ਆਪਾਂ ਗੱਲ ਕੀਤੀ ਇੱਥੋਂ ਉਹਨਾਂ ਦਾ ਪਤਾ ਲੱਗਿਆ ਤੇ ਉਹਨਾਂ ਨੇ ਜਦ ਤੁਹਾਨੂੰ ਕਿਹਾ, ਫਰੇਜ਼ਰ ਹੈਲਥ ਦੇ CEO ਨੇ ਗੱਲ ਕੀਤੀ, ਉਹ ਕਹਿੰਦੀ ਇਹ ਤਾਂ ਕਹਾਣੀ ਉਹ ਕੋਈ ਦਿਨਾਂ 'ਚ ਮੈਂ ਠੀਕ ਕਰ ਦਿੰਦੀ ਔਰ ਹੋ ਗਈਆਂ। ਸਰ ਜਸਵੀਰ ਸਿੰਘ ਲਾਈਨ ਨੰਬਰ 2। ਧੰਨਵਾਦ ਸਰਦਾਰ ਜੀ। ਪਹਿਲਾਂ ਤਾਂ ਮੈਂ ਇਹ ਇੱਕ ਸ਼ੁਭ ਘੜੀ ਕਹਿ ਲਓ ਜਾਂ ਉਹ ਦਿਨ ਨੇ ਕਿ ਜਦੋਂ ਕਮਿਊਨਿਟੀ ਦੇ ਵਿੱਚ ਇੰਨੀ ਗਿਰਾਵਟ ਦਾ ਕੰਮ ਹੋ ਰਿਹਾ ਹੋਵੇ ਤੇ ਕੋਈ ਉਹਦੇ ਖਾਤਰ ਦਰਦ ਰੱਖ ਕੇ ਬੋਲਦਾ, ਉਹਦੇ ਲਈ ਤੁਹਾਨੂੰ ਮੈਂ ਮੁਬਾਰਕਬਾਦ ਦਿੰਦਾ। ਪਹਿਲੀ ਗੱਲ ਤਾਂ ਇਹ ਆ, ਇਹ ਬੇਸਿਕਲੀ ਹੁਣ ਦਾ ਨਹੀਂ ਹੋ ਰਿਹਾ। 90 ਦੇ ਵਿੱਚ ਜੇ ਤੁਹਾਨੂੰ ਤੁਸੀਂ ਜੇ ਪੜ੍ਹੋ ਜਾਂ ਕਿਤੇ ਸੁਣੋ, 90 ਦੇ ਵਿੱਚ ਨਵ ਸਕੋਸ਼ੀਆ 'ਚ ਜਹਾਜ਼ ਆਇਆ ਸੀਗਾ, ਉਹਦੇ 'ਚ ਆਪਣੇ ਬਹੁਤ ਭਾਈਚਾਰੇ ਦੇ ਬੰਦੇ ਆਏ ਸੀ। ਉਹਨਾਂ ਦਾ ਕੇਸ ਮੈਂਡਲ ਗ੍ਰੀਨ ਵਕੀਲ ਹੁੰਦੇ ਸਨ, ਉਹਨਾਂ ਦੇ ਥਰੂ ਲੜਿਆ ਜਾ ਰਿਹਾ ਸੀ ਤੇ ਉਹਨਾਂ ਨੇ ਕਿਹਾ ਕਿ ਸਾਨੂੰ ਕਮਿਊਨਿਟੀ ਦੇ ਕੋਲੋਂ ਚਿੱਠੀਆਂ ਲਿਆ ਕੇ ਦਿਓ ਵੀ ਇਹ ਵਾਕਈ ਸਫਰਰ ਲੋਕ ਨੇ। ਤੇ ਉਦੋਂ ਦੇ WHO ਦੇ ਪ੍ਰਧਾਨ ਨੇ ਆਪਣੀ ਕਮਿਊਨਿਟੀ ਦੇ ਹੱਕ ਵਿੱਚ ਚਿੱਠੀ ਦੇਣ ਤੋਂ ਮਨਾ ਕਰਤਾ। ਉਹਦਾ ਮੈਂ ਚਸ਼ਮਦੀਦ ਗਵਾਹ, ਕਿਉਂਕਿ ਮੈਂ ਚਿੱਠੀ ਲੈਣ ਗਿਆ ਸੀ। ਉਹ ਮੈਂ ਇਹ ਇੰਸੀਡੈਂਟ ਤਾਂ ਸਾਹਮਣੇ ਲਿਆਉਣਾ ਚਾਹੁੰਦਾ ਕਮਿਊਨਿਟੀ ਦੇ ਕਿ ਜਿੰਨੀਆਂ ਵੀ ਜਥੇਬੰਦੀਆਂ ਦੇ ਲੋਕ ਨੇ ਜਾਂ ਜਿੰਨੇ ਵੀ ਇਹ ਖੁਦਗਰਜ਼ ਕਿਸਮ ਦੇ ਲੋਕ ਨੇ, ਉਹ ਅਪਰਚੂਨਿਟੀ ਨੂੰ ਆਪਣੇ ਆਪ ਨੂੰ ਅਵੇਲ ਕਰਕੇ ਕੁਰਸੀਆਂ ਤੇ ਬਹਿੰਦੇ ਨੇ। ਉਹਨਾਂ ਦੇ ਵਿੱਚੋਂ ਆ ਜਿਹੜੇ ਆਪਣਾ MP ਨੇ ਅਸਤੀਫਾ ਦਿੱਤਾ ਤੇ ਇਹਦਾ ਫਾਦਰ ਉਦੋਂ MP ਦੇ ਆਪਣੀ WHO ਦਾ ਪ੍ਰਧਾਨ ਦਾ ਨੇੜਲਾ ਬੰਦਾ ਸੀ। ਇਹ ਚੱਲਦਾ ਰਹਿਣਾ। ਇਹਦੇ ਦੋ ਕਾਰਨ ਨੇ। ਇੱਕ ਕਾਰਨ ਤਾਂ ਇਹ ਹੈ ਕਿ ਸਾਡੀ ਮਾਨਸਿਕ ਗੁਲਾਮੀ ਬਹੁਤ ਵੱਡੇ ਤੱਕ ਸਾਡੇ ਤੇ ਵੜ ਚੁੱਕੀ ਹੈ। ਦੂਸਰੀ ਗੱਲ, ਅਸੀਂ ਉਦੋਂ ਉੱਠਦੇ ਹਾਂ ਜਦੋਂ ਸਾਡੇ ਆਪਣੇ ਨਿੱਜੀ ਕਾਲਜੇ ਨੂੰ ਹੱਥ ਪੈਂਦਾ ਤੇ ਇਹਦਾ ਇੱਕੋ ਮੈਂ ਮਹਿਸੂਸ ਕਰਦਾ ਜਦੋਂ ਦਾ ਮੈਂ ਇੱਥੇ ਹਾਂ ਵੀ ਇਹਦੇ ਲਈ ਜਿਹੜੇ ਸੁਹਿਰਦ ਲੋਕ ਨੇ, ਹੁਣ ਤਾਂ ਮੀਡੀਆ ਵੀ ਬਹੁਤ ਤਕੜਾ ਹੋ ਰਿਹਾ, ਜਿਹੜੇ ਸੁਹਿਰਦ ਲੋਕ ਨੇ ਉਹਨਾਂ ਨੂੰ ਬਾਹਰਲੀ ਤੌਰ ਦੇ ਉੱਤੇ ਏਦਾਂ ਦੀ ਇੱਕ ਸਪੋਰਟ ਜਥੇਬੰਦੀ ਕ੍ਰੀਏਟ ਕਰਨ ਦੀ ਲੋੜ ਹੈ। ਤੇ ਬਾਕੀ ਹੱਲ ਦਾ ਜਿਹੜਾ ਵੱਡਾ ਪਹਿਲੂ ਆ ਉਹ ਇਹ ਆ ਕਿ ਜਿਹੜੇ ਬੱਚਿਆਂ ਦੇ ਨਾਲ ਏਦਾਂ ਦੀਆਂ ਗੱਲਾਂ ਹੋ ਰਹੀਆਂ ਨੇ, ਉਹਨਾਂ ਨੂੰ ਡਰ ਹੈ ਕਿ ਅਸੀਂ ਜੇ ਮੂਹਰੇ ਆਏ ਸਾਡਾ ਨੁਕਸਾਨ ਨਾ ਹੋ ਜਾਵੇ। ਪਰ ਬੇਸਿਕਲੀ ਗੱਲ ਆ ਵੀ ਨੁਕਸਾਨ ਤਾਂ ਵੈਸੇ ਵੀ ਕੀਤਾ ਜਾ ਰਿਹਾ, ਪੈਸਾ ਵੀ ਲੁੱਟਿਆ ਜਾ ਰਿਹਾ ਤੇ ਉਹਨਾਂ ਨੂੰ ਇਮੋਸ਼ਨਲੀ ਬਲੈਕਮੇਲ ਵੀ ਕੀਤਾ ਜਾ ਰਿਹਾ। ਉਹਨਾਂ ਨੂੰ ਸਾਫ਼ ਕਰਕੇ ਮੂਹਰੇ ਆਉਣਾ ਚਾਹੀਦਾ। ਪਰ ਮੂਹਰੇ ਆ ਕੇ ਅਫੀਸ਼ੀਅਲ ਤੌਰ ਦੇ ਉੱਤੇ ਇਹਨਾਂ ਦੇ ਖਿਲਾਫ ਆਪਣੇ ਜਿਹੜੇ ਸਬੂਤ ਨੇ ਉਹ ਦੇਣੇ ਚਾਹੀਦੇ ਨੇ। ਉਸ ਤੋਂ ਬਾਅਦ ਫਿਰ ਕਾਨੂੰਨ ਕਾਰਵਾਈ ਜ਼ਰੂਰ ਕਰਦਾ। ਉਹ ਮੇਰਾ ਕਹਿੰਦੇ ਕੁਝ ਕੁ ਪਹਿਲੂ ਨੇ, ਸਾਨੂੰ ਇਹਨਾਂ ਨੂੰ ਸੁਹਿਰਦਤਾ ਨਾਲ ਦੇਖਣ ਦੀ ਲੋੜ ਹੈ। ਧੰਨਵਾਦ ਸਰਦਾਰ ਜੀ। ਧੰਨਵਾਦ ਜੀ, ਬਹੁਤ ਬਹੁਤ। ਰਾਣੀ ਜਸਵਿੰਦਰ ਕੌਰ ਜੀ ਲਾਈਨ ਨੰਬਰ 3। ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਵੀਰ ਜੀ, ਥੈਂਕਸ ਵੈਰੀ ਮਚ। ਤੁਸੀਂ ਟਾਈਮ ਦਿੱਤਾ। ਦੂਸਰੀ ਗੱਲ, ਤੁਸੀਂ ਆਵਾਜ਼ ਉਠਾਈ ਆ।
ਵੀਰ ਜੀ ਇਹ ਇਕੱਲੇ ਆਪਣੇ ਨਹੀਂ, ਧਿਆਨ ਨਾਲ ਗੱਲ ਸੁਣਿਓ ਜਿਹੜੀ ਮੈਂ ਤੁਹਾਨੂੰ ਦੱਸਣ ਲੱਗੀ ਆ। ਵੀਰ ਜੀ ਇਹ ਸੱਚੀ ਗੱਲ ਹੈ, ਇੱਥੇ ਇਕੱਲੇ ਆਪਣੇ ਨਹੀਂ ਸਟੂਡੈਂਟਾਂ ਦਾ ਜਾਂ ਕਿਸੇ ਦਾ ਸ਼ੋਸ਼ਣ ਕਰਦੇ। ਵੀਰ ਮੇਰੇ ਸਟੂਡੈਂਟ ਹੀ ਸਟੂਡੈਂਟਾਂ ਦਾ ਸ਼ੋਸ਼ਣ ਕਰ ਰਹੇ ਆ। ਉਹ ਕਿਵੇਂ? ਨੰਬਰ 1 ਇੱਥੇ ਇੱਕ ਗਰੁੱਪ ਹੈ ਉਹ ਜਿਹਨੇ ਗਾਂ ਤੋਂ ਕਲੀਨ ਅਪ ਦੇ ਠੇਕੇ ਲਏ ਹੁੰਦੇ ਆ, ਉਹਨਾਂ ਤੋਂ ਗਾਹਾਂ ਠੇਕੇ ਲੈ ਲੈਂਦੇ ਆ। ਤੀਜੇ ਥਾਂ ਤੇ ਜਾ ਕੇ ਤੁਸੀਂ ਮੰਨੋਗੇ ਇੱਥੇ ਕੁੜੀਆਂ ਸਟੂਡੈਂਟਸ 1.5 ਸਾਲ ਹੋਇਆ ਆਈਆਂ ਨੂੰ, ਉਹ ਗਾਹਾਂ ਤੋਂ $20 ਘੰਟੇ ਦੇ ਕੈਸ਼ ਮੁੰਡਿਆਂ ਵਾਸਤੇ ਲੈਂਦੀਆਂ। ਠੀਕ ਆ, ਉਹਨਾਂ ਨੂੰ ਦਿੰਦੀਆਂ $12। ਅੱਛਾ, ਐਂਡ ਦੇ ਉਹ ਕੁੜੀਆਂ ਵੀਰ ਜੀ ਘਰੇ ਬੈਠੀਆਂ 20-25 ਹਜ਼ਾਰ ਬਣਾ ਰਹੀਆਂ ਸਟੂਡੈਂਟਸ। ਤੁਸੀਂ ਕਹਿੰਦੇ ਹੋ ਲੋਕੀ ਕਰਦੇ ਆ, ਵੀਰ ਜੀ ਸਟੂਡੈਂਟਸ ਹੀ ਸਟੂਡੈਂਟਾਂ ਦਾ ਸ਼ੋਸ਼ਣ ਕਰ ਰਹੇ ਆ। 100% ਰਾਈਟ। ਜਦੋਂ ਤੁਸੀਂ ਕਦੇ ਮੈਨੂੰ ਟਾਈਮ ਮਿਲੇ ਮੈਨੂੰ ਬੇਸ਼ੱਕ ਆਫ ਦਾ 에ਅਰ ਫੋਨ ਕਰਿਓ, ਮੈਂ ਤੁਹਾਨੂੰ ਸੱਚੀ ਗੱਲ ਦੱਸੂਗੀ। ਮੈਂ ਬਹੁਤ ਮੈਨੂੰ ਪਿਸਟ ਆਫ ਹੁੰਦੀ ਹੈ, ਸਾਲ ਹੋ ਗਿਆ ਕੁਛ ਹੁੰਦੇ ਨੂੰ। ਉਹ ਕੁੜੀ ਬੇਇੱਜ਼ਤੀ ਕਰਦੀ ਆ ਜਿਹੜਾ 20-25 ਹਜ਼ਾਰ ਬਣ ਗਿਆ। ਓਕੇ, ਉਹ ਕੈਸ਼ ਦੇ ਕੇ ਪਿੱਛੇ ਇੰਡੀਆ ਨੂੰ ਭੇਜ ਦਿੰਦੀ ਆ। ਪਹੁੰਚ ਗਿਆ ਇੰਡੀਆ, $20,000 ਮਹੀਨੇ ਦਾ, ਉਹਦੀ ਬੈਂਕ 'ਚ ਕੁਛ ਹੈ ਨਹੀਂਗਾ, ਬੈਂਕ ਦੇ ਵਿੱਚ ਕੁਛ ਹੈ ਨਹੀਂਗਾ ਕੁੜੀ ਦਾ। ਓਕੇ, ਦੈਨ ਉਹ ਇੰਡੀਆ ਤੋਂ ਪੋਸਟਾ ਦਾ ਫੀਸ ਮਾਪੇ ਭੇਜ ਦਿੰਦੇ ਆ। ਕੁਛ ਉਹ ਗਾਹਾਂ ਉਹਨਾਂ ਪੈਸਿਆਂ ਨੂੰ ਵਿਆਜੂ ਦਿੰਦੇ ਆ। ਇਹ ਵੀਰ ਜੀ ਜਦੋਂ ਵੀ ਤੁਸੀਂ ਕਹੋ ਮੈਂ ਤੁਹਾਨੂੰ ਮੈਂ ਸਮਝ ਗਿਆ ਤੁਹਾਡੀ ਗੱਲ, ਸਮਝ ਗਿਆ ਜੀ, ਮੈਂ ਗੱਲ ਸਮਝ ਗਿਆ। ਮੈਂ ਇੱਕੋ ਗੱਲ ਤੁਹਾਨੂੰ ਹੋਰ ਦੱਸਦੀ ਹਾਂ, 2 ਸਾਲ ਪਹਿਲਾਂ ਸਮਝ ਗਿਆ ਜੀ ਮੈਂ ਗੱਲ। ਕਈ ਵਾਰ ਕੋਈ ਨਿੱਜੀ ਕਹਾਣੀ ਆਪਣੀ ਹੁੰਦੀ ਹੈ, ਮੈਂ ਉਹ ਨਹੀਂ ਕਹਿੰਦਾ। ਸਟੂਡੈਂਟ ਵੀ ਸਟੂਡੈਂਟ ਦਾ ਐਕਸਪਲੋਇਟੇਸ਼ਨ ਕਰ ਸਕਦੇ ਨੇ, ਪਰ ਜਿਹੜੀ ਪਹਿਲਾਂ ਬਰਬਾਦੀ ਉਹਨਾਂ ਦੀ ਹੁੰਦੀ ਆ ਉਹਨਾਂ ਦੀ ਮੈਂ ਗੱਲ ਕਰਦਾ। ਜਿਹੜੀ ਅੱਜ ਮੈਂ ਗੱਲ ਕੀਤੀ ਆ ਕਿ ਉਹ ਬੈਠੇ ਨੇ ਉੱਥੇ 30-25 ਲੱਖ ਦੇ ਕੇ ਤੇ ਪ੍ਰਾਈਵੇਟ ਸਕੂਲਾਂ ਨੇ ਫੀਸਾਂ ਵੀ ਰੱਖ ਲੀਆਂ, ਵੀਜ਼ੇ ਵੀ ਨਹੀਂ ਮਿਲੇ ਉਹਨਾਂ ਨੂੰ। ਵਪਾਰਕ ਸਮੇਸ਼ ਲਰਮਾ, ਹਰਪ੍ਰੀਤ ਸਿੰਘ ਜੀ, ਹਰਵੀਰ ਸਿੰਘ ਜੀ ਡੀਕਿਓ ਸਾਹ, ਹਰਵੀਰ ਸਿੰਘ ਜੀ ਲਾਈਨ ਨੰਬਰ 5। ਬਾਈ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਗਿੱਲ ਸਾਹਿਬ। ਮੈਂ ਟੌਪਿਕ ਹੋਰ ਤੋਂ ਥੋੜਾ ਜਿਹਾ ਸ਼ੁਰੂ ਕਰੂੰ, ਤੁਹਾਡੇ ਜਿਹੜਾ ਟਾਰਗੇਟ ਆ ਉੱਥੇ ਨੂੰ ਲੈ ਕੇ ਜਾਊਂ। ਮੈਨੂੰ 2 ਮਿੰਟ 3 ਮਿੰਟ ਦਿਓ। ਲਿਓ ਜੀ ਲਾਲ। ਤੁਹਾਨੂੰ ਯਾਦ ਹੋਣਾ ਜਦੋਂ ਤੁਸੀਂ ਪੜ੍ਹੇ ਹੋ ਨਾ ਉੱਥੇ ਲੁਧਿਆਣੇ ਦੇ ਵਿੱਚ, ਉੱਥੇ ਲੱਕੜ ਦੇ ਪੁਲ ਦੇ ਸਾਹਮਣੇ ਇੱਕ ਬਿਲਡਿੰਗ ਹੁੰਦੀ ਸੀ ਉੱਤਰ ਕੇ, ਉੱਥੇ ਸਟਾਕ ਐਕਸਚੇਂਜ ਹੁੰਦੀ ਸੀ। ਬਿਲਕੁਲ। ਉਹਦੇ ਵਿੱਚ 10-10 ਫੁੱਟ ਦੀ ਜਗ੍ਹਾ ਦੇ ਨਾ ਜਦੋਂ ਉੱਪਰ ਚੜ੍ਹ ਕੇ ਦੇਖਦੇ ਸੀ 2-2 3-3 ਡੈਸਕ ਲੱਗੇ ਹੁੰਦੇ ਸੀ, ਕਾਮਾ ਰੌਲੀ ਪੈਂਦੀ ਹੁੰਦੀ ਸੀ, ਸਟਾਕ ਬ੍ਰੋਕਰ ਬੈਠੇ ਹੁੰਦੇ ਸੀ ਅੰਦਰ ਜੀ। ਉਹਨੂੰ ਸਟਾਕ ਐਕਸਚੇਂਜ ਕਹਿੰਦੇ ਹੁੰਦੇ ਸੀ। ਮੈਨੂੰ 1-2 ਵਾਰੀ ਤਜਰਬਾ ਹੋਇਆ ਇੱਥੇ ਇਮੀਗ੍ਰੇਸ਼ਨ ਦੀਆਂ 2 ਬਿਲਡਿੰਗਾਂ, ਉਦੋਂ ਦਾ ਮੈਂ ਇਹਨੂੰ ਇਮੀਗ੍ਰੇਸ਼ਨ ਐਕਸਚੇਂਜ ਕਹਿਣ ਲੱਗ ਗਿਆ ਉਹਨਾਂ ਬਿਲਡਿੰਗ ਨੂੰ, ਕਿਉਂਕਿ ਉਵੇਂ ਹੀ ਬੈਠੇ ਨੂੰ ਪਤਾ ਨਹੀਂ ਲੱਗਦਾ ਵੀ ਕਿਹੜੀ ਦੁਕਾਨ ਕਿੱਥੋਂ ਸ਼ੁਰੂ ਹੁੰਦੀ ਹੈ ਤੇ ਕਿੱਥੇ ਮੁੱਕਦੀ ਆ। ਯਾਨੀ ਉਹੀ 10-10 3-3 ਡੈਸਕਾਂ ਲਾਈਆਂ, ਉਹ ਇੱਕ ਦੁਕਾਨ ਆ 10 ਫੁੱਟ ਦੇ ਵਿੱਚ 3 ਦੁਕਾਨਾਂ ਹਨ, ਉਹ ਪਤਾ ਨਹੀਂ ਲੱਗਦਾ ਵੀ ਕਿਹੜੀ ਕਿਹਦੀ ਆ। You're listening to 1550 AM KRPI Ferndale. The views expressed are not necessarily those of the staff, management, or ownership of this station. ਜੀ ਬਾਈ ਜੀ। ਔਰ ਹੈਲੋ, ਔਰ ਮੈਂ ਉਸ ਦਿਨ ਦਾ ਬਿਲਡਿੰਗ ਨੂੰ ਨਾ ਇਮੀਗ੍ਰੇਸ਼ਨ ਐਕਸਚੇਂਜ ਕਹਿਣ ਲੱਗ ਗਿਆ ਹਨਾ। ਹੁਣ ਮਸਲਾ ਆਉਂਦਾ ਵੀ ਇਹਦਾ ਹੱਲ, ਤੁਸੀਂ ਰੌਲਾ ਬਹੁਤ ਪਾਇਆ, ਬੜੀ ਦੇਰ ਤੋਂ ਕਹਿ ਰਹੇ ਹੋ ਨਾ, ਲੇਕਿਨ ਇਹਦਾ ਹੱਲ ਕੋਈ ਨਹੀਂ ਹੋ ਰਿਹਾ। ਗਵਰਨਮੈਂਟ ਨੇ ਨਾ ਤਾਂ ਇਹਦੇ ਤੇ ਅਸਰ ਕਰਨਾ ਨਾ ਹੀ ਕੀਤਾ। ਉਹਦੇ ਵਿੱਚ ਬੜਾ ਕੁਝ ਇਨਵੋਲਵ ਆ, ਤੁਸੀਂ ਸਾਰਾ ਕੁਝ ਜਾਣਦੇ ਹੋ, ਬੈਕਗ੍ਰਾਉਂਡ ਤੇ ਕੀ ਕੁਝ ਚੱਲਦਾ ਇੱਥੇ, ਕਰਪਸ਼ਨ ਆ ਜਾਂ ਜੋ ਵੀ ਹੈ, ਪੋਲੀਟਿਕਸ ਆ। ਹੁਣ ਸਰਦਾਰ ਜਸਵੀਰ ਸਿੰਘ ਗਰੇਵਾਲ ਪਹਿਲਾਂ ਉਹ ਵੈਸੇ ਟਿਪ ਦੇ ਗਏ ਵੀ ਐਸੋਸੀਏਸ਼ਨ ਬਣਾ ਲੈਣੀ ਚਾਹੀਦੀ ਹੈ ਕੋਈ ਨਾ। ਉਹਦੀ ਫਰਦਰ ਐਕਸਪੈਂਸ਼ਨ ਮੈਂ ਸੋਚ ਰਿਹਾ ਵੀ ਐਸੋਸੀਏਸ਼ਨ ਜੇ ਹੋਰ ਕੁਝ ਨਹੀਂ ਗਵਰਨਮੈਂਟ ਕਰਦੀ, ਕਿਸੇ ਢੰਗ ਨਾਲ ਪ੍ਰੈਸ਼ਰ ਪਾ ਕੇ ਇਹਨਾਂ ਤੋਂ ਇਹੀ ਕਰਵਾ ਲਿਆ ਵੀ ਯਾਰ ਵੀ ਇੱਕ ਸਰਟੀਫਾਈਡ ਐਸੋਸੀਏਸ਼ਨ ਬਣਾ ਦਿੱਤੀ ਜਾਵੇ। ਉਹਨੂੰ ਗਵਰਨਮੈਂਟ ਜੇ 2-4 ਹਜ਼ਾਰ ਖਰਚਾ ਜਿਹੜਾ ਆਫ ਐਕਸਪੈਂਸ ਨੇ ਉਹ ਦੇਣ ਲੱਗ ਜਾਵੇ, ਤੇ ਜਿਹੜੇ ਵਿਹਲੇ ਬੰਦੇ ਨੇ ਵਲੰਟੀਅਰ ਕੰਮ ਕਰ ਸਕਦੇ ਨੇ, ਨੌਲੇਜ ਰੱਖਦੇ ਨੇ, ਫ੍ਰੀ ਚ ਉਹ ਕਰਨ ਬੈਠ ਕੇ ਕੰਮ,
ਔਰ ਜਿੱਦਣ ਵੀਜ਼ਾ ਦੇ ਨਾ ਉਸ ਐਸੋਸੀਏਸ਼ਨ ਦਾ ਇੱਕ ਹੈਲਪਿੰਗ ਹੈਂਡ ਦੀ ਤਰ੍ਹਾਂ ਉਹਦੇ ਵਿੱਚ ਦਰਜ ਹੋਵੇ ਡਾਕੂਮੈਂਟੇਸ਼ਨ ਵੀ ਇੱਥੇ ਕੰਟੈਕਟ ਕਰੋ ਜੇ ਤੁਹਾਨੂੰ ਕੋਈ ਸਮੱਸਿਆ ਆਉਂਦੀ ਆ। ਇਸ ਤੋਂ ਅੱਗੇ ਗੱਲ ਜਿਹੜੀ ਉਹਨਾਂ ਦੇ ਤੇ ਕੰਡੀਸ਼ਨ ਹੋਵੇ ਸਾਡੇ ਦੇ ਉੱਪਰ ਜਿਹੜੇ ਬੱਚੇ ਜਾਂ ਵਰਕ ਪਰਮਿਟ ਤੇ ਆ ਰਹੇ ਨੇ ਵੀ ਤੁਸੀਂ ਇਹਨਾਂ ਤੋਂ ਬਿਨਾਂ ਕਿਸੇ ਵੀ ਕੰਸਲਟੈਂਟ ਕੋਲੇ ਜਾਣਾ ਨਹੀਂ। ਉਹ ਐਸੋਸੀਏਸ਼ਨ ਦੇ ਥਰੂ ਕਮਿਊਨੀਕੇਸ਼ਨ ਇਹ ਇਮੀਗ੍ਰੇਸ਼ਨ ਕੰਸਲਟੈਂਟਸ ਦੇ ਨਾਲ ਹੋਵੇ ਤਾਂ ਕਿ ਉਹ ਵਿਟਨੈਸ ਹੋਣ ਵੀ ਕਿਹੜੇ ਵੇਲੇ ਕਿਸ ਕਿਸਮ ਦੀ ਡੀਲਿੰਗ ਕਿੰਨੇ ਪੈਸੇ ਲੈ ਜਾ ਰਹੇ ਨੇ ਕਿੰਨੇ ਕਿਆ ਉਹ ਸਾਰਾ ਉਹਨਾਂ ਦੇ ਥਰੂ ਹੋਵੇ ਫਿਰ ਤਾਂ ਸ਼ਾਇਦ ਇਹ ਕੋਈ ਹੱਲ ਹੋ ਜਾਵੇ। ਲੇਕਿਨ ਸਾਡੇ ਤੇ ਜਿਹੜਾ ਓਪਰਚੁਨਿਜ਼ਮ ਹਮੇਸ਼ਾ ਹੀ ਪ੍ਰਵੇਲ ਕਰਦਾ ਉਹ ਸਾਡਾ ਫਾਲਟ ਆ। ਅਸੀਂ ਹਰ ਬੰਦਾ ਆਪਦਾ ਉੱਲੂ ਸਿੱਧਾ ਕਰਨ ਤੇ ਲੱਗਿਆ ਵੀ ਚੱਲ ਜਾ ਜੇ 10,000 ਲੈਂਦਾ ਤਾਂ ਦੇ ਪਰੇ ਆਪਣਾ ਕੰਮ ਛੇਤੀ ਹੋ ਜੂ ਆਪਾਂ ਐਸੋਸੀਏਸ਼ਨ ਕੋਲੇ ਕਾਹਨੂੰ ਧੱਕੇ ਖਾਣ ਜਾਣਾ। ਸੋ ਇਹ ਉਹਦਾ ਹੱਲ ਕੁਛ ਹੱਦ ਤੱਕ ਹੋ ਸਕਦਾ ਮੇਰਾ ਖਿਆਲ ਜੀ ਹੋਰ ਗਵਰਨਮੈਂਟ ਨਹੀਂ ਵੀ ਕੁਛ ਅਦਰਵਾਈਜ਼ ਇਹਦਾ ਮੈਨੂੰ ਨਹੀਂ ਲੱਗਦਾ ਬਾਈ ਜੀ ਕੋਈ ਵੀ ਹੱਲ ਹੈਗਾ। ਤੁਸੀਂ ਕਿੰਨਾ ਵਧੀਆ ਇੱਕ ਨੁਕਤਾ ਦਿੱਤਾ ਸੀ ਵਿਜ਼ਿਟ ਵਾਲਿਆਂ ਲਈ ਵੀ ਜਦ ਆਓ ਤਾਂ 에ਅਰਪੋਰਟ ਤੇ ਲੈ ਵੀ ਮਿੱਤਰਾ ਤੂੰ ਕੰਮ ਕਰਨਾ ਚੱਕ ਵਰਕ ਪਰਮਿਟ ਕਿੰਨਾ ਕੁ ਔਖਾ ਕੰਮ ਆ ਉਹ ਕੋਈ ਔਖਾ ਨਹੀਂ ਬਾਈ ਜੀ। ਉਹ ਉਸੇ ਕਰਕੇ ਮੈਂ ਕਹਿ ਰਿਹਾ ਵੀ ਇਹਦਾ ਹੱਲ ਗਵਰਨਮੈਂਟ ਨੇ ਹੁਣ ਤੱਕ ਕੀਤਾ ਨਹੀਂ ਨਾ ਇਹਨਾਂ ਨੇ ਕਰਨਾ ਚਾਹੇ। ਉਹਦੇ ਪਿੱਛੇ ਬੈਕਗ੍ਰਾਉਂਡ ਤੇ ਬਹੁਤ ਚੀਜ਼ਾਂ ਹੋਰ ਘੁੰਮਦੀਆਂ ਜਿਨ੍ਹਾਂ ਨੂੰ ਇਹ ਛੱਡ ਨਹੀਂ ਸਕਦੇ। ਇਸ ਕਰਕੇ ਹੱਲ ਇਹਨਾਂ ਕੋਲ ਹੋਣਾ ਵੀ ਹੈ ਨਹੀਂ ਜਿੰਨਾ ਚਿਰ ਸਾਡੇ ਲੋਕ ਜਿਹੜੇ ਇਸ ਸਿਸਟਮ 'ਚ ਇਨਵੋਲਵ ਹੋ ਰਹੇ ਨੇ ਜਿੰਨਾ ਚਿਰ ਉਹ ਮਤਲਬ ਓਪਰਚੁਨਿਜ਼ਮ ਨੂੰ ਛੱਡ ਕੇ ਮਤਲਬ ਸਹੀ ਰਾਹ ਤੇ ਨਹੀਂ ਆਉਂਦੇ ਨਾ ਵੀ ਉੱਲੂ ਸਿੱਧਾ ਕਰਨ ਦੀ ਥਿਊਰੀ ਛੱਡ ਕੇ ਸਹੀ ਰਾਹ ਤੇ ਨਹੀਂ ਆਉਂਦੇ ਉਨੀ ਦੇਰ ਇਹਨਾਂ ਦੀ ਐਕਸਪਲੋਇਟੇਸ਼ਨ ਹੋ ਹੀ ਜਾਣੀ ਆ। ਗਵਰਨਮੈਂਟ ਚਾਹੇ ਕੋਈ ਆ ਜਾਵੇ ਕਿਉਂਕਿ ਗਵਰਨਮੈਂਟ ਦੀ ਵਿਲਿੰਗਨੈਸ ਹੈ ਨਹੀਂ। ਹਾਂ ਸਾਡੇ ਤੋਂ ਤਾਂ ਸਰਦਾਰ ਜੀ ਉਹ ਨੰਬਰ ਲੈ ਕੇ ਦੇਖ ਲਓ ਬਾਣੀ ਪਾਏ ਪਏ ਨੇ ਬਾਣੀ ਉਹਨਾਂ ਨੂੰ 6 ਮਹੀਨੇ ਹੋ ਗਏ ਜਿਨ੍ਹਾਂ ਨੂੰ ਕਹਿੰਦੇ ਸੀ ਵੀ ਇਹ ਤਾਂ ਖਤਮ ਨੇ ਲੱਖ ਸਿਆਣੇ ਨੇ ਸਭ। ਬਿਲਕੁਲ ਜੀ ਬਿਲਕੁਲ ਕਿਉਂਕਿ ਅਸੀਂ ਮਤਲਬ ਉਹੀ ਆ ਨਾ ਵੀ ਜਿੰਨੇ ਚ ਸਾਡੇ ਚ ਮਤਲਬ ਪ੍ਰਸਤੀ ਆ ਉੱਲੂ ਸਿੱਧਾ ਕਰਨ ਦੀ ਸੋਚ ਸਾਡੇ ਅੰਦਰੋਂ ਨਹੀਂ ਜਾਂਦੀ ਉਨੀ ਦੇਰ ਕੱਖ ਨਹੀਂ ਹੋਣਾ ਜਿੰਨਾ ਮਰਜ਼ੀ ਜ਼ੋਰ ਲਾ ਲੈਣ ਲੋਕ। ਥੈਂਕ ਯੂ ਬਾਜੀ। ਚਲੋ ਥੈਂਕ ਯੂ। ਸਾਹਿਬ ਬਲਵਿੰਦਰ ਸਿੰਘ ਲਾਈਨ ਨੰਬਰ 2। ਗਿੱਲ ਸਾਹਿਬ ਬਹੁਤ ਹੀ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਸਰਾਂ ਸਾਹਿਬ। ਗਿੱਲ ਸਾਹਿਬ ਤੁਸੀਂ ਪਿੱਛੇ ਜੇ 6 ਮਹੀਨੇ ਹੋ ਗਏ ਫ੍ਰਿਜ ਹੈਲਥ ਦੇ ਬਾਰੇ ਲੜਕੀਆਂ ਬਾਰੇ ਇੱਕ ਪ੍ਰੋਗਰਾਮ ਲੈ ਕੇ ਆਏ ਸੀਗੇ ਵੀ ਕੁੜੀਆਂ ਨੂੰ ਕਿੰਨੀ ਵੱਡੀ ਪ੍ਰੋਬਲਮ ਆ ਰਹੀ ਹੈਗੀ ਹੈ। ਜੀ ਜੀ। ਔਰ ਤੁਸੀਂ ਗਿੱਲ ਸਾਹਿਬ ਉਹ ਪ੍ਰੋਬਲਮ ਠੀਕ ਕਰਵਾਤੀ ਕੁੜੀਆਂ ਸੌਖੀਆਂ ਕੰਮ ਕਰਦੀਆਂ ਸੌਖੀਆਂ ਵਸਦੀਆਂ ਨਹੀਂ ਕਿਤੇ ਘੰਟਾ ਕਿਤੇ ਇਹ ਤੁਰੀਆਂ ਫਿਰਦੀਆਂ ਦੀਆਂ ਅਸੀਂ ਸਾਰਾ ਦਿਨ ਕਮਲਿਆਂ ਵਾਂਗੂ। ਬਿਲਕੁਲ ਠੀਕ। ਗਿੱਲ ਸਾਹਿਬ ਤੁਹਾਡੇ ਕੋਲੇ ਹੱਕ ਸੱਚ ਇਨਸਾਫ ਦੀ ਇੱਕ ਚੇਅਰ ਤੇ ਤੁਸੀਂ ਬੈਠੇ ਹੋ। ਆ ਜਿਹੜਾ ਕੁਝ ਵੀ ਕਮਿਊਨਿਟੀ ਦੇ ਵਿੱਚ ਹੋ ਰਿਹਾ ਮੇਰਾ ਜਿੰਨੇ ਵੀਰ ਮੇਰੇ ਪਹਿਲਾਂ ਕਹਿ ਕੇ ਗਏ ਹੈਗੇ ਆ ਬਹੁਤ ਸੋਹਣੀਆਂ ਗੱਲਾਂ ਕਰਕੇ ਗਏ ਹੈਗੇ ਆ। ਜੇ ਕੋਈ ਇਸ ਤਰ੍ਹਾਂ ਦੀ ਕੋਈ ਵਲੰਟੀਅਰ ਇੱਕ ਐਸੋਸੀਏਸ਼ਨ ਬਣ ਜਾਵੇ ਉਹਦੇ ਲਈ ਇੱਕ ਕੋਈ ਉਹੋ ਜਿਹਾ ਛੋਟਾ ਮੋਟਾ ਪ੍ਰੋਵਾਈਡ ਹੋ ਜਾਵੇ ਜਿੱਥੇ ਬੈਠ ਕੇ ਮੀਟਿੰਗ ਵਗੈਰਾ ਕਰ ਸਕਦੇ ਹੋ ਵੀ ਜਿੰਨੇ ਬੰਦਿਆਂ ਨੂੰ ਕੋਈ ਪ੍ਰੋਬਲਮ ਹੈਗੀ ਆ ਇੰਨੇ ਤੋਂ ਇੰਨੇ ਆ ਕੇ ਸਾਡੇ ਨਾਲ ਤੁਸੀਂ ਆ ਕੇ ਗੱਲ ਕਰੋ। ਗਿੱਲ ਸਾਹਿਬ ਇਹ ਤੁਸੀਂ ਕਰ ਸਕਦੇ ਹੋ। ਤੁਹਾਡੇ ਹੱਥ 'ਚ ਪਾਵਰ ਹੈ ਤੁਹਾਡੇ ਹੱਥ ਦੇ ਵਿੱਚ ਮਾਈਕ ਹੈ ਲੋਕ ਸੁਣਦੇ ਆ ਲੋਕ ਤੁਹਾਡੇ ਨਾਲ ਜੁੜਨਗੇ। ਕਰਾਂਗੇ ਜੀ। ਜੀ ਗਿੱਲ ਸਾਹਿਬ ਇਹ ਜੋ ਧੱਕਾ ਹੋ ਰਿਹਾ ਨਾ ਇੱਥੇ ਜੋ ਕਿਸੇ ਨਾਲ ਵੀ ਧੱਕਾ ਹੋ ਰਿਹਾ ਗਿੱਲ ਸਾਹਿਬ ਚਾਹੇ ਮੈਂ ਚਾਹੇ ਤੁਸੀਂ ਚਾਹੇ ਕੋਈ ਵੀ ਹੈਗਾ ਜੇ ਹੁਣ ਤੁਸੀਂ ਮਾਧਿਅਮ ਰਾਹੀਂ ਆਪਾਂ ਲੋਕਾਂ ਨੂੰ ਆਪਣਾ ਨੂੰ ਅਵੇਅਰ ਮਤਲਬ ਅਵੇਅਰਨੈਸ ਲਿਆਉਣੇ ਹੈਗੇ ਲੋਕਾਂ ਦੇ ਵਿੱਚ ਜਾਗਰਤੀ ਲਿਆਉਣੇ ਹੈਗੇ ਆ ਇਹ ਜਿਹੜੇ ਨਾ ਜਿੰਨੇ ਵੀ ਕਿਸੇ ਨਾਲ ਧੱਕੇਸ਼ਾਹੀ ਹੁੰਦੀ ਹੈ ਇਹਨਾਂ ਨੂੰ ਬੰਦ ਕਰਾਓ ਗਿੱਲ ਸਾਹਿਬ। ਕਰਾਂਗੇ ਜੀ ਕਰਾਂਗੇ ਆਪਾਂ। ਮਿਹਰਬਾਨੀ ਥੈਂਕ ਯੂ। ਇੱਕ ਕਾਲਰ ਨਾਲ ਗੱਲਬਾਤ ਕਰਕੇ ਜੀ ਫਿਰ ਮੈਂ ਕਮੈਲਾ ਹੈਰਿਸ ਬਾਰੇ ਕੁਝ ਗੱਲਬਾਤ ਦੱਸਣੀ ਚਾਹੁੰਦਾ। ਫਿਰ ਸਰ ਜਸਵੀਰ ਸਿੰਘ ਮਾਲ ਜਿਹੜੇ ਚਿੰਤਕ ਨੇ ਭਾਈਚਾਰੇ ਦੇ ਵਿੱਚ ਤੇ ਇਮੀਗ੍ਰੇਸ਼ਨ ਕੰਸਲਟੈਂਟ ਨੇ ਉਹਨਾਂ ਨੇ ਕੁਝ ਨੁਕਤੇ ਭੇਜੇ ਆ ਵੀ ਸਾਡੀ ਜਿਹੜੀ ਚੋਣ ਪ੍ਰਣਾਲੀ ਆ ਉਹ ਕਿਹੋ ਜਿਹੀ ਹੋਣੀ ਚਾਹੀਦੀ ਆ ਉਹ ਮੈਂ ਤੁਹਾਡੇ ਸਨਮੁਖ ਕਰਾਂਗਾ। ਇਹਦੇ ਤੇ ਵੀ ਜਿਹੜਾ ਇੱਕ ਸੋਚਣ ਦੀ ਜ਼ਰੂਰਤ ਹੈ ਕਿ ਸਾਡੀਆਂ ਚੋਣਾਂ ਦੇ ਵਿੱਚ ਕਿਹੜੀਆਂ ਕਮੀਆਂ ਕੈਂਡੀਡੇਟ ਕੌਣ ਚਾਹੀਦੇ ਆ ਇਹਦੇ ਤੇ ਵੀ ਮੈਂ ਗੱਲ ਕਰਦਾ। ਸਰ ਰਵਿੰਦਰ ਸਿੰਘ ਲਾਈਨ ਨੰਬਰ 2। ਸਤਿ ਸ਼੍ਰੀ ਅਕਾਲ ਗਿੱਲ ਸਾਹਿਬ। ਸਤਿ ਸ਼੍ਰੀ ਅਕਾਲ ਵੀਰ ਜੀ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ। ਜਿੰਨਾ ਚਿਰ ਇਹ ਇਮੀਗ੍ਰੇਸ਼ਨ ਸਿਸਟਮ ਦੇ ਵਿੱਚ ਆਕਾ ਸਿਸਟਮ ਨਹੀਂ ਹਟ ਜਾਂਦਾ
ਉਹਨਾਂ ਚਿਰ ਇਹੀ ਕੁਝ ਰਹਿਣਾ। ਅਜੇ 2-3 ਦਿਨ ਪਹਿਲਾਂ ਰੇਡੀਓ ਤੇ ਆਪਣੇ 600 AM ਤੇ ਆਇਆ ਸੀ ਇਮੀਗ੍ਰੇਸ਼ਨ ਮਿਨਿਸਟਰ ਤੇ ਕਹਿੰਦਾ ਕਿ ਸਾਨੂੰ ਬਹੁਤ ਜ਼ਿਆਦਾ ਵਰਕਰ ਤੇ ਸਟੂਡੈਂਟ ਚਾਹੀਦੇ ਆ, ਪਰ ਜਿੰਨਾ ਚਿਰ ਇਸ ਸਿਸਟਮ 'ਚ ਪਾਰਦਰਸ਼ਤਾ ਨਹੀਂ ਹੋਣੀ ਉਹਨਾਂ ਚਿਰ ਇਹੋ ਹੀ ਕੁਝ ਹੋਣਾ ਆ। ਇਹਨਾਂ ਦਾ ਉਹ ਕੰਮ ਆ ਕਿ ਬੱਕਰੀ ਨੇ ਦੁੱਧ ਵੀ ਦੇਣਾ, ਮੇਂਗਣਾ ਪਾ ਕੇ ਦੇਣਾ, ਸਿੱਧੇ ਰੋ ਕੇ ਦੁੱਧ ਨਹੀਂ ਦੇ ਸਕਦੇ। ਹੁਣ ਤੁਸੀਂ ਦੇਖ ਲਓ ਕਿ ਸੁਪਰ ਵੀਜ਼ਾ ਜਾਂ ਹੋਰ ਕੋਈ ਵੀ ਐਪਲੀਕੇਸ਼ਨ ਆ, ਉਹਦੇ ਕੰਸਲਟੈਂਟ ਉਹਦੀ ਫੀਸ $500 ਲੈਂਦੇ ਆ, ਤੇ ਜੇ ਵਰਕ ਪਰਮਿਟ ਕਢਾਉਣਾ ਆ ਤੇ ਜਾਂ ਸਟੂਡੈਂਟ ਵੀਜ਼ਾ ਕਢਾਉਣਾ ਤੇ 25-25 30 50 ਹਜ਼ਾਰ, ਕਿਉਂਕਿ ਉਹਦੇ ਤੇ ਉਹ ਜਿਹੜਾ ਆਪਣਾ ਸੁਪਰ ਵੀਜ਼ਾ ਆ ਉਹਦੇ ਲਈ ਆਖਾ ਨਹੀਂ ਚਾਹੀਦਾ ਕੋਈ, ਉਹਦੇ ਲਈ ਸਿੱਧਾ ਤੁਸੀਂ ਆਪਣੇ ਪੇਰੈਂਟਸ ਨੂੰ ਸਪਾਂਸਰ ਕਰਦੇ ਆ। ਜੇ ਇਦਾਂ ਦਾ ਕੋਈ ਸਿਸਟਮ ਹੋ ਜਾਵੇ ਜਿਹੜਾ ਬਿਲਕੁਲ ਪਾਰਦਰਸ਼ਕ ਹੋਵੇ ਤੇ ਸਿੱਧਾ ਗਵਰਨਮੈਂਟ ਨਾਲ ਤੁਸੀਂ ਡੀਲ ਕਰੋ ਕਿ ਅਸੀਂ ਵਰਕ ਪਰਮਿਟ ਜਾਂ ਸਟੂਡੈਂਟ ਤੇ ਜਾਣਾ ਆ, ਇਹਨਾਂ ਵਿੱਚ ਵਿਚੋਲਿਆਂ ਦੇ ਵਿੱਚ ਕੰਮ ਹੀ ਕੋਈ ਨਾ ਹੋਵੇ, ਤੇ ਫਿਰ ਮੈਨੂੰ ਲੱਗਦਾ ਕਿ ਇਹਨਾਂ ਦੀ ਫੀਸ ਵੀ ਸੁਪਰ ਵੀਜ਼ਾ ਜਿੰਨੀ ਹੋਵੇ। ਧੰਨਵਾਦ। ਧੰਨਵਾਦ ਵੀਰ ਜੀ, ਬਿਲਕੁਲ ਠੀਕ ਹੈ ਤੁਹਾਡਾ। ਪਰ ਕੋਈ ਨਾ, ਆਪਾਂ ਜਿਸ ਦਿਨ ਹੈਲਥ ਕੇਅਰ ਵਰਕਰਸ ਦੀ ਗੱਲ ਤੋਰੀ ਸੀ ਉਸ ਦਿਨ ਬਹੁਤ ਲੱਗਦਾ ਸੀ ਔਖਾ ਵੀ ਇਹ ਨਹੀਂ ਹੋਣਾ, ਪਰ ਨਾਲ ਰਲ ਜਾਂਦੇ ਨੇ ਸਾਰੇ ਭਾਈਚਾਰੇ ਦੇ। ਉਹ ਨਹੀਂ ਹੈ ਲੋਕ ਤੁਹਾਨੂੰ ਸੁਣਦੇ ਨਹੀਂ, ਤੁਹਾਡੇ ਨਾਲ ਆਉਣਾ ਨਹੀਂ ਚਾਹੁੰਦੇ, ਆਉਂਦੇ ਆ। ਹੋ ਗਿਆ ਹੱਲ ਉਹਦਾ 70% 75% ਹੱਲ ਹੋ ਗਿਆ। ਇੱਕ ਵੀ ਫੋਨ ਪਿਛਲੇ 6 ਮਹੀਨੇ ਚ ਨਹੀਂ ਆਵੇ ਅਸੀਂ ਤੰਗ ਆ, ਸਾਨੂੰ ਦਿਨ ਦੇ ਵਿੱਚ ਸਮਾਂ ਨਹੀਂ ਮਿਲਦਾ, ਸਾਨੂੰ ਘੰਟੇ ਨਹੀਂ ਮਿਲਦੇ, ਸਾਨੂੰ ਈਵਨਿੰਗ ਤੇ ਮਾਰਨਿੰਗ ਦੀ। ਜਦ CEO ਨਾਲ ਫਰੇਜ਼ਰ ਹੈਲਥ ਦੇ ਨਾਲ ਗੱਲ ਹੋਈ, ਉਹ ਆਪਣੇ ਰੇਡੀਓ ਤੇ ਆਈ ਸੀ, ਉਹ ਕਹਿੰਦੇ ਮੈਂ ਫਿਕਸ ਕਰ ਦਿੰਨੀ ਹੈ, 15 ਦਿਨਾਂ ਚ ਫਿਕਸ ਕਰਤੀ। ਜਿਹੜੀਆਂ ਦਬਸ਼ ਮਾਰਦੀਆਂ ਸੀ ਸੁਪਰਵਾਈਜ਼ਰਾਂ ਹਟ ਗਈਆਂ ਸਭ। ਇਹ ਪਿੰਕ ਸਲਿੱਪ ਫੜਾ ਦਾਂਗੇ, ਮੈਂ ਕਿਹਾ ਤੁਸੀਂ ਪਿੰਕ ਸਲਿੱਪ ਫੜਾਓ ਤਾਂ ਹੱਥ 'ਚ, ਤੇ ਤੁਹਾਨੂੰ ਦੱਸਾਂਗੇ ਪਿੰਕ ਸਲਿੱਪ ਇਹ ਬਾਪੂ ਦੀ ਕੰਪਨੀ ਹੈ, ਸਰਕਾਰੀ ਨੌਕਰ ਨੇ ਉਹ, ਜੇ ਤੁਸੀਂ ਨੌਕਰ ਹੋ ਉਹ ਜੀ ਕੁੜੀਆਂ ਨੌਕਰ ਨੇ। ਮੁਕੱਦਰਾਂ ਦੀ ਕਹਾਣੀ ਮੈਂ ਤੁਹਾਨੂੰ ਸੁਣਾਉਣੀ ਚਾਹੁੰਦਾ ਵੀ ਬੰਦੇ ਲਈ ਕੁਝ ਕਰਨਾ ਔਖਾ ਨਹੀਂ ਹੈ, ਪਲੀਜ਼ ਅੰਡਰਸਟੈਂਡ ਕਰਿਓ। ਜਿਹੜਾ ਵੱਡਿਆਂ ਨੂੰ ਦੇਖ ਕੇ ਨਾ 4 ਪੈਸੇ ਵਾਲਿਆਂ ਨੂੰ ਇਹ ਡਿਵੈਲਪਰ ਆ ਜੀ, ਇਹ ਬਿਲਡਰ ਆ ਜੀ, MLA ਆ ਜੀ, MP ਆ, ਇਹ ਹੈ ਤੇ ਬਹੁਤ, ਅਸੀਂ ਨਹੀਂ, ਤੁਸੀਂ ਕਿਉਂ ਨਹੀਂ ਬਣ ਸਕਦੇ? ਹੋਸਟ ਹੈ, ਰੇਡੀਓ ਹੋਸਟ ਨਹੀਂ ਬਣ ਸਕਦੇ ਅਸੀਂ, ਇਹ ਤਾਂ ਮਾਈਕ ਤੇ ਬਹੁਤ ਔਖਾ ਹੈ। ਤੁਹਾਡੇ ਸਾਹਮਣੇ ਆ ਅਗਲੇ 2 ਸਾਲਾਂ 'ਚ 4 ਨੌਜਵਾਨ ਬੱਚਿਆਂ ਨੂੰ ਨਾ ਮਾਈਕ ਤੇ ਟ੍ਰੇਡ ਕਰਕੇ ਤੁਹਾਨੂੰ ਬਣਾ ਕੇ ਦਿਖਾਵਾਂਗੇ ਵੀ ਆਹ ਦੇਖੋ ਬੋਲਦੇ ਜਵਾਕ ਸ਼ੇਰੇ ਪੰਜਾਬ ਤੇ। ਨਵੇਂ 20 ਸਾਲ ਦੇ ਬਾਈ ਦੋਨੇ ਇੱਥੇ ਪੜ੍ਹੇ ਹੋਏ ਪੰਜਾਬ ਤੋਂ ਵੱਡੇ ਹੋ ਕੇ ਆਏ, ਦੇਖਿਓ ਤੁਹਾਨੂੰ ਹੋਸਟ ਬਣਾ ਕੇ ਦੇਵਾਂਗੇ ਆਉਣ ਵਾਲੇ 4 ਸਾਲਾਂ 2 ਸਾਲਾਂ 'ਚ। ਅਸੀਂ ਅਪਰਚੂਨਿਟੀ ਨਹੀਂ ਦੇਣਾ ਚਾਹੁੰਦੇ। ਉਹ ਕਹਿੰਦਾ ਨਾ ਜੇ ਬੰਦਾ ਇਹਨੂੰ ਬਿਠਾ ਲਿਆ ਨਾਲ ਤਾਂ ਫਾਹਾ ਪੈ ਜੂ। ਪਰ ਤੁਹਾਨੂੰ ਦੱਸਦਾ ਵੀ ਕਮੈਲਾ ਹੈਰਿਸ ਜਿਹੜੀ ਹੈ ਉਹ ਹੁਣ 56 ਵਰ੍ਹਿਆਂ ਦੀ ਹੈ, ਤੇ ਉਹਦੀ ਮਾਤਾ ਜਿਹੜੀ ਹੈ ਉਹ ਤਾਮਿਲਨਾਡੂ ਤੋਂ ਆਈ ਪੜ੍ਹਨ 1958 ਚ, 19 ਸਾਲ ਦੀ ਸੀ, ਤੇ ਜਿਹਦਾ ਨਾਮ ਸ਼ੈਮਾਲਾ ਗੋਪਾਲਨ ਸੀ। 19 ਸਾਲ ਦੀ ਉਹ ਗ੍ਰੈਜੂਏਟ ਸਟੂਡੈਂਟ ਸੀ, ਨਿਊਟ੍ਰੀਸ਼ਨ ਤੇ ਯੂਨੀਵਰਸਿਟੀ ਆਫ ਕੈਲੀਫੋਰਨੀਆ ਬਰਕਲੀ ਚ ਪੜ੍ਹਨ ਆਈ। ਗੋਪਾਲਨ ਨੇ PhD ਕੀਤੀ 64 ਚ। ਹੈਰਿਸ ਦਾ ਫਾਦਰ ਡੋਨਲਡ ਜੇ ਹੈਰਿਸ ਸਟੈਨਫੋਰਡ ਯੂਨੀਵਰਸਿਟੀ ਦੇ ਵਿੱਚ ਕੈਲੀਫੋਰਨੀਆ ਚ ਪ੍ਰੋਫੈਸਰ ਸੀ, ਪ੍ਰੋਫੈਸਰ ਐਮੀਰੈਟਸ ਜਿਹੜਾ ਇਕੋਨੋਮਿਕਸ ਦਾ। ਤੇ ਉਹਦੇ ਬਾਅਦ ਉਹ 1961 ਦੇ ਵਿੱਚ ਉੱਥੇ ਪੜ੍ਹਨ ਆਇਆ, ਦੋਨੇ ਰਲ ਗਏ, ਇਕੱਠੇ ਹੋ ਗਏ ਤੇ ਵਿਆਹ ਹੋ ਗਿਆ। ਉੱਥੋਂ ਕਮੈਲਾ ਹੈਰਿਸ ਦਾ ਬਚਪਨ ਜਿਹੜਾ ਉਹ ਬਰਕਲੇ ਦੇ ਵਿੱਚ ਸ਼ੁਰੂ ਹੋਇਆ। ਬਰਕਲੇ ਦੇ ਵਿੱਚ ਜਦ ਉਹ 7 ਵਰ੍ਹਿਆਂ ਦੀ ਸੀ, ਮਾਪਿਆਂ ਦਾ ਡਿਵੋਰਸ ਹੋ ਗਿਆ। ਮਾਂ ਉਹਨੂੰ ਤੇ ਉਹਦੀ ਛੋਟੀ ਭੈਣ ਨੂੰ ਲੈ ਕੇ ਮੌਂਟਰੀਅਲ ਆ ਗਈ, ਕੁਬੈਕ ਦੇ ਵਿੱਚ, ਤੇ ਜਿੱਥੇ ਉਸਦੀ ਮਦਰ ਹੈ ਜਿਹੜੀ ਮਗਿਲ ਚ ਪੜ੍ਹਾਉਣ ਲੱਗ ਗਏ, ਤੇ ਨਾਲ ਉਹਨੇ ਫ੍ਰੈਂਚ ਸਪੀਕਿੰਗ ਪ੍ਰਾਇਮਰੀ ਸਕੂਲ ਸ਼ੁਰੂ ਕਰ ਲਿਆ, ਕਮੈਲਾ ਹੈਰਿਸ ਨੋਟਰ ਡੇਮ ਸਕੂਲ। ਉਹਦੇ ਬਾਅਦ ਉੱਥੇ ਵੈਸਟਮੈਂਟ ਹਾਈ ਸਕੂਲ ਵੈਸਟਮੌਂਟ ਕੁਬੈਕ ਦੇ ਵਿੱਚ 1981 ਚ ਗ੍ਰੈਜੂਏਸ਼ਨ ਕੀਤੀ ਉਹਨੇ 12ਵੀਂ। ਤੇ ਉਹਦੇ ਬਾਅਦ ਉਸਦੀ ਸਕੂਲ ਦੀ ਦੋਸਤ, ਜਦ ਤੁਹਾਡੇ ਮਨ ਚ ਹੁੰਦਾ ਕੁਛ, ਵੈਂਡਾ ਕੈਗਨ ਹੈ, ਵੈਂਡਾ ਕੈਗਨ ਨੇ ਦੱਸਿਆ, ਉਹ ਕਹਿੰਦੀ ਵੀ ਮੇਰੀ ਦੋਸਤ ਬਣ ਗਈ ਹੈਰਿਸ, ਕਹਿੰਦੀ ਮੈਨੂੰ ਮੇਰੇ ਸਟੈਪ ਫਾਦਰ ਨੇ ਮਲੈਸਟ ਕਰਤਾ, ਮੇਰੀ ਜ਼ਿੰਦਗੀ ਬਰਬਾਦ ਕਰਤੀ, ਮੇਰਾ ਬਲਾਤਕਾਰ ਕਰਤਾ। ਕਹਿੰਦੀ ਮੈਂ ਜਾ ਕੇ ਜਦ ਕਮੈਲਾ ਕੋਲ ਰੋਈ, ਉਹ ਮੈਨੂੰ ਆਪਣੇ ਘਰੇ ਰੱਖਿਆ। ਉਹਦੇ ਬਾਅਦ ਉਹ ਕਹਿੰਦੀ ਵੀ ਹੈਰਿਸ ਨੇ ਹਾਰਵਰਡ ਜਿਹੜੀ ਯੂਨੀਵਰਸਿਟੀ, ਜਿਹੜੀ ਹਿਸਟੋਰੀਕਲ ਬਲੈਕ ਯੂਨੀਵਰਸਿਟੀ ਵਾਸ਼ਿੰਗਟਨ DC ਦੇ ਵਿੱਚ, ਉੱਥੇ
ਉਹ ਪੜ੍ਹੀ। ਉਹਦੇ ਬਾਅਦ ਫਿਰ ਕੈਲੀਫੋਰਨੀਆ ਆ ਗਈ, ਯੂਨੀਵਰਸਿਟੀ ਆਫ ਕੈਲੀਫੋਰਨੀਆ ਦੇ ਵਿੱਚ ਉਹਨੇ ਲਾਅ ਕਰ ਲਿਆ। ਆ ਕੇ ਲਾਅ ਕਰਨ ਤੋਂ ਬਾਅਦ ਹੈਰਿਸ ਨੇ ਡਿਸਟ੍ਰਿਕਟ ਅਟਾਰਨੀ ਐਲਾਮਾਈਡਾ ਕੰਟੀ ਦੇ ਵਿੱਚ ਕੈਲੀਫੋਰਨੀਆ ਜ਼ਿੰਦਗੀ ਸ਼ੁਰੂ ਕਰ ਲਈ। ਤੇ ਉਹਦੇ ਬਾਅਦ ਬਸ ਡਿਸਟ੍ਰਿਕਟ ਅਟਾਰਨੀ ਸੈਨ ਫਰਾਂਸਿਸਕੋ ਦੀ ਬਣ ਗਈ। ਤੇ ਫਿਰ ਨੈਂਸੀ ਪੈਲੋਸੀ ਦੇ ਨਾਲ ਕੈਲੀਫੋਰਨੀਆ ਦੀ ਕਾਂਗਰਸ ਵੂਮਨ ਜਿਹੜੀ ਹੁਣ ਹਾਊਸ ਲੀਡਰ ਆ ਉਹਦੇ ਨੇੜੇ ਹੋ ਗਈ। ਹੌਲੀ 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 ਅੱਜ ਉਹ ਪਹਿਲੀ ਇਸਤਰੀ ਆ ਵਾਈਸ ਪ੍ਰੈਜ਼ੀਡੈਂਟ, ਪਹਿਲੀ ਇਸਤਰੀ ਵਾਈਸ ਪ੍ਰੈਜ਼ੀਡੈਂਟ ਜਿਹੜੀ ਅਮਰੀਕਾ ਦੀ ਹਿਸਟਰੀ ਦੇ ਵਿੱਚ ਬਣੀ। ਪਹਿਲੀ ਇਸਤਰੀ, ਪਹਿਲੀ ਬਲੈਕ, ਪਹਿਲੀ ਸਾਊਥ ਏਸ਼ੀਅਨ ਰੂਟਸ। ਨਾਨਕੇ ਉਹਦੇ ਤਾਮਿਲਨਾਡੂ ਦੇ ਵਿੱਚ ਨੇ। ਠੀਕ ਆ, ਤੁਸੀਂ ਆਪਾਂ ਉਹਨੂੰ ਇਹ ਨਹੀਂ ਕਹਿੰਦੇ ਆਪਾਂ ਇੰਡੀਅਨ ਕਹਿ ਕੇ, ਪਰ ਉਹਦੇ ਉੱਥੇ ਨੇ। ਉਹ ਬਹੁਤ ਮਦਰਾਸ ਜਾਂਦੀ ਰਹੀ। ਅੱਛਾ, ਫਿਰ ਦੂਸਰੇ ਬੰਨੇ ਹੁਣ ਉਹਨੇ 14 ਚ ਵਿਆਹ ਕਰਾਇਆ 50 ਸਾਲ ਦੀ ਉਮਰ ਦੇ ਵਿੱਚ। ਓਬਵੀਅਸਲੀ ਇਹ ਜ਼ਿੰਦਗੀ ਦੇ ਵਿੱਚ ਨੇ ਦੋਸਤ ਡੇਟ ਵਗੈਰਾ ਹੁੰਦੀ। ਹੁਣ ਜਿਹੜਾ ਉਹਦਾ ਘਰ ਵਾਲਾ ਡਗ ਐਮਹੌਫ ਹੈ, ਉਸਦਾ ਨਾਮ, ਜਿਊਸ਼ ਬੰਦਾ ਤੇ ਫਸਟ ਵਾਈਸ ਪ੍ਰੈਜ਼ੀਡੈਂਟ ਦੇ ਘਰ ਵਾਲਾ ਉਹ ਪਹਿਲੀ ਵਾਰ ਹੋਇਆ ਵੀ ਕੋਈ, ਮੋਸਟਲੀ ਘਰ ਵਾਲੀਆਂ ਹੋਈਆਂ, ਫਸਟ ਲੇਡੀ ਤੇ ਉਹਦੇ ਬਾਅਦ ਜਿਹੜੀ ਵਾਈਸ ਪ੍ਰੈਜ਼ੀਡੈਂਟ ਦੇ ਘਰ ਵਾਲੀ ਹੈ, ਫਸਟ ਬੰਦਾ ਜਿਹਦੀ ਘਰ ਵਾਲੀ ਵਾਈਸ ਪ੍ਰੈਜ਼ੀਡੈਂਟ ਹੈ। ਤੇ ਇਹ ਜਿਹੜਾ ਸੈਕੰਡ ਜੈਂਟਲਮੈਨ ਇਸ ਨੂੰ ਕਹਿੰਦੇ ਨੇ, ਜਿਹੜੀ ਇਹਨਾਂ ਨੂੰ ਟਰਮ ਮਿਲਦੀ ਹੈ, ਜਿਊਸ਼ ਬੰਦਾ ਤੇ ਪਹਿਲਾ ਘਰ ਵਾਲਾ, ਪਹਿਲਾ ਸਪਾਊਸ ਆ ਵਾਈਸ ਪ੍ਰੈਜ਼ੀਡੈਂਟ ਦਾ ਮਰਦ ਜਿਹੜਾ। ਹੁਣ ਬਾਕੀ ਕੰਮ ਦੱਸੂਗਾ ਕਿ ਕੰਮ ਕੀ ਕਰਦੇ ਨੇ ਉਹ। ਕੰਮ ਦੇ ਨਾਲ ਹੀ ਆ ਕਹਾਣੀ। ਇੱਕ ਗੀਤ ਸੁਣਿਓ, ਗੀਤ ਤੋਂ ਬਾਅਦ ਲੈਣੇ ਆ ਵਪਾਰਕ ਸੰਦੇਸ਼। ਆ ਕੇ ਚੋਣਾਂ ਦੇ ਵਿੱਚ ਕੁਝ ਮਾਪਦੰਡ ਕੀ ਹੋਣੇ ਚਾਹੀਦੇ ਨੇ ਭਾਈਚਾਰੇ ਦੇ ਵਿੱਚੋਂ, ਕੁਝ ਨੁਕਤੇ ਆਏ ਨੇ ਸਰਦਾਰ ਮਾਲ ਵੱਲੋਂ, ਕੁਝ ਮਸ਼ਵਰੇ ਨੇ ਜਿਹੜੇ ਸਰ ਜਸਵੀਰ ਸਿੰਘ ਮਾਹਲ ਨੇ ਭੇਜੇ ਨੇ, ਕਿਉਂਕਿ ਜਿਹਦੀ ਜਿਹੜਾ ਕਿਰਤ ਦਾ ਕਰਤਾ ਹੋਵੇ ਨਾ ਉਹਦਾ ਨਾਂ ਜ਼ਰੂਰ ਦੇਣਾ ਚਾਹੀਦਾ। ਬਾਈ ਜੀ ਹਰਵੀਰ ਗਰੇਵਾਲ ਹੋਣੀ ਕੋਈ ਵੀ ਮਸ਼ਵਰਾ ਭੇਜਦੇ ਆ ਉਸੇ ਸਮੇਂ ਮੈਂ ਦੱਸਦਾ, ਤੇ ਜਦੋਂ ਨਾਂ ਕਹਿੰਦੇ ਕੋਈ ਨਾ ਮੇਰਾ ਨਾਂ, ਮੈਂ ਨਹੀਂ ਯਾਰ, ਜਿਹਨੇ ਮਿਹਨਤ ਕੀਤੀ ਆ ਉਹਦਾ ਨਾਂ ਕਿਉਂ ਨਾ ਆਵੇ। ਮੋਸਟਲੀ ਮੀਡੀਆ ਵਾਲਿਆਂ ਨੂੰ ਸਾਡੀ ਬਿਮਾਰੀ ਆ ਵੀ ਸਾਡੇ ਕੰਨ 'ਚ ਫੂਕ ਜੇ ਕਿਸੇ ਨੇ ਮਾਰਤੀ, ਬਸ ਉਹਦਾ ਨਾਂ ਨਹੀਂ ਅਸੀਂ ਲੈਣਾ, ਫਿਰ ਉਹ ਗੋਲੇ ਕਰ ਦੇਣੀ ਆ, ਆਪਣਾ ਹੀ ਲੈਣ। ਪਰ ਨਹੀਂ, ਜਿਹਨੇ ਕੁਝ ਮਿਹਨਤ ਕੀਤੀ ਆ ਉਹਦੀ ਗੱਲ ਲੈਣੀ ਚਾਹੀਦੀ। ਮੈਂ ਤੁਹਾਨੂੰ ਮਸ਼ਵਰੇ ਉਹਨਾਂ ਦੇ ਜਿਹੜੇ ਸਾਂਝੇ ਕਰਨੇ ਚਾਹੁੰਦਾ, ਪਰ ਇੱਕ ਕਾਲਰ ਵੇਟ ਕਰ ਰਹੇ ਨੇ। ਸਰ ਸਰਜੀਤ ਸਿੰਘ, ਲਾਈਨ ਨੰਬਰ 2। ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਨੂੰ ਬੜੀ ਖੁਸ਼ੀ ਹੋਈ ਹੈ ਜਿਹੜਾ ਤੁਸੀਂ ਕਮਲਾ ਹੈਰਿਸ ਬਾਰੇ ਸੰਖੇਪ ਜਿਹੀ ਜਾਣਕਾਰੀ ਦਿੱਤੀ ਹੈ ਨਾ, ਉਹ ਮੈਨੂੰ ਬਹੁਤ ਵਧੀਆ ਲੱਗਾ ਜੀ। ਥੈਂਕ ਯੂ ਤੁਹਾਡਾ। ਧੰਨਵਾਦ ਜੀ। ਇਹਦਾ ਅੰਤਰੀਵ ਇੱਕ ਸੀ, ਮੈਂ ਇਹਨੂੰ ਗੱਲ ਨੂੰ ਫਿਨਿਸ਼ ਕਰਕੇ ਅੱਗੇ ਚੱਲਦਾ। ਬਈ ਕਦੇ ਵੀ ਵਿਧਾਤਾ ਤੋਂ, ਕਦੇ ਵੀ ਕੁਦਰਤ ਦੇ ਮਾਲਕ ਤੋਂ ਇਹ ਗੱਲ ਨਹੀਂ ਸੋਚੀ ਦੀ ਵੀ ਉਹ ਮੇਰੇ ਲਈ ਨਹੀਂ ਕਰ ਸਕਦਾ। ਉਹਨੂੰ ਤਾਂ ਪਤਾ ਹੀ ਨਹੀਂ ਕਦ ਕੜ ਪਾੜ ਦੇਣੇ। ਉਹ ਤਾਂ ਧਰਤੀ ਅਸਮਾਨ ਇੱਕ ਕਰਨ ਦੀ ਸ਼ਕਤੀ ਹੈ। ਆ ਘੁੰਮਦਾ ਫਿਰਦਾ 3 ਜਗ੍ਹਾ ਤੇ, ਧਰਤੀ ਧੁਰੇ ਦੇ ਦੁਆਲੇ, ਫਿਰ ਧਰਤੀ ਸੂਰਜ ਦੇ ਦੁਆਲੇ, ਤੇ ਸਾਰਾ ਸੌਰ ਮੰਡਲ ਗਾਂ ਆਕਾਸ਼ ਗੰਗਾ 'ਚ ਘੁੰਮਦਾ ਗਲੈਕਸੀ 'ਚ। ਇਹਨੇ ਬੰਨਿਆ ਹੋਇਆ ਉਹਨੇ। ਬਰਾਕ ਓਬਾਮਾ ਦੇ ਮਾਤਾ ਪਿਤਾ ਡਿਵੋਰਸ ਹੋ ਗਏ, ਨਾਨਾ ਨਾਨੀ ਨੇ ਹਵਾਈ ਪਾਲਿਆ, ਤੇ ਪਤਾ ਹੀ ਉਦੋਂ ਲੱਗਿਆ ਜਿੱਦਣ ਬਰਾਕ ਓਬਾਮਾ ਸਾਲ ਪਹਿਲਾਂ ਪ੍ਰਾਇਮਰੀ ਦੇ ਵਿੱਚ ਆ ਕੇ ਨਿਕਲਿਆ। ਤੇ ਪਹਿਲੀ ਵਾਰ ਕੋਈ ਸੁਣਦਾ ਸੀ ਵੀ ਜਿਨ੍ਹਾਂ ਦੇ 3 ਸਦੀਆਂ ਪਹਿਲਾਂ ਘੋੜਿਆਂ ਦੀ ਜਗ੍ਹਾ ਜੋੜਦੇ ਸੀ, ਪੈਰਾਂ 'ਚ ਸੰਗਲ ਪਾਏ ਸੀ, ਤੇ ਜਿਨ੍ਹਾਂ ਦੀ ਗੱਲ ਕਰਨ ਵਾਲੇ ਮਾਰਟਨ ਲੂਥਰ ਕਿੰਗ ਜੂਨੀਅਰ ਦੀ ਗੋਲੀ ਉਹਨੂੰ ਮਾਰ ਦਿੱਤੀ ਗਈ ਹੋਵੇ, ਜਿਹਨੇ ਸਲੇਵ ਦਾ ਉਹ ਹਸ਼ਰ ਕੀਤਾ ਵੀ ਉਸ ਚੋਂ, ਹਾਲਾਂਕਿ ਚਲੋ ਉਹਨੂੰ ਪਿਓਰ ਕਾਲਾ ਨਹੀਂ ਸੀ ਮੰਨਦੇ, ਉਹਨਾਂ ਦੀ ਇੱਕ ਜਣਾ ਉਹਦਾ ਚੋਂ ਸੀ, ਪਰ ਇੱਧਰ ਤਾਂ ਕੁਛ ਹੈਗਾ ਸੀ। ਉਹ ਕਹਿੰਦਾ ਮੇਰੀ ਮਾਂ ਜਦ ਸਫਾਈ ਕਰਨ ਜਾਂਦੀ ਸਵੇਰੇ ਰੈਸਟੋਰੈਂਟ ਦੀ, ਸਾਨੂੰ ਨਾਲ ਲੈ ਜਾਂਦੇ, ਅਸੀਂ ਉੱਥੇ ਰੈਸਟੋਰੈਂਟ ਦੇ ਵਿੱਚ ਬਹਿ ਕੇ ਪੜ੍ਹਦੇ। ਉਹਦੇ ਬਾਅਦ ਕਲਿੰਟਨ ਨੂੰ ਆਰਕਾਨਸਾ ਦੇ ਵਿੱਚ ਅਸੀਂ ਉਹਦਾ ਅਜਾਇਬ ਘਰ ਮੈਂ ਅਸੀਂ ਵੇਖਣ ਗਏ, ਤਾਂ ਉੱਥੇ ਜਦ ਗਏ ਉਹਦੇ, ਤਾਂ ਉੱਥੇ ਨਾ ਉਹ ਸਟਰੀਟ ਪੋਲ ਜਿੱਥੇ ਬਾਹਰ ਅੰਦਰ ਬੱਤੀ ਨਹੀਂ ਸੀ, ਸਟੈਪ ਫਾਦਰ ਅੰਦਰੋਂ ਕੱਢ ਦਿੰਦਾ ਉਹਨੂੰ, ਬਿਲ ਕਲਿੰਟਨ ਨੂੰ,
ਤੇ ਬਾਹਰਲੇ ਬੰਨੇ ਸੜਕ ਤੇ ਜਿਹੜਾ ਸਟਰੀਟ ਪੋਲ ਸੀ, ਜਿਹੜਾ ਬਾਹਰ ਬਿਜਲੀ ਦੀ ਲਾਟੂ ਸੀ, ਉਹਦੇ ਥੱਲੇ ਬੈਠ ਕੇ ਬਿਲ ਕਲਿੰਟਨ ਪੜ੍ਹਦਾ ਰਿਹਾ। ਸੋ ਕਦੇ ਵੀ ਨਾ ਖੁਸ਼ ਨਹੀਂ ਹੋਣਾ ਵੀ ਮੇਰੇ ਵੱਲ ਉਹਦੀ ਨਜ਼ਰ ਨਹੀਂ ਸਵੱਲੀ ਪੈਂਦੀ। ਹਾਂ, ਮਿਹਨਤ ਤਾਂ ਕਰਨੀ ਪੈਣੀ ਹੈ, ਇਉਂ ਨਹੀਂ ਹੈ ਵੀ ਪੱਲਾ ਅੱਡਿਆ, ਕੋਈ ਗੈਬੀ ਸ਼ਕਤੀ ਨਹੀਂ ਆਉਂਦੀ। ਔਰ ਕਦੇ ਵੀ ਪੱਕੀਆਂ ਜਿਹੜੀਆਂ ਕਹਾਣੀਆਂ ਨਹੀਂ ਰਹਿੰਦੀਆਂ, ਇੱਥੇ ਸਲਤਨਤਾਂ ਹਿੱਲ ਜਾਂਦੀਆਂ ਨੇ। ਔਰ ਸਭ ਤੋਂ ਵੱਡੀ ਹੁਣ ਤਾਂ ਗੱਲਾਂ ਹੀ ਕਹਿਣੀਆਂ ਤੁਸੀਂ ਛੱਡ ਦਿਓ ਨਾ ਸਾਰੀਆਂ, ਹੁਣ ਤਾਂ ਇੱਕੋ ਹੀ ਗੱਲ ਕਰੋ, ਦੇਖ ਸਿੰਘੂ ਬਾਰਡਰ ਨੂੰ, ਦੇਖ ਟਿੱਕਰੀ ਬਾਰਡਰ ਨੂੰ, ਦੇਖ ਸ਼ਾਹਜਹਾਂਪੁਰ ਬਾਰਡਰ ਨੂੰ, ਕੀ ਹੋ ਰਿਹਾ ਉੱਥੇ। ਇਸ ਤਰ੍ਹਾਂ ਹੁੰਦੀਆਂ ਗੱਲਾਂ। ਅੱਛਾ, ਇੱਕ ਗੱਲ ਜਿਹੜੀ ਬਾਈ ਜੀ ਮਾਲ ਹੋਣੀ ਕਹਿੰਦੇ, ਮੈਂ ਕਹਿੰਦੇ ਖੁੱਲਾ ਖੱਤ ਪੰਜਾਬੀ ਰੇਡੀਓ ਸਟੇਸ਼ਨਾਂ ਦੇ ਬਥੇਰੇ ਹੋਸਟਾਂ ਨੂੰ ਭੇਜ ਚੁੱਕਿਆ, ਪਰ ਕਿਸੇ ਨੇ ਆਪਣੇ ਪ੍ਰੋਗਰਾਮਾਂ ਦੇ ਸਰੋਤਿਆਂ ਨਾਲ ਸਾਂਝਾ ਨਹੀਂ ਕੀਤਾ। ਹੁਣ ਮੈਂ ਤੁਹਾਨੂੰ ਭੇਜ ਰਿਹਾ। ਉਹ ਕਹਿੰਦੇ ਸਾਡੇ ਚੋਣ ਪ੍ਰਣਾਲੀ ਵੋਟਿੰਗ ਸਿਸਟਮ ਕਹਿਣਾ ਹੋਣਾ ਚਾਹੀਦਾ, ਪ੍ਰੋਵਿੰਸ਼ੀਅਲ ਹੋਵੇ ਫੈਡਰਲ ਹੋਵੇ। ਪਹਿਲੀ ਤਾਂ ਗੱਲ ਉਹ ਕਹਿੰਦੇ ਵੀ ਜੇ ਵੋਟ ਦਾ ਹੱਕ ਰੱਖਦੇ ਆ ਨਾ, ਬਾਕੀ ਹੱਕਾਂ ਵਾਂਗੂ ਇਹਨੂੰ ਵਰਤਿਆ ਜਾਵੇ। 40% 50% ਵੋਟ ਪੈਂਦੀ ਆ, 50% ਲੋਕ ਤੁਹਾਡੀ ਜ਼ਿੰਦਗੀ ਦਾ ਜਿਹੜਾ ਅਗਲੇ 4 ਸਾਲ ਤੁਸੀਂ ਕਿਹੜੇ MP ਤੇ ਕਿਹੜੇ MLA ਤੇ ਕਿਹੜੇ ਕੌਂਸਲਰ ਦੇ ਨੇ ਤੁਹਾਨੂੰ ਰਿਪਰੈਜ਼ੈਂਟ ਕਰਨਾ, ਤੁਸੀਂ 50% ਨੂੰ ਹੱਕ ਦੇ ਦਿਓ। ਨੋ ਜਿਹੜਾ ਵੋਟ ਨਾ ਪਾਉਣੀ ਬਹੁਤ ਵੱਡਾ ਕਹਿਰ ਆ। ਉਹ ਵੋਟਾਂ ਦਾ ਬਾਈਕਾਟ ਇੱਕ ਵਾਰੇ ਪੰਜਾਬ 'ਚ ਹੋਇਆ ਤੇ ਉਹਦਾ ਹਸ਼ਰ ਵੇਖ ਲਓ ਕੀ ਹੋਇਆ। ਹੁਣ ਵੀ ਹੋ ਸਕਦਾ ਪੰਜਾਬ 'ਚ ਜਦ ਵੋਟਾਂ ਪੈਣੀਆਂ ਨੇ ਨਾ, ਬਈ ਮੈਨੂੰ ਨਾ ਇਹ ਕਾਂਗਰਸੀ ਪਸੰਦ, ਨਾ ਮੈਨੂੰ ਅਕਾਲੀ ਪਸੰਦ, ਨਾ ਮੈਨੂੰ ਆਮ ਆਦਮੀ ਪਾਰਟੀ, ਨਾ ਮੈਨੂੰ ਯੂਨੀਅਨ, ਨੋ 'ਚ ਵੋਟ ਪਾਓ। ਨੋ 'ਚ ਗਈ ਪਾਈ ਤੇ ਤੁਹਾਡਾ ਖਤਮ ਕੰਮ, ਤੁਸੀਂ ਹੱਕ ਦੇਤਾ ਕਿਸੇ। ਵੋਟ ਦਾ ਜੇ ਹੱਕ ਹੋਵੇ ਉਹ ਜ਼ਰੂਰੀ ਹੈ, ਹਰ ਵੋਟਰ ਨੂੰ ਵੋਟ ਪਾਉਣਾ ਲਾਜ਼ਮੀ ਹੋਵੇ। ਹੁਣ ਇਹ ਕਰਨਾ ਕੀ ਬਹੁਤ ਔਖਾ ਹੈ, ਉੱਪਰ ਵਾਲਿਆਂ ਨੇ ਤੇ ਥੱਲੇ ਉਹਨਾਂ ਨੇ ਕਰਨਾ ਨਹੀਂ ਹੈ, ਕਿਉਂਕਿ ਉਹਨਾਂ ਤੋਂ ਥੋੜਿਆਂ ਨਾਲ ਜਿੱਤਦਾ, ਇੰਨਿਆਂ ਨੂੰ ਕਿਵੇਂ ਕਰਨਾ। ਸਾਡੇ ਤਾਂ ਜਿਹੜਾ ਜ਼ੁਲਮ ਹੈ ਹਲੇ ਤਾਂ ਉਸ ਮੈਂ ਕੀਤੀ ਉਹਨਾਂ ਦੇ ਗੱਲ ਬਹੁਤ ਵਾਰ ਮੇਰੀ ਇਲੈਕਸ਼ਨ 'ਚ, ਬਈ ਕੀ ਸਿਟੀਜ਼ਨ ਲਈ, ਉਹ ਕਹਿੰਦੇ ਕੋਈ ਸਿਟੀਜ਼ਨ ਲਈ ਚਾਹੀਦਾ ਨਾ, ਪਾਸਪੋਰਟ ਨਾ ਵੋਟਿੰਗ ਕਾਰਡ, ਕੁਛ ਨਹੀਂ ਚਾਹੀਦਾ, ਆ ਕੇ ਸਹੁੰ ਚੱਕਣੀ ਹੈ ਬਸ। ਕੰਸਟੀਚੁਐਂਸੀ ਦਾ ਤੁਹਾਡਾ ਐਡਰੈਸ ਚੇਂਜ ਚਾਹੀਦਾ, ਐਡਰੈਸ ਚੇਂਜ ਤੇ ਜਾ ਕੇ ਤੁਸੀਂ ਕਹਿਣਾ ਵੀ ਮੈਂ ਇੱਥੇ ਆ ਗਿਆ ਤੇ ਮੇਰੇ ਕੋਲ ਪਾਸਪੋਰਟ ਨਹੀਂ ਹੈ, ਮੇਰੇ ਕੋਲ ਵੋਟ ਸਿਟੀਜ਼ਨ ਕਾਰਡ ਹੈ ਨਹੀਂ। ਉਹ ਕਹਿੰਦਾ ਚੱਕ ਸਹੁੰ ਰਜਿਸਟਰਡ, ਚੱਕ ਪਾ ਵੋਟ। ਸਰੀ ਦੇ ਵਿੱਚ 3-3 ਹਜ਼ਾਰ ਵੋਟ ਇਸ ਤਰੀਕੇ ਨਾਲ ਪੈਂਦੀ ਹੈ, 2,500 ਤੋਂ 3 ਹਜ਼ਾਰ ਵੋਟ ਤੇ 5-4 ਹਜ਼ਾਰ ਤੇ ਲੋਕ ਹਾਰਦੇ। ਇਹੀ ਕਾਰਨ ਹੈ, ਵੱਡਾ ਕਾਰਨ। ਕੋਈ ਨਾ, ਇਹ ਨਹੀਂ ਕੋਈ ਕਹਾਣੀ, ਇਹ ਤਾਂ ਇੱਥੇ ਦੀਆਂ ਵੋਟਾਂ ਨੇ ਨਾ, ਇੱਕ ਉੱਪਰ ਵਾਲੇ ਦੀਆਂ ਵੋਟਾਂ ਨੇ। ਇੱਥੇ ਗਡੂਕੇ ਪੈਂਦੇ ਦੇਖਿਓ ਤੁਸੀਂ, ਉਹਦਾ ਹਿਸਾਬ ਬਹੁਤ ਭੈੜਾ ਹੈ, ਬੰਦਿਆਂ ਦਾ ਭੈੜਾ, ਉਹਦਾ ਸਹੀ ਹੈ। ਆਸਟ੍ਰੇਲੀਆ, ਸਿੰਗਾਪੁਰ, ਥਾਈਲੈਂਡ ਦੇ ਕਰੀਬ 22 ਦੇਸ਼ ਨੇ ਜਿੱਥੇ ਹਰ ਵੋਟਰ ਨੂੰ ਵੋਟ ਪਾਉਣਾ ਲਾਜ਼ਮ ਹੈ। ਜੇ ਨਹੀਂ ਪਾਉਂਦਾ 1000 ਤੋਂ ਲੈ ਕੇ 2-2 ਹਜ਼ਾਰ ਤੱਕ ਜੁਰਮਾਨਾ। ਹਾਂ, ਜੇ ਵੋਟਰ ਦੀ ਸਿਹਤ ਨਹੀਂ ਠੀਕ ਤਾਂ ਡਾਕਟਰ ਦਾ ਨੋਟ ਹੋ। 1 ਨੰਬਰ। 2 ਨੰਬਰ, ਉਹ ਕਹਿੰਦਾ ਵੀ ਚੁਣੀ ਹੋਈ ਸਰਕਾਰ ਦੇ ਕਾਰਜਕਾਲ ਦੀ ਮਿਆਦ ਪਹਿਲਾਂ ਫਿਕਸ ਹੋਵੇ, ਜਿਵੇਂ ਇੱਥੇ ਹੁੰਦੀ ਤਾਂ ਹੈ, ਪਰ ਫੇਰ ਵੀ ਮਿਨੋਰਟੀ ਸਰਕਾਰ ਵਾਲੇ ਭੋਗ ਪਾ ਕੇ ਪਹਿਲਾਂ ਕਰ ਦਿੰਦੇ। ਜਦੋਂ ਦੇਖਦੇ ਆ ਵੋਟਰਾਂ ਦਾ ਰੌ ਤੇ ਹੱਕ ਦੇ ਵਿੱਚ ਦੇਖੀ ਮਨਮਰਜ਼ੀ ਹੈ ਜਿਹੜੀ ਆਪਣੀ, ਬਈ ਹੁਣ ਸਾਡੇ ਹੱਕ ਦੇ ਵਿੱਚ ਲੋਕਾਂ ਦਾ ਪ੍ਰਭਾਵ ਹੈ ਤਾਂ ਉਹ ਸਰਕਾਰ ਤੋੜ ਕੇ ਸੁੱਟ ਦਿੰਦੇ ਨੇ, ਬਣਾ ਦਿੰਦੇ ਨੇ। ਤੇ ਜਿਹੜੀਆਂ ਤੁਹਾਡੀਆਂ ਇਲੈਕਸ਼ਨਾਂ ਨੇ ਉਹਨਾਂ ਤੇ ਖਰਚਾ ਜਿਹੜਾ ਉਹ ਜਿਹੜੀ ਜੁਲਾਈ 31 2020 ਐਸਟੀਮੇਟਡ ਕਾਸਟ ਜਿਹੜੀ 43 ਜਿਹੜੀ ਇਲੈਕਸ਼ਨ ਕੈਨੇਡਾ ਨੇ ਦੱਸੀ ਹੈ, 43ਵੀਂ ਜਿਹੜੀ ਇਲੈਕਸ਼ਨ ਹੈ ਜਨਰਲ ਇਲੈਕਸ਼ਨ, ਜੁਲਾਈ 31 ਦਾ ਐਸਟੀਮੇਟ ਉਹਨੇ ਪਿਛਲੇ ਸਾਲ ਦਾ ਦੱਸਿਆ। ਉਹਨਾਂ ਨੇ ਟੋਟਲ ਐਸਟੀਮੇਟਡ ਕਾਸਟ 500 ਮਿਲੀਅਨ ਦੱਸੀ ਆ, $500 ਬਿਲੀਅਨ। ਓਕੇ, ਹੁਣ ਤੁਸੀਂ ਮੰਨ ਲਓ ਵੀ ਸਾਲ ਪਹਿਲਾਂ ਪਾ ਕੇ ਹਟਿਆ ਵੋਟਾਂ, ਮਿਨੋਰਟੀ ਦੀ ਸਰਕਾਰ ਹੈ, ਉਹ ਕਹਿੰਦੇ ਪੈਸੇ ਪੂਸੇ ਵੰਡੇ ਹੋਣੇ, ਪਾ ਦਿਓ ਦੜੂਕਾ, ਇੱਕ ਵਾਰ 500 ਮਿਲੀਅਨ ਦੇ ਦਿਓ, ਤੁਸੀਂ ਤੁਹਾਡੀ ਜੇਬ ਤੋਂ ਜਾਣਾ। ਉਹ ਕਹਿੰਦੇ ਇੱਕ ਵਾਰ ਮਿਨੋਰਟੀ ਦੀ ਜਗ੍ਹਾ ਮੈਜੋਰਟੀ ਬਣਾ ਲਓ, ਫਿਰ 4 ਸਾਲ ਮੌਜਾਂ। ਤੁਹਾਡੇ ਸੂਬੇ 'ਚ ਵੀ ਹੋਇਆ,
सूबे च उन्होंने 6 महीने पहला भंग की है, 7 महीने मई च पैणियां सी, अक्तूबर च पा दित्तियां, 7 महीने ला लो। पर यह भी फिक्स होवे ते जे मिथी म्याद तो पहला चोण तां ही होवे जे कोई ਇਹੋ ਜਿਹਾ मुद्दा होवे जिते सरकार बिल्कुल ना अहल हो जाए तो ਉਹਨੂੰ ਤੋੜ ਨਾ ਪਵੇ। 3 ਨੰਬਰ, ਜਿਵੇਂ ਅਮਰੀਕਾ ਦੇ ਪ੍ਰੈਜ਼ੀਡੈਂਟ ਦੀ ਸਿਰਫ 2 ਵਾਰ ਟਰਮ ਹੈ, 2 ਤੋਂ ਬਾਅਦ ਪ੍ਰੈਜ਼ੀਡੈਂਟ ਨਹੀਂ ਬਣ ਸਕਦਾ। ਜੇ ਤੁਸੀਂ ਕਹੋ ਬਰਾਕ ਓਬਾਮਾ ਵਰਗਾ ਪ੍ਰੈਜ਼ੀਡੈਂਟ ਚਾਹੇ 7 ਵਾਰ 6 ਵਾਰ ਬਣਾ ਲਓ ਉਹਨੂੰ, ਬਿਲ ਕਲਿੰਟਨ ਵਰਗੇ ਨੂੰ ਬਣਾ ਲਓ। ਬੁਸ਼ ਨੇ ਆਪਣੇ ਕਾਰਜਕਾਲ ਦੇ ਵਿੱਚ ਠੀਕ ਹੈ ਉਹਦੇ ਤੇ ਦੋਸ਼ ਲੱਗਦਾ ਉਹਨੇ ਇਰਾਕ ਤੇ ਜੇ, ਪਰ ਉਹ ਮਿਹਨਤ ਬਹੁਤ ਕਰਦਾ ਸੀ ਬੰਦਾ। 6 ਵਜੇ ਓਵਲ ਆਫਿਸ ਦੇ ਵਿੱਚ ਹੁੰਦਾ ਸੀ ਸਵੇਰੇ ਉਹ। ਬਰਾਕ ਓਬਾਮਾ ਨੇ ਇਸ ਤਰ੍ਹਾਂ ਕੀਤੀ, ਬੁੜਾ ਹੋ ਗਿਆ 2 ਟਰਮਾਂ 'ਚ। ਇੱਥੇ ਵੀ MLA ਤੇ MPਆਂ ਤੇ ਇਹੋ ਜਿਹਾ ਕਾਨੂੰਨ ਹੋਵੇ ਵੀ 2 ਵਾਰ ਤੋਂ ਬਾਅਦ ਤੁਸੀਂ ਨਹੀਂ ਖੜ ਸਕਦੇ। 2 ਵਾਰ ਤੋਂ ਬਾਅਦ ਖੜਨਾ ਤੇ ਲੋਕਾਂ ਨੂੰ ਸੇਵਾ ਜੇ ਕਰਨੀ ਹੈ ਬਹੁਤ ਹੋਰ ਢੰਗ ਨੇ। ਕਦੇ ਇਕੱਲੇ ਇਹ ਸੀਟ ਦੇ ਨਾਲ ਨਹੀਂ ਤੁਸੀਂ ਸੇਵਾ ਕਰ ਸਕਦੇ। ਇੱਕ ਇਹ ਉਹਨਾਂ ਦਾ ਨੁਕਤਾ। ਇੱਕ ਜਿਹੜਾ ਥੁੱਕੀ ਬੜੇ ਪਕਾਉਂਦੇ ਨੇ ਨਾ, ਮੈਨੀਫੈਸਟੋ ਪੇਸ਼ ਕਰਦੇ ਜਾਂ ਰਾਜਨੀਤਿਕ ਪਾਰਟੀਆਂ ਤੇ ਚੋਣਾਂ ਵੇਲੇ ਸਰਕਾਰ ਦੀ ਕਾਰਗੁਜ਼ਾਰੀ ਤੇ ਲੇਖਾ ਜੋਖਾ ਉਹਦਾ ਪਿਛਲੇ ਮੈਨੀਫੈਸਟੋ ਦੇ ਹਿਸਾਬ ਦੇ ਨਾਲ ਕੋਈ ਪੈਮਾਨਾ ਮਿੱਥਿਆ ਹੋਵੇ। ਜੇ 70% ਦੇ ਕਰੀਬ ਉਹ ਕਾਰਜ ਨੇਪਰੇ ਨਹੀਂ ਚਾੜਦੀ, ਸਰਕਾਰ ਕਿਸੇ ਰਾਜਨੀਤਿਕ ਪਾਰਟੀ ਦੀ ਹੋਵੇ ਉਹਨੂੰ ਹਰਜਾਨਾ ਦੇਣਾ ਪਵੇ। ਕਿਉਂਕਿ ਇਹ ਤਾਂ ਸਰਕਾਰ ਤਾਂ ਜਦ ਬਣਦੀ ਹੈ ਨਾ ਜੇ ਤੁਸੀਂ ਵੋਟਾਂ ਪਾਉਂਦੇ ਹੋ। ਪਹਿਲਾਂ ਤਾਂ ਉਹ ਪਾਰਟੀ ਹੈ, ਇੱਕ ਪ੍ਰਾਈਵੇਟ ਪਾਰਟੀ ਆ, ਉਹ ਚਾਹੇ ਫੈਡਰਲ ਆ ਚਾਹੇ ਪ੍ਰੋਵਿੰਸ਼ੀਅਲ ਆ, ਉਹ ਪਾਰਟੀ ਹੈ ਇੱਕ ਜਿਹਨੂੰ ਲੋਕਲ ਕੁਝ ਬੰਦਿਆਂ ਦਾ ਸਮੂਹ ਇਕੱਠਾ ਹੋ ਕੇ ਉਹਨੂੰ ਡੋਨੇਸ਼ਨ ਤੁਸੀਂ ਦਿੰਦੇ ਹੋ ਤੇ ਪਾਰਟੀ ਬਣ ਜਾਂਦੀ ਆ। 5ਵਾਂ ਨੰਬਰ, ਲੋਕਾਂ ਨੂੰ ਸੌਖੇ ਢੰਗ ਨਾਲ ਪਤਾ ਲੱਗੇ ਕਿ ਮੇਰਾ MP ਤੇ MLA ਆਪਣੇ 4 ਸਾਲ ਦੇ ਸਮੇਂ 'ਚ ਕਿੰਨੀ ਵਾਰ ਪਾਰਲੀਮੈਂਟ 'ਚ ਹਾਜ਼ਰ ਹੈ, ਉਹਨੇ ਲੋਕਾਂ ਦੇ ਕਿਹੜੇ ਮੁੱਦੇ ਉਠਾਏ। ਇਹ ਮੌਜੂਦਾ MP ਜਾਂ MLA ਆਪਣੇ ਹਲਕੇ ਦੇ ਵੋਟਰ ਜਦ ਘਰੋਂ ਘਰੀ ਪਹੁੰਚਾਉਂਦੇ ਨੇ ਲੀਫਲੈਟ ਤੇ ਈਮੇਲ, ਤਾਂ ਉਹਦੇ ਵਿੱਚ ਜਿੱਥੇ ਦਿਖਾਉਂਦੇ ਨੇ ਨਾ ਵੀ ਹੈਪੀ ਨਿਊ ਈਅਰ, ਹੈਪੀ ਮੈਰੀ ਕ੍ਰਿਸਮਸ, ਉਹ ਕਿਹਦੇ ਖਾਤੇ ਨੇ? ਤੁਹਾਡੇ ਖਾਤੇ ਨੇ। ਉਹ $3 ਲੱਖ, $3.5 ਲੱਖ ਸਾਲ ਦਾ ਖਰਚਾ ਪਾਉਂਦੇ ਨੇ ਤੁਹਾਡੇ MP ਆਪਣੇ ਦਫ਼ਤਰ ਦਾ। 25-30 ਹਜ਼ਾਰ ਮਹੀਨੇ ਦਾ, ਜਿਹਦੇ 'ਚ ਉਹਨਾਂ ਨੇ ਆਪਣੀ ਮਰਜ਼ੀ ਦਾ ਸਟਾਫ ਰੱਖਣਾ। ਉਹਦੇ ਵਿੱਚ ਮੇਰੇ ਕੰਸਟੀਚੁਐਂਟਸ ਆਏ, ਫਿਰ ਅਸੀਂ ਕੜਾਹੀ ਪਨੀਰ ਮੰਗਾਇਆ, ਅਸੀਂ ਤੰਦੂਰੀ ਮੁਰਗੇ ਮੰਗਾਏ, ਤੇ ਹੋ ਸਕਦਾ ਆਥਣ ਵਾਈਨ ਦੀ ਬੋਤਲ ਵੀ ਹੋਵੇ ਉਹਦੇ 'ਚ। ਤੇ ਖਰਚਾ ਪਾਉਣ ਵਾਲੇ, ਖਰਚਾ ਪਾਉਣ ਵਾਲੇ ਤੁਸੀਂ ਉਹਨਾਂ ਦੇ ਬੰਦੇ ਨੇ, ਉਹਨਾਂ ਨੇ ਕਿਵੇਂ ਪਾਉਣਾ ਰੱਬ ਜਾਣਦਾ। ਬਿੱਲ ਚਾਹੀਦਾ ਜਿਹੜਾ ਉਹ ਵਧਾਈਆਂ ਦਾ ਸੁਨੇਹਾ ਭੇਜਦੇ ਨੇ, ਉਹਦੇ 'ਚ ਭੱਤੇ ਕਿੰਨੇ ਲਏ ਨੇ ਉਹ ਵੀ ਹੋਵੇ। ਸਰਕਾਰੀ ਵੈਬਸਾਈਟ ਤੇ ਨਾ ਹੋਵੇ ਉਹ। ਜਿਹੜਾ ਲੋਕਲ MLA MP ਆ ਉਸ ਨੂੰ ਆਪਣੇ ਕੰਸਟੀਚੁਐਂਟਸ ਨੂੰ ਭੇਜੇ ਲਿਖ ਕੇ ਵੀ ਮੈਂ ਕੀ ਖਰਚਿਆ। ਹੁਣ ਦਾ ਜਿਹੜਾ ਜਿਹੜੀ ਚੋਣ ਪ੍ਰਣਾਲੀ ਆ ਦੇਸ਼ 'ਚ, ਇਹ ਰਾਜਨੀਤਿਕ ਪਾਰਟੀਆਂ ਦੀ ਲਾਹੇਵੰਦ ਆ। ਇਹਦੇ ਤੋਂ ਇਸ ਤਰ੍ਹਾਂ ਕੋਈ ਸੁਧਾਰ ਨਹੀਂ ਕਰਨਗੇ। ਉਹ ਕੰਮ ਕਰਦੇ ਆ, ਇਹ ਨਹੀਂ ਹੈ ਜੇ ਲੋਕ ਕਰਦੇ ਆ ਤਾਂ ਵੋਟਾਂ ਲੋਕ ਆਉਂਦੇ ਆ, ਕੰਮ ਕਰਦੇ ਆ। ਮੈਂ ਨਹੀਂ ਕਹਿੰਦਾ ਵੀ ਬਿਲਕੁਲ ਨਹੀਂ ਕਰਦੇ, ਪਰ ਕੁਝ ਨਾ ਕੁਝ ਇਹੋ ਜਿਹਾ ਹੋਵੇ ਜਿੱਥੇ ਅਕਾਊਂਟੇਬਿਲਿਟੀ ਹੋਵੇ। 2 ਵਾਰ ਥੋੜਾ, ਇੱਕ 8 ਸਾਲ ਦਾ ਸਮਾਂ ਕਰ ਲਿਆ ਤੇ ਉਹਦੇ ਬਾਅਦ ਹੁਣ ਤੱਕ 7 ਵਾਰ, 8 ਵਾਰ, 9 ਹੁਣ ਜਿਹੜਾ ਟੋਰਾਂਟੋ ਵਾਲਾ ਭਾਈ ਸਾਹਿਬ ਨੇ ਕੀਤਾ ਰਿਜ਼ਾਈਨ ਮਿਨਿਸਟਰੀ ਤੋਂ, ਤੇ ਨਾਲ ਕਿਹਾ ਅਗਲੀ ਇਲੈਕਸ਼ਨ ਨੇ 42-43 ਸਾਲ ਦੀ ਉਮਰ, ਕਿਤੇ ਹਟਣ ਵਾਲੀ ਕਹਾਣੀ ਸੀ। ਹੁਣ ਤਾਂ ਚੜ੍ਹਾਈ ਚੜ੍ਹਨੀ ਸੀ। 6 ਵਾਰ ਖੜ ਚੁੱਕਿਆ ਸੀ, 4 ਵਾਰ ਜਿੱਤ ਗਿਆ, 2 ਵਾਰ ਹਾਰ ਗਿਆ। ਪੈਨਸ਼ਨਾਂ ਪੱਕੀਆਂ ਨੇ, $50-55 ਹਜ਼ਾਰ ਸ਼ਾਇਦ ਪੈਨਸ਼ਨ ਆ ਮੇਰੇ ਖਿਆਲ, ਪਤਾ ਲੱਗਿਆ। ਬਾਕੀ ਚੈੱਕ ਕਰ ਲਾਂਗੇ ਵੀ ਕਿਵੇਂ ਲੱਗਦੀ ਆ, ਕਿੰਨੇ ਸਾਲ ਤੁਸੀਂ ਪਾਰਲੀਮੈਂਟ ਚਾਹੀਦੇ। ਜਾਂ ਟਾਈਮ ਜਦ ਮਿਲੇ ਉਸ ਸਮੇਂ ਬੇਥਵੀਆਂ ਮਾਰਨੀਆਂ ਉੱਥੇ ਵੀ ਆਹ ਹੋ ਗਿਆ, ਮੇਰਾ ਆਹ ਹੋ ਗਿਆ, ਸਾਡਾ ਆਹ ਹੋ ਤੇ ਨਿੱਜ ਆ ਜਾਵੇ। ਇਹ ਵੀ ਕੋਡ ਆਫ ਕੰਡਕਟ ਚਾਹੀਦਾ। 2 ਵਾਰ ਹੋਵੇ ਖਰਚਾ, ਤੇ ਉੱਥੇ MLA ਤੇ MP ਕਿੰਨੀ ਵਾਰ ਹਾਊਸ ਦੇ ਵਿੱਚ ਬੈਠੇ, ਕਿੰਨੀ ਵਾਰ ਹਾਊਸ ਬੈਠੇ, ਕਿੰਨਾ ਸਮਾਂ ਬੈਠੇ ਹੋ। ਇਹ ਜ਼ਰੂਰੀ ਕੁਝ ਗੱਲਾਂ ਨੇ। ਲੱਗਦਾ ਇਹ ਬਹੁਤ ਵੱਡਾ ਆਪਾਂ ਨੂੰ ਵੀ ਇਹ ਚੇਂਜ ਨਹੀਂ ਹੋ ਸਕਦਾ, ਪਰ ਜੇ ਚੇਂਜ ਨਹੀਂ ਹੋ ਸਕਦਾ,
ਗਵਰਨਮੈਂਟ ਨਹੀਂ ਚੇਂਜ ਕਰਦੀ ਤਾਂ ਤੁਹਾਡੇ ਤਾਂ ਅਵੇਅਰਨੈਸ ਹੋਵੇ, ਤੁਸੀਂ ਤਾਂ ਸਵਾਲ ਪੁੱਛੋ ਵੀ ਭਾਈ ਮੈਂ ਤੇਰੀ ਹਲਕੇ 'ਚ ਰਹਿਣਾ, ਮੈਨੂੰ ਪਤਾ ਹੋਣਾ ਚਾਹੀਦਾ ਤੂੰ ਕਿੰਨੀ ਵਾਰ ਬੈਠੇ, ਕੀ ਤੇਰਾ ਮਹੀਨੇ ਦਾ ਤੇਰੇ ਦਫ਼ਤਰ ਦਾ ਖਰਚ ਹੈ ਤਨਖਾਹ ਤੋਂ ਬਿਨਾਂ। ਤਨਖਾਹ ਤਾਂ ਕੱਖ ਵੀ ਨਹੀਂ, ਜਿਹੜੇ ਦਫ਼ਤਰ ਦੇ ਖਰਚੇ ਨੇ ਦੁੱਗਣੇ ਤਿੱਗਣੇ ਦਫ਼ਤਰਾਂ ਦੇ ਖਰਚੇ ਨੇ। ਸਰ ਸਵਰਨ ਸਿੰਘ ਲਾਈਨ ਨੰਬਰ 2। ਹਾਂਜੀ ਗਿੱਲ ਸਾਹਿਬ ਜੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਚਾਲ ਸਾਹਿਬ। ਹਾਂਜੀ ਗਿੱਲ ਸਾਹਿਬ, ਵੈਸੇ ਤਾਂ ਜਿੱਦਾਂ ਤੁਸੀਂ ਹੁਣ ਦੱਸਿਆ ਸਾਰਾ ਹੀ ਮੈਂ ਸੁਣ ਰਿਹਾ ਸੀਗਾ, ਜੇ ਹੋ ਜਾਏ ਤਾਂ ਫੇਰ ਤਾਂ ਬਹਿਜਾ ਨਾ ਹੋ ਜਾਏ, ਪਰ ਇਹ ਨਾ ਗੌਰਮੈਂਟ ਨੇ ਏਦਾਂ ਕਰਨਾ ਨਹੀਂ ਆ ਕਿਉਂਕਿ ਰੱਜਦੇ ਨਹੀਂ ਹੈ ਇਹ ਜਿਹੜੇ ਆ, ਇਸ ਕਰਕੇ ਇਹਨਾਂ ਕਰਨਾ ਮੁਸ਼ਕਲ ਆ। ਹਾਂ ਇਹ ਜ਼ਰੂਰ ਹੈਗਾ ਵੀ ਨਹੀਂ ਆ ਤਾਂ ਜਦੋਂ ਤੁਹਾਡੀ ਕੰਸਟੀਚੁਐਂਸੀ ਆਉਂਦਾ ਅਗਲੇ ਨੂੰ ਪੁੱਛੋ ਤੁਸੀਂ ਵੀ ਕੀ ਕੀਤਾ ਕੀ ਨਹੀਂ ਕੀਤਾ। ਦੂਸਰਾ ਜਿਹੜਾ ਮੈਂ ਤੁਹਾਨੂੰ ਇੱਕ ਵੀਡੀਓ ਭੇਜੀ ਆ ਆਪਣੇ WhatsApp ਤੇ, ਤੁਸੀਂ ਦੇਖਿਓ, ਉਹ ਸਿੰਘੂ ਬਾਰਡਰ ਦੀ ਆ। ਤੋ ਮੇਰੇ ਪਿੰਡ ਦੇ ਬੰਦੇ ਉਹੀ ਮੈਂ ਕਿਹਾ ਸੀਗਾ ਵੀ ਤੁਸੀਂ ਉਹਨਾਂ ਨੂੰ ਪੱਟੀ ਸਾਹਿਬ ਨੂੰ ਕਿਹਾ ਵੀ ਉੱਥੇ ਆ ਕੇ ਜੋ ਜਾਣੋ ਉਹਨਾਂ ਨੂੰ ਪਤਾ ਕਰਕੇ ਦੱਸਣ। ਤੇ ਉਹ ਵੀਡੀਓ ਦੇਖਿਓ, ਵੀਡੀਓ ਦੇ ਵਿੱਚ ਕਿੱਦਾਂ ਝਰਮਟ ਪਾਉਂਦੇ ਆ, ਨਾਲੇ ਕੰਮ ਕਰਦੇ ਨਾਲੇ ਖੁਸ਼ ਕਿੰਨੇ ਆ। ਉੱਥੇ ਤਾਂ ਜਿੱਦਾਂ ਕਹਿੰਦੇ ਮੇਲਾ ਬਣੇ ਆ ਤੇ ਸਭ ਤੋਂ ਵੱਡੀ ਟੈਂਟ ਸਿਟੀ ਆ ਉੱਥੇ, ਜਿਹੜੀ ਉਹ ਬਣਾਈ ਤਕਰੀਬਨ 1000 ਟੈਂਟ ਦੇ ਕਰੀਬ ਉਹਨਾਂ ਨੇ ਟੈਂਟ ਦਾ ਪ੍ਰੋਗਰਾਮ ਲੈਣਾ, 100 ਤੋਂ ਲੈ ਕੇ 1000 ਟੈਂਟ ਲੈ ਕੇ ਛੋਟੇ ਤੋਂ ਲੈ ਕੇ ਵੱਡੇ ਤੱਕ ਦੇ ਜਿਹੜੇ ਆ, ਤੇ ਤਾਂ ਕਿ ਕਿਸੇ ਨੂੰ ਰਹਿਣ ਦੀ ਕੋਈ ਪ੍ਰੋਬਲਮ ਨਾ ਹੋਵੇ। ਜਿਆਦਾ ਉੱਥੇ ਰਹਿਣ ਦਾ ਉਹਨਾਂ ਪ੍ਰੋਗਰਾਮ ਕੀਤਾ। ਬਾਕੀ ਪਕੌੜਿਆਂ ਦਾ ਲੰਗਰ ਵੀ ਲਾਉਂਦੇ ਆ, ਬ੍ਰੈਡਾਂ ਦਾ ਬਣਾ ਕੇ ਜਿਹੜਾ ਆ, ਤੇ ਇੰਨਾ ਕੁ ਮੈਂ ਤਾਂ ਉਹਨਾਂ ਕਿਹਾ ਸੀਗਾ ਤੇ ਪੱਟੀ ਸਾਹਿਬ ਜਦ ਉੱਥੇ ਜਾਣ ਉਹਨਾਂ ਨੂੰ ਪੁੱਛ ਕੇ ਦੇਖਣ ਕਰਾਂਗੇ ਜੀ। ਮੈਂ ਸੁਨੇਹਾ ਭੇਜਤਾ ਜੀ। ਹਾਂ ਉਹ ਜਾਣਗੇ ਜੀ, ਜਾਣਗੇ। ਸਰਦਾਰ ਪ੍ਰਭਜੋਤਪਾਲ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਸਿੰਘ ਸਾਹਿਬ ਜਿਹੜੇ ਤੁਸੀਂ ਸੁਝਾਅ ਦਿੱਤੇ ਹੈਗੇ ਆ, ਇਹਨਾਂ ਨੂੰ ਸੁਣ ਕੇ ਮੈਂ ਫੋਨ ਕੀਤਾ। ਬਿਲਕੁਲ ਸੁਝਾਅ ਬਹੁਤ ਵਧੀਆ ਹੈਗੇ ਆ, ਇਹਨਾਂ ਤੇ ਬਿਲਕੁਲ ਗੌਰ ਹੋਣੀ ਚਾਹੀਦੀ ਆ। ਜਿਹੜੀ ਗੱਲ ਤੁਸੀਂ ਕੀਤੀ ਸੀ ਪੈਨਸ਼ਨਾਂ ਦੀ, ਇਹ ਤਾਂ ਇਹ ਨਹੀਂ ਜਿਹੜੇ ਆ ਐਮਪੀਆਂ ਨੇ ਕਰਤਾ ਵੀ ਜਦੋਂ 2 ਵਾਰੀ ਇਲੈਕਟ ਹੋ ਗਿਆ ਟਰਮ ਪੂਰੀ ਕਰਤੀ ਤੇ ਜਿਹੜੀ ਪੈਨਸ਼ਨ ਪੱਕੀ ਆ। ਤੇ ਜੇ ਉਹ ਗੱਲ ਕੀਤੀ ਸੀ ਵੀ ਇਹਨਾਂ ਦੀ ਪੈਨਸ਼ਨ ਪੱਕੀ ਕਰਤੀ ਤਾਂ ਵੀ ਇੰਨਾ ਵੀ ਕਰ ਦਿੰਦੇ ਵੀ ਇਹ 2 ਵਾਰੀ ਸਿਰਫ ਦੂਜਾ ਐਮਪੀ ਬਣ ਸਕਦੇ, ਉਸ ਤੋਂ ਬਾਅਦ ਵਿੱਚ ਕਿਸੇ ਹੋਰ ਨੂੰ ਚਾਂਸ ਦਿੱਤਾ ਜਾਣਾ ਚਾਹੀਦਾ ਆ, ਉਹਤੇ ਕੋਈ ਪਾਬੰਦੀ ਨਹੀਂ ਲਾਈ। ਬਾਕੀ ਜਿਹੜਾ ਕਿਤੇ ਮੈਂ ਚਾਹੁੰਦਾ ਵੀ ਤੁਸੀਂ ਜਿਹੜਾ ਕੰਸਟੀਟਿਊਸ਼ਨ ਦਾ ਜਿਹੜਾ ਮਾਹਰ ਹੈਗਾ ਆ ਉਹਨੂੰ ਲਿਆ ਕੇ ਇਹਦੇ ਤੇ ਜ਼ਰੂਰ ਚਾਨਣਾ ਪਾਓ। ਜਿੱਦਾਂ ਹੁਣ ਆਪਣੇ ਹੋਰਗਨ ਸਾਹਿਬ ਨੇ ਜਿਹੜੀ ਇਲੈਕਸ਼ਨ ਜਦੋਂ ਕਾਲ ਕੀਤੀ ਸੀ ਗਵਰਨਰ ਕੋਲ ਗਏ ਆ, ਤੇ ਉਸ ਵੇਲੇ ਜਿਹੜੇ ਆਪੋਜੀਸ਼ਨ ਆ ਕੀ ਉਹਨਾਂ ਕੋਲ ਕੀ ਰਾਈਟਸ ਹੈਗੇ ਆ ਤੇ ਕੀ ਗਵਰਨਰ ਦੀ ਮਜਬੂਰੀ ਆ ਵੀ ਉਹ ਜਦੋਂ ਇੱਕ ਵਾਰੀ ਮੁੱਖ ਮੰਤਰੀ ਨੇ ਐਡਵਾਈਜ਼ ਕਰਤਾ ਵੀ ਇਲੈਕਸ਼ਨ ਕਰਾਓ ਤੇ ਉਹ ਕਰਾਉਣੀ ਆ, ਜਾਂ ਗਵਰਨਰ ਕੋ ਉਸ ਵੇਲੇ ਚੋਇਸ ਸੀ ਵੀ ਜਿਹੜੀ ਆਪੋਜੀਸ਼ਨ ਹੈ ਉਹਨਾਂ ਕੋਲ ਜਾਂਦੇ ਵੀ ਦੂਜਾ ਵੀ ਭਾਈ ਉਹ ਕਹਿੰਦੇ ਅਸੀਂ ਸਰਕਾਰ ਰਨ ਨਹੀਂ ਕਰ ਸਕਦੇ ਤੇ ਤੁਸੀਂ ਆਪਣੀ ਮੈਜੋਰਟੀ ਦਿਖਾ ਲਓ। ਹੁਣ ਇਹੋ ਹੀ ਗੱਲ ਹੋਣੀ ਹੈਗੀ ਆ ਫੈਡਰਲ ਦੇ ਵਿੱਚ ਵੀ, ਜਦੋਂ ਦੂਜਾ ਇਹ ਨਹੀਂ ਦੇਖਣਾ ਹੈ ਆਪਣੇ ਟਰੂਡੋ ਸਾਹਿਬ ਹੋਣੀ ਵੀ ਲੈ ਵੀ ਹਾਲਾਤ ਵਧੀਆ ਆ, ਅਸੀਂ ਵੀ ਇਲੈਕਸ਼ਨ ਜਿੱਤ ਸਕਦੇ ਆ ਤੇ ਬੜੀ ਤੋਂ ਨਹੀਂ ਚੱਲਦੀ ਸਰਕਾਰ। ਜਿਹੜਾ ਸਗੋਂ ਤੇ ਸਭ ਤੋਂ ਵਧੀਆ ਕੰਮ ਕਰ ਰਹੀ ਆ ਮੈਜੋਰਟੀ ਹੋਣ ਕਰਕੇ, ਕਿਉਂ ਸਾਰੀਆਂ ਜਿਹੜੀਆਂ ਪਾਰਟੀਆਂ ਆ ਉਹਨਾਂ ਦੀਆਂ ਗੱਲਾਂ ਜਿਹੜੀਆਂ ਆ ਉਹ ਮੰਨਣੀਆਂ ਪੈ ਰਹੀਆਂ ਆ। ਤਾਂ ਉਸੇ ਕਰਕੇ ਈਵਨ ਜਦੋਂ ਆਹ ਬੀ ਵਾਲਾ ਜਾਂ ਚੈਰਿਟੀ ਵਾਲਾ ਵੀ ਜਦੋਂ ਰੌਲਾ ਹੋਇਆ ਸੀ ਤਾਂ ਉਸ ਵੇਲੇ ਇਹਨਾਂ ਦੀ ਮਜਬੂਰੀ ਬਣ ਗਈ ਆ, ਉਹ ਵਿੱਚੇ ਇਹਨਾਂ ਨੂੰ ਛੱਡਣਾ ਪਿਆ। ਜਦੋਂ ਮੈਜੋਰਟੀ ਹੁੰਦੀ ਤਾਂ ਇਹਨੇ ਧੱਕੇ ਨਾਲ ਉਹ ਪੈਸੇ ਦੇਣੇ ਸੀਗੇ। ਤੋ ਇਹ ਜਿਹੜਾ ਆ ਉਹ ਤੇ ਵੀ ਜ਼ਰੂਰ ਚਾਨਣਾ ਪੈਣਾ ਚਾਹੀਦਾ ਹੈ ਵੀ ਜਦੋਂ ਆਪਣੇ ਟਰੂਡੋ ਸਾਹਿਬ ਜਾਣਗੇ ਗਵਰਨਰ ਜਨਰਲ ਤੋਂ ਤੇ ਉਸ ਵੇਲੇ ਕੀ ਆਪੋਜੀਸ਼ਨ ਕੋ ਕੋਈ ਚੋਇਸ ਹੈਗੀ ਕਿ ਨਹੀਂ ਹੈਗੀ ਵੀ ਦੂਜਾ ਉਹ ਵੀ ਆਪਣੇ ਗਵਰਨਰ ਨੂੰ ਜਾ ਕੇ ਕਹਿਣ ਵੀ ਕੋਈ ਨਹੀਂ, ਜੇ ਟਰੂਡੋ ਸਾਹਿਬ ਨਹੀਂ ਪ੍ਰਧਾਨ ਮੰਤਰੀ ਰਹਿ ਕੇ ਕੰਟਰੀ ਨੂੰ ਚਲਾ ਸਕਦੇ ਤਾਂ ਹੁਣ ਅਸੀਂ ਆਪੋਜੀਸ਼ਨ ਦਾ ਅਸੀਂ ਕੋਲੀਸ਼ਨ ਬਣਾ ਕੇ ਅਸੀਂ ਮੈਜੋਰਟੀ ਸ਼ੋ ਕਰਕੇ ਤਾਂ ਅਸੀਂ ਜਿਹੜੀ ਸਰਕਾਰ ਨੂੰ ਵਧੀਆ ਰਨ ਕਰਾਂਗੇ। ਦੂਸਰੀ ਗੱਲ ਜਿਹੜੀ ਉੱਥੇ ਤੁਸੀਂ ਗੱਲ ਕੀਤੀ ਮੇਰੀ ਉੱਥੇ ਬਣਾ ਕੇ ਦੇਖ ਲਿਆ ਇਲੈਕਸ਼ਨਾਂ ਦਾ ਬਾਈਕਾਟ ਕਰਕੇ, ਬਿਲਕੁਲ ਤੁਸੀਂ ਵਧੀਆ ਗੱਲ ਕੀਤੀ ਆ। ਤੇ ਹੁਣ ਵੀ ਮੈਂ ਉੱਥੇ ਬਾਰਡਰ ਤੇ ਬੈਠੇ ਕੁਝ ਜਿਹੜੇ ਦੂਜਾ ਕਿੰਨਾ ਵਾਲੇ ਆ ਉਹਨਾਂ ਦੀ ਸੋਸ਼ਲ ਮੀਡੀਆ ਤੇ ਦੇਖ ਰਿਹਾ ਸੀ, ਉਹ ਗੱਲ ਕਰ ਰਿਹਾ ਸੀ ਵੀ ਦੇਖੋ ਅੱਜ ਤਾਂ ਅਸੀਂ ਕਹਿ ਰਹੇ ਹਾਂ ਵੀ ਰਾਜਨੀਤਿਕ ਇੱਥੇ ਨਹੀਂ ਹੋਣੇ ਚਾਹੀਦੇ, ਰਾਜਨੀਤਿਕ ਨਹੀਂ ਹੋਣੇ ਚਾਹੀਦੇ, ਜਿਹੜੇ ਬਾਦਲਾਂ ਦਾ ਭਾਜਪਾ ਦਾ ਜਾਂ ਕੈਪਟਨਾਂ ਦਾ ਅਸੀਂ ਜਾਂ ਕੇਜਰੀਵਾਲ ਦਾ ਬਾਈਕਾਟ ਕਰ ਦਿੱਤਾ ਹੈਗਾ ਆ। ਅਸੀਂ ਉਹਨਾਂ ਨੂੰ ਕਾਬਲ ਪੋਲੀਟੀਸ਼ੀਅਨ ਨਹੀਂ ਚਾਹੁੰਦੇ ਸਮਝਦੇ ਹੈਗੇ ਤੇ ਇਸੇ ਕਰਕੇ ਉਹਨਾਂ ਨੂੰ ਮੋਹਰੇ ਨਹੀਂ ਆਉਣ ਦਿੰਦੇ। ਪਰ ਜਿਹੜਾ ਆ ਅਖੀਰ ਅਕਸਰ ਨੂੰ ਤਾਂ ਵੀ
ਮੁੜ ਕੇ ਤਾਂ ਫੇਰ ਕੰਟਰੀ ਉਹਨੀ ਰਨ ਕਰਨੀ ਹੈ ਜਦੋਂ ਮੋਰਚਾ ਖਤਮ ਹੋ ਗਿਆ। ਤੇ ਕੀ ਅਸੀਂ ਫੇਰ ਦੁਬਾਰਾ ਆਪਣੀ ਨਾ ਤੋਂ ਉਹਨਾਂ ਦੇ ਹੱਥ ਫੜਾਉਣੀ ਹੈਗੀ ਆ? ਇਸ ਵੇਲੇ ਕਿਉਂ ਨਹੀਂ ਉੱਥੇ ਇੰਨਾ ਵਧੀਆ ਇਕੱਠ ਹੋਇਆ ਹੈਗਾ? ਉਹਦੇ ਵਿੱਚੋਂ ਜਿਹੜਾ ਆ ਸਾਨੂੰ ਕੋਈ ਵਧੀਆ ਜਿਹੜਾ ਆ ਇੱਕ ਜਿਹੜਾ ਪੋਲੀਟੀਕਲ ਸਿਸਟਮ ਖੜਾ ਕੀਤਾ ਜਾਣਾ ਚਾਹੀਦਾ ਆ, ਜਿਹੜਾ ਕੱਲ ਨੂੰ ਉਹਨਾਂ ਦਾ ਬਦਲ ਦੇਵੇ, ਨਾ ਕਿ ਉਹ ਜਿਹੜੇ ਗਲਤ ਜਿਹੜੇ ਕਾਨੂੰਨ ਲਿਆ ਰਹੇ ਸੀ ਤੇ ਉਸ ਵੇਲੇ ਕਿਸੇ ਨੇ ਵੀ ਆਪੋਜੀਸ਼ਨ ਨਹੀਂ ਕੀਤੀ, ਨਾ ਕੈਪਟਨ ਸਾਹਿਬ ਉਹਨਾਂ ਦੇ ਜਿਹੜੇ ਰਿਪਰੈਜ਼ੈਂਟੇਟਿਵ ਗਏ ਆ, ਨਾ ਬਾਦਲ ਸਾਹਿਬ ਹੋਣੀ ਕੀਤੀ ਆ, ਤੇ ਕੇਜਰੀਵਾਲ ਹੋਣੀ ਵੀ ਉੱਥੇ ਬੈਠੇ ਸੀ ਸਾਰੇ ਜਿਹੜੇ ਆ। ਕਿਸੇ ਨੇ ਬਦਲ ਤਾਂ ਸੋਚਿਆ ਨਹੀਂ ਸੀ। ਕਿਉਂ ਉਸ ਗੱਲ ਤੇ ਹੁਣ ਤਵੱਜੋ ਨਹੀਂ ਦਿੱਤੀ ਜਾ ਰਹੀ? ਜਦੋਂ ਸਿਰੋਂ ਪਾਣੀ ਲੰਘ ਜਾਂਦਾ ਆ ਉਸ ਵੇਲੇ ਅਸੀਂ ਆਪੂ ਕਰਦੇ ਤੁਰਦੇ ਹੈਗੇ ਆ। ਵਕਤ ਰਹਿੰਦੇ ਤੇ ਕਿਉਂ ਨਹੀਂ ਅਸੀਂ ਇਸ ਗੱਲ ਨੂੰ ਸੋਚਦੇ? ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ। ਤੂਰ ਸਾਹਿਬ ਲਾਈਨ ਨੰਬਰ 4। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਹਾਂਜੀ ਗੱਲ ਸਾਹਿਬ, ਬੜੀ ਖੁਸ਼ੀ ਦੀ ਗੱਲ ਹੈ, ਕਮੇਟੀ ਦੇ ਮੁੱਦੇ ਲੈ ਕੇ ਹਿੱਕ ਥਾਪੜ ਕੇ ਮਰਦਾਂ ਨੂੰ ਮੂਹਰੇ ਹੋ ਕੇ ਖੜ ਕੇ ਝੰਡਾ ਬਰਦਾਰ ਬਣਦੇ ਆ। ਮੇਰਾ ਕਦੇ ਕਦੇ ਜੀ ਕਰੀ ਜਾਂਦਾ ਹੁੰਦਾ ਬਈ ਕੱਲਾ ਹਰਜੀਤ ਸਿੰਘ ਗੱਲ ਨਹੀਂ, ਹਰਜੀਤ ਸਿੰਘ ਸ਼ੇਰ ਗੱਲ ਰੱਖਣਾ ਚਾਹੀਦਾ ਇਹਨਾਂ। ਅਗਲੀ ਗੱਲ ਹੈ, ਧੰਨਵਾਦ ਜੀ ਬਈ ਜਿਹੜੇ ਆਪਣੇ ਨਾ ਇਹਨਾਂ ਦੇ ਆਪਣੇ ਜਾਂਦੇ MLA MP ਇਹਨਾਂ ਦੀਆਂ ਹਾਜ਼ਰੀਆਂ ਕਰਕੇ, ਜਿਵੇਂ ਆਪਣੇ ਸਕੂਲਾਂ ਚ ਹੁੰਦੇ ਸੀ ਜਿਵੇਂ 10ਵੀਂ ਦੀ ਫੀਸਾਂ ਭੇਜਣੀਆਂ ਸੀ, ਹਾਜ਼ਰੀਆਂ ਕਰਕੇ ਇਹਨਾਂ ਨੂੰ ਪੈਨਸ਼ਨ ਦੇਣੀ ਚਾਹੀਦੀ ਆ, ਫਿਰ ਇਹ ਭੱਜ ਜਾਣਗੇ। ਇੱਕ ਇਹ ਕਲੀਅਰ ਕਰਿਓ, ਜਿਹੜਾ ਅੱਜ ਮੈਂ ਮਿਡ ਟਰਮ ਚੋਣਾਂ ਕਰ ਦਿੰਦੇ ਆ ਕੁਛ ਟਾਈਮ ਰਹਿੰਦੇ ਪਹਿਲਾਂ ਜੀ, ਇਹਨਾਂ ਨੂੰ ਇਸ ਤਰ੍ਹਾਂ ਦੀਆਂ ਵੀ ਪੈਨਸ਼ਨਾਂ ਮਿਲਦੀਆਂ। ਧੰਨਵਾਦ ਜੀ ਤੁਹਾਡਾ ਬਹੁਤ ਬਹੁਤ। ਟੋਟਲ ਇਹਨਾਂ ਥੈਂਕ ਯੂ ਤੂਰ ਸਾਹਿਬ। ਅਸਲ ਪੈਨਸ਼ਨ ਦਾ ਇਹਨਾਂ ਦੀ ਡਿਊਰੇਸ਼ਨ ਆ ਜੀ ਉੱਥੇ ਪਾਰਲੀਮੈਂਟ ਦੇ ਵਿੱਚ ਬਈ ਕਿੰਨਾ ਸਮਾਂ ਬਈ ਇਹਨਾਂ ਨੂੰ ਨਾ ਉੱਥੇ ਟੋਟਲ ਇਹ ਨਹੀਂ ਵੀ ਸਰਕਾਰ ਚ ਨੇ ਆਪੋਜੀਸ਼ਨ ਚ ਨੇ, ਪਾਰਲੀਮੈਂਟ ਚ ਕਿੰਨੇ ਸਾਲ ਜਿਹੜਾ ਇਹ ਲੈ ਸਕਦੇ ਨੇ, ਇਹਨੂੰ ਪੂਰਾ ਆਪਾਂ ਲੱਭ ਸਕ ਕੇ ਪੂਰੀ ਮੈਂ ਨਾ ਤੁਹਾਨੂੰ ਦੱਸੂਗਾ ਵੀ ਕਿਵੇਂ ਇਹ ਹੁੰਦੀ ਹੈ ਕਹਾਣੀ। ਪਰ ਜਿਹੜੀ ਮੈਂਬਰ ਪਾਰਲੀਮੈਂਟ ਦੀ ਇਹ ਪੈਨਸ਼ਨ ਹੈ, ਇਹਦੇ ਤੇ ਬਹੁਤ ਕੁਝ ਲਿਖਦੇ ਆ ਵੀ ਇਹ ਮੈਂ ਤੁਹਾਨੂੰ ਇੱਕ ਦਿਨ ਪੂਰਾ ਇਹਦੇ ਤੇ ਸਮਝਾਉਂਗਾ ਵੀ ਇਹ ਕਿਵੇਂ ਲੈਂਦੇ ਆ ਪੈਨਸ਼ਨ, ਕਿਸ ਤਰ੍ਹਾਂ ਇਹਨਾਂ ਦੀ ਬਣਦੀ ਹੈ ਪੈਨਸ਼ਨ। ਤੇ ਬਹੁਤ ਲੋਕ ਨੇ ਜਿਹੜੇ ਇਸ ਗੱਲ ਤੇ ਔਖੇ ਵੀ ਨੇ ਬਈ ਯਾਰ ਇਹਨਾਂ ਨੂੰ ਨਾ ਇਹਨਾਂ ਦੀ ਜਿਹੜੀ ਬਹੁਤ ਜ਼ਿਆਦਾ ਇਹਨਾਂ ਦੀਆਂ ਪੈਨਸ਼ਨਾਂ ਨੇ, ਤੇ ਉਹ ਜਿਹੜਾ ਅਸਲ ਮੈਂ ਹੁਣ ਤੁਹਾਨੂੰ ਸੁਣਾਉਣਾ, ਇਹੀ ਦੱਸਣਾ ਚਾਹੁੰਦਾ ਵੀ ਐਗਜ਼ੈਕਟ ਕੀ ਹੈ। ਮੈਂ ਪੜ੍ਹ ਕੇ ਤੁਹਾਨੂੰ ਦੱਸੂਗਾ, ਕੱਚੀ ਗੱਲ ਨਾ ਹੋਵੇ। 1:57 ਜੀ ਆਖਰ ਦੇ ਵਿੱਚ ਮੁਹੰਮਦ ਸ਼ਰੀਕ ਦਾ ਤੁਹਾਡੇ ਲਈ ਗੀਤ, ਤੇ ਕੱਲ ਨੂੰ ਮੁੜਦੇ ਆ ਫੇਰ 12:15 ਤੇ 5 ਮਿੰਟ ਪਹਿਲਾਂ ਸ਼ੁਰੂ ਕਰਾਂਗੇ ਕੱਲ ਨੂੰ। ਰੱਬ ਰੱਖਾ।